ਨਿਸ਼ਾਨ ਤੇ ਉਹਨਾਂ ਦੇ ਜਵਾਬ। ਮੈਨੂੰ ਵੈਸੇ ਯਕੀਨ ਹੈ ਕਿ ਜਦੋਂ ਤੁਸੀਂ ਕਿਸੇ ਸਹੀ ਜਵਾਬ ਦੇਣੇ ਵਾਲੇ ਨਾਲ ਗੱਲ ਕਰੋਗੇ ਨਾ ਤੇ ਫਿਰ ਤੁਸੀਂ ਚੀਖਾਂ ਹੀ ਮਾਰੋਗੇ। ਫਿਰ ਤੁਸੀਂ ਕਹੋ ਓ ਇਹ, ਜਿੱਦਾਂ ਤੁਹਾਡੀ ਆਦਤ ਹੈ ਉਹ ਜਦੋਂ ਸੱਤਵੇਂ ਸੂਰ ਚਲੇ ਜਾਂਦੇ ਨਾ ਮਾਈਕ ਲਗਾ ਕੇ, ਫਿਰ ਤੁਸੀਂ ਉਹ ਦੀਆਂ ਚੀਖਾਂ ਮਾਰੋਗੇ ਆਮਿਰ ਨਜ਼ੀਰ ਭਾਈ। ਤੇ ਇਸ ਵਾਸਤੇ ਮੈਂ ਇਹਨਾਂ ਚੀਜ਼ਾਂ ਤੇ ਤੁਹਾਡੇ ਤੇ ਯਕੀਨ ਨਹੀਂ ਕਰਦਾ ਕਿ ਉਹ 43 ਨੰਬਰ ਨਿਸ਼ਾਨ 'ਚ ਆਇਆ ਵਾ ਤੇ ਫਲਾਣੇ 'ਚ ਆਇਆ ਵਾ ਤੇ ਫਲਾਣੇ 'ਚ ਆਇਆ ਵਾ। ਤੁਸੀਂ ਇਸ ਤਰ੍ਹਾਂ ਕਰੋ ਕਿ ਜਿਹੜਾ ਤੁਹਾਡਾ ਪਹਿਲਾ ਨਿਸ਼ਾਨ ਸੀ ਨਾ, ਜਿਹੜਾ ਸੀ 43 ਨੰਬਰ ਦੱਸਿਆ ਹੈ ਕਿਹੜਾ, ਜਿਹੜਾ ਸਭ ਤੋਂ ਸਟਰੋਂਗ ਹੈ, ਉਹ ਮੈਨੂੰ ਰਿਕਾਰਡ ਕਰਾ ਦਿਓ, ਮੈਂ ਰਿਕਾਰਡ ਕਰ ਲੈਣਾ। ਕਿਉਂਕਿ ਤੁਹਾਡੀ ਗੱਲ ਕਿਸੇ ਨਾਲ ਹੋ ਨਹੀਂ ਸਕਦੀ, ਕੋਈ ਤੁਹਾਡੇ ਨਾਲ ਗੱਲ ਕਰਨਾ ਨਹੀਂ ਚਾਹੁੰਦਾ, ਤੇ ਮੈਂ ਤੁਹਾਨੂੰ ਉਹਦਾ ਜਵਾਬ ਲਿਆ ਕੇ ਦੇ ਦੇਣਾ, ਕੋਈ ਮਸਲਾ ਨਹੀਂ। ਬਹੁਤ ਅੱਲਾ। ਮੈਂ ਤੁਹਾਨੂੰ ਜਿੱਦੀਆਂ ਤੁਸੀਂ ਪਿੱਛੇ ਗੱਲਾਂ ਕੀਤੀਆਂ ਨੇ ਉਹਨਾਂ 'ਚ ਕਈ ਗਲਤ ਗੱਲਾਂ ਸਨ ਜਿਹੜੀਆਂ ਮੈਨੂੰ ਪਸੰਦ ਨਹੀਂ ਸਨ ਆ ਰਹੀਆਂ, ਲੇਕਿਨ ਮੈਂ ਉਹਨਾਂ ਸਾਰੀਆਂ ਨੂੰ ਨਜ਼ਰਅੰਦਾਜ਼ ਕਰਕੇ ਤੁਹਾਡੀ ਇਸ ਖੂਬਸੂਰਤ ਗੱਲ ਨੂੰ ਐਪਰੀਸ਼ੀਏਟ ਕਰਨਾ। ਰਿਕਾਰਡਿੰਗ ਆਨ ਕਰੋ ਤੇ ਸੁਣ ਲਓ। ਰੂਹਾਨੀ ਖਜ਼ਾਨ ਜਿਲਦ, ਹਾਂਜੀ ਇੱਕ ਮਿੰਟ ਠਹਿਰ ਜਾਓ, ਇੱਕ ਮਿੰਟ ਠਹਿਰ। ਮੈਂ ਰਿਕਾਰਡਿੰਗ ਆਨ ਕਰ ਲਾਂ ਕਿਉਂਕਿ ਅਮੂਮਨ ਉਹ ਤਿਆਰ ਨਹੀਂ ਹੁੰਦੀ ਕਰਨ ਵਾਸਤੇ। करो करो। 1 2 3 ਚਲੋ ਜੀ। ਰੂਹਾਨੀ ਖਜ਼ਾਨ ਜਿਲਦ ਨੰਬਰ 22 ਸਫਾ ਨੰਬਰ 228, ਕਿਤਾਬ ਦਾ ਨਾਮ ਹਕੀਕਤੁਲ ਵਹੀ। ਉਹਦੇ 'ਚ ਨਿਸ਼ਾਨ ਨੰਬਰ 41, 41 ਨੰਬਰ ਨਿਸ਼ਾਨ। ਕਹਿੰਦੇ ਨੇ ਮਿਰਜ਼ਾ ਸਾਹਿਬ ਕਿ ਅੱਜ ਤੋਂ 20-21 ਸਾਲ ਪਹਿਲੇ ਮੈਂ ਇੱਕ ਇਸ਼ਤਿਹਾਰ ਸ਼ਾਇਆ ਕੀਤਾ ਸੀ। ਅੱਜ ਤੋਂ 20-21 ਸਾਲ ਪਹਿਲੇ ਮੈਂ ਇੱਕ ਇਸ਼ਤਿਹਾਰ ਸ਼ਾਇਆ ਕੀਤਾ ਸੀ ਜਿਹਦੇ 'ਚ ਮੈਂ ਦੱਸਿਆ ਸੀ ਕਿ ਅੱਲਾਹ ਤਾਲਾ ਨੇ ਮੇਰੇ ਨਾਲ ਵਾਅਦਾ ਕੀਤਾ ਹੈ ਕਿ ਮੈਂ ਤੈਨੂੰ 4 ਮੁੰਡੇ ਦਿਆਂਗਾ। ਇਹ ਮਈ 1907 ਵਿੱਚ ਹਕੀਕਤੁਲ ਵਹੀ ਛਪੀ ਏ। ਇਹਦੇ ਤੋਂ 20-21 ਸਾਲ ਪਿੱਛੇ ਟੁਰ ਜਾਓ ਤੇ 1886-87 ਆਉਂਦਾ ਹੈ। ਬੇਸ਼ੱਕ ਤੁਸੀਂ ਸਾਲ ਉੱਤੇ ਤੇ ਸਾਲ ਥੱਲੇ ਦੀ ਵੀ ਤੁਹਾਨੂੰ ਫਲੈਕਸੀਬਿਲਿਟੀ ਦਿੱਤੀ ਜਾਂਦੀ ਹੈ ਕਿ ਉੱਥੋਂ ਉਹ ਇਸ਼ਤਿਹਾਰ ਕੱਢ ਕੇ ਵਿਖਾ ਦਿਓ ਤੇ ਆ ਕੇ 1000 ਯੂਰੋ ਮੇਰੇ ਕੋਲ ਨਾਮ ਲੈ ਲਓ। ਇੱਕ ਤੁਹਾਡਾ ਮਤਲਬ ਹੈ ਕਿ ਉਹ ਇਸ਼ਤਿਹਾਰ ਦਰਅਸਲ ਹੈ ਹੀ ਨਹੀਂ, ਇਹ ਮੁੱਦਾ ਹੈ ਨਾ, ਹੈ ਹੀ ਨਹੀਂ, ਇਹ ਮੁੱਦਾ ਹੈ ਨਾ। ਹਾਂਜੀ। ਚਲੋ ਮੈਂ ਰਿਕਾਰਡਿੰਗ ਬੰਦ ਕਰਨਾ ਇੱਥੇ ਤਾਂ ਕਿ ਮੈਂ ਇਹ ਸਵਾਲ ਜਿਹੜਾ ਨਾ ਤੁਹਾਨੂੰ ਉਹਦਾ ਜਵਾਬ ਲੈ ਕੇ ਦੇ ਦਿਆਂ, ਠੀਕ ਹੈ। ਇਸ ਤਰ੍ਹਾਂ ਦਾ ਕੋਈ ਇਸ਼ਤਿਹਾਰ ਨਹੀਂ ਜਿਹਦੇ 'ਚ ਮਿਰਜ਼ਾ ਸਾਹਿਬ ਨੇ ਆਖਿਆ ਹੋਵੇ ਕਿ ਮੈਨੂੰ ਖੁਦਾ ਨੇ ਵਾਅਦਾ ਕੀਤਾ ਕਿ ਮੈਂ 4 ਮੁੰਡੇ ਤੁਹਾਨੂੰ ਦਿਆਂਗਾ। ਅੱਛਾ, ਦੂਸਰਾ ਵੀ ਇਹਦੇ ਨਾਲ ਹੀ ਹੈ, 43 ਨੰਬਰ ਲਿਖ ਲਓ। ਨਹੀਂ ਨਹੀਂ, ਇੱਕ ਇੱਕ ਕਰਕੇ। ਬਹਰਹਾਲ ਮੈਂ ਤੁਹਾਨੂੰ ਐਪਰੀਸ਼ੀਏਟ ਕਰਨਾ, ਤੁਸੀਂ ਇਹ ਬਹੁਤ ਅੱਛਾ ਕੰਮ। ਆਮਿਰ ਨਜ਼ੀਰ ਭਾਈ, ਗੱਲ ਹੈ ਵੈ ਕਿ ਜਦੋਂ ਤੁਸੀਂ ਇੱਕ ਦੇ ਦਿੱਤਾ, ਜਦੋਂ ਜਵਾਬ ਦਿਆਂਗਾ ਲਿਆ ਕੇ, ठीक है ठीक है ਪਤਾ ਲੱਗ ਜਾਏਗਾ ਕਿ ਤੁਸੀਂ ਸੱਚੇ ਕਿ ਉਹ ਸੱਚੇ। ठीक है अमर भाई ठीक कह रहे। ਮਜ਼ੀਦ ਕਿਸੇ ਕੁਐਸਚਨ ਦੀ ਜ਼ਰੂਰਤ ਨਹੀਂ ਬਿਲਕੁਲ। ਪਏਗੀ ਠੀਕ ਹੈ ਕਿ ਇੱਥੇ ਹੀ ਫੈਸਲਾ ਹੋ ਜਾਏਗਾ, ਬਾਤ ਗੱਲ ਖਤਮ। ਐਗਰੀ ਹੋ ਗਿਆ ਸਰ। ਪਰ ਇੱਕ ਗੱਲ ਯਾਦ, ਪਰ ਇੱਕ ਸਿੱਧੂ ਨੇ ਆਖਿਆ ਇੱਕ ਗੱਲ ਰੱਖੀ ਮੇਰੀ ਯਾਦ ਪੁੱਤਰਾ, ਇੱਕ ਗੱਲ ਯਾਦ ਰੱਖਿਓ ਟਾਕ ਮਾਸਟਰ ਸਾਹਿਬ। ਕੱਲ ਇੱਕ ਮੁੰਡਾ ਗਿਆ ਸੀ ਸਵਾਲ ਲੈ ਕੇ ਤੇ ਉਹ ਵੀ ਜਮਾਤ ਅਹਿਮਦੀਆ ਨਾਲ ਤਲਕ ਸੀ ਤੇ ਹੈ ਵੀ ਉਹਨਾਂ ਦਾ ਜਮਾਤ ਅਹਿਮਦੀਆ ਦਾ ਮੁਖਲਸ ਅਹਿਮਦੀ ਸੀ। ਤੁਸੀਂ ਤੇ ਹੈ ਹੀ ਮੁਨਾਫਿਕ ਹੋ ਨਾ। ਉਹਦੇ ਨਾਲ ਜੋ ਹਿਸਾਬ ਨਾਲ ਮੁਨਾਫਿਕ ਹੈ, ਵੈਸੇ ਮੈਂ ਨਹੀਂ ਹੈ। ਮੈਂ ਤਾਂ ਕਹਿੰਦਾ ਉਹਨਾਂ ਦੇ ਹਿਸਾਬ ਨਾਲ ਮੁਨਾਫਿਕ ਹੋ, ਉਹਨਾਂ ਦੇ ਹਿਸਾਬ ਉਹਨਾਂ ਦੇ ਤੁਸੀਂ ਹੋ ਗਏ, ਨਾਸਰ ਬੱਟ ਹੋ ਗਏ, ਇਹਨਾਂ ਦੇ ਸਾਹਮਣੇ ਹੈ। ਬਾਕੀ ਮੈਂ ਅਰਜ਼ ਕਰਨਾ ਤੁਸੀਂ ਜਾਣਾ ਕਿੱਥੇ ਆ ਸਵਾਲ ਲੈ ਕੇ। ਕੱਲ ਉਹ ਵੱਡੀਆਂ ਜਿਹੜਾ ਆਰ ਗਨ ਹੈ ਨਾ, ਜਿਹੜੀ ਵੱਡਾ ਤੋਪ ਹੁੰਦੀ ਹੈ, ਉਹਦੇ ਅੱਗੇ ਉਹਨਾਂ ਰੱਖ ਕੇ ਉਹਨੂੰ ਗੋਲਾ ਮਾਰਿਆ। ਆਰ ਦਾ ਗੋਲਾ ਮਾਰ ਕੇ ਉਹਨਾਂ ਡਾਇਆ। ਉਹਨਾਂ ਆਖਿਆ ਤੂੰ ਆਮਨਾ ਕਿਉਂ ਵਿੱਚ ਸਵਾਲ ਲੈ ਕੇ, ਤੇਰੀ ਐਸੀ ਦੀ ਤੈਸੀ। ਕਿਹਨੂੰ ਦਿੱਤਾ ਸੀ ਸਵਾਲ ਉਹਨੇ? ਉਹ ਇਮਤਿਆਜ਼, ਉਹਦਾ ਨਾਮ ਇਮਤਿਆਜ਼ ਬਸਰਾ 1122 ਉਹਦੀ ਆਈਡੀ ਹੈ, ਸਿਆਲਕੋਟ ਦਾ ਬਣਾਇਆ। ਅੱਛਾ ਅੱਛਾ। ਤੇ ਉਹ ਗਿਆ ਤੇ ਉੱਥੇ ਜ਼ਰਤਸ਼ਤ ਬੈਠੇ ਆ, ਨਾਸਰ ਬੱਟ ਬੈਠੇ ਆ, ਹੋਰ ਪਤਾ ਨਹੀਂ ਕਿਹੜਾ ਕਿਹੜਾ ਬੈਠਿਆ, ਉਹ ਜਿਹੜੇ ਆਂਦੇ ਉਹ ਛਾਪਰ ਚੁੱਕਣ ਵਾਲੇ ਜੱਟ ਜੁੱਟ ਬੈਠੇ। ਉਹਨੇ ਆਖਿਆ ਮੈਂ ਅਮਰ ਨਜ਼ੀਰ ਸਵਾਲ ਲੈ ਕੇ ਆਇਆ। ਨਾ, ਅਗਰ ਉਹਨੇ ਇਸ ਕਿਸਮ ਦੇ ਬਰਾਡ ਤੇ ਸਵਾਲ ਕਰ ਦਿੱਤਾ ਤੇ ਉਹਦੀ ਗਲਤੀ ਹੈ ਨਾ। ਤੇ ਤੁਸੀਂ ਕਿਹੜੀ ਸਵਾਲ ਨਾਸਰ ਬੱਟ ਦੇ ਜਵਾਬ ਨਹੀਂ ਦੇਗਾ ਨਾ, ਜਾਂ ਉਹਦੇ ਸਾਥੀ ਜਿਹੜੇ ਨੇ। ਤੁਸੀਂ ਕਿਹੜੀ ਬਰਾੜ ਤੋਂ ਜਾਣਾ ਚਾਹੁੰਦੇ ਹੋ? ਨਹੀਂ, ਮੈਂ ਜਿੱਥੋਂ ਮਰਜ਼ੀ ਲੈ ਕੇ ਆਵਾਂ, ਤੁਹਾਨੂੰ ਨਾਲ ਕੀ, ਤੁਹਾਨੂੰ ਮੈਂ ਇਦਾਂ ਹੀ ਰਿਕਾਰਡ ਕਰਕੇ ਦੇ ਦੇਵਾਂਗਾ। ਅੱਛਾ ਠੀਕ ਹੈ। ਮੈਂ ਇੱਕ ਗੱਲ ਤੁਹਾਨੂੰ ਦੱਸ ਦਵਾਂ, ਫਿਰ ਦੂਜੀ ਵੀ ਚਲੋ ਦੱਸ ਦੇਣਾ ਕਿ ਜਿਹੜੀ ਬਰਾੜ ਦਾ ਤੁਸੀਂ ਸੋਚਿਆ ਨਾ ਵੀ ਮੈਂ ਉੱਥੇ ਜਾਵਾਂਗਾ ਤਾਂ ਉੱਥੋਂ ਲੱਭ ਜਾਏਗਾ। ਉੱਥੇ ਕੁਰਾਨ ਦੀ ਆਇਤ ਨਾਜ਼ਲ ਹੋਈ ਹੈ, ਵਾਇਜ਼ਾ ਖਾਤਬਹੁਮੁਲ ਜਾਹਿਲੂਨ ਕਾਲੂ ਸਲਾਮਾ। ਉਹਦੇ ਨੇ ਅੰਬਰ ਦੀ ਤਾਂ ਗੱਲ ਦਾ ਜਵਾਬ ਦੇਣਾ ਹੀ ਨਹੀਂ ਹੈ। ਨਹੀਂ, ਮੇਰੀ ਗੱਲ ਸੁਣੋ ਨਾ। ਜਿਹੜੀ ਮਤਲਬ ਹੈ ਕਿ ਸ਼ੋਰ ਸ਼ਰਾਬੇ ਔਰ ਬਹਿਸ ਮੁਬਾਸੇ ਤੋਂ ਬਗੈਰ
ਅਗਰ ਤੁਸੀਂ ਇੱਕ ਸਵਾਲ ਕਰਦੇ ਹੋ, ਤੁਹਾਡੇ ਹਿਸਾਬ ਨਾਲ ਇੱਕ ਜੈਨੂਇਨ ਸਵਾਲ ਹੈ, ਤੇ ਕਿਸੇ ਨੂੰ ਇਹਦਾ ਜਵਾਬ ਤਾਂ ਦੇਣਾ ਪਏਗਾ ਨਾ। ਤੇ ਇਹ ਬਿਹਤਰ ਨਹੀਂ ਹੈ ਤਰੀਕਾਕਾਰ ਬਜਾਏ ਇਸ ਦੇ ਕਿ ਤੁਸੀਂ ਵੀ ਖੱਪ ਪਾਓ ਤੇ ਉਹ ਵੀ ਖੱਪ ਪਾਉਣ। ਜੀ ਠੀਕ ਹੈ ਤੁਸੀਂ ਬਿਹਤਰ ਜਿਸ ਤਰ੍ਹਾਂ ਤੁਸੀਂ ਬਿਹਤਰ ਸਮਝਦੇ ਹੋ ਟਾਕ ਮਾਸਟਰ ਸਾਹਿਬ। ਹਾਂ ਜੀ, ਨਹੀਂ ਬਹੁਤ ਬਿਹਤਰ ਹੈ, ਬਹੁਤ ਬਿਹਤਰ ਹੈ। ਮੈਂ ਤਾਂ ਤੁਹਾਨੂੰ ਐਪਰੀਸ਼ੀਏਟ ਪਿਆ ਕਰਨਾ। ਮੈਂ ਤਾਂ ਕਹਿੰਦਾ ਮੈਂ ਤੁਹਾਡੀਆਂ ਕਈ ਗੱਲਾਂ ਨੋਟ ਕੀਤੀਆਂ ਸੀ ਕਿ ਮੈਂ ਜਵਾਬ ਦੇਣਾ ਹੈ, ਲੇਕਿਨ ਜਿਸ ਵੇਲੇ ਤੁਸੀਂ ਇਹ ਗੱਲ ਪੇਸ਼ ਕੀਤੀ ਹੈ ਕਿ ਤੂੰ ਮੈਨੂੰ ਇੱਕ ਸਵਾਲ ਦੇ ਦੇ ਤੇ ਮੈਂ ਉਹਦਾ ਜਵਾਬ ਲਿਆ ਦੇਣਾ, ਮੈਂ ਸਾਰੀਆਂ ਗੱਲਾਂ ਮੈਂ ਨਜ਼ੀਰ ਭਾਈ ਤੁਸੀਂ ਉਹਦਾ ਵੀ ਜਵਾਬ ਦੇ ਦਿਓ। ਮੈਂ ਕੋਈ ਏਦਾਂ ਮਤਲਬ ਤੁਹਾਡੇ ਕੋਲੋਂ ਡਰ ਕੇ ਨਸ ਨਹੀਂ ਜਾਣਾ। ਦੇ ਦਿਓ ਜਵਾਬ। ਸਹਿਲਾ ਕਿਹਦਾ? ਕੋਈ ਇਹ ਜਿਹਦਾ ਤੁਸੀਂ ਖੁਆਇਸ਼ ਤੁਹਾਡੀ ਜਿਹੜੀ ਤੁਹਾਡੀ ਖੁਆਇਸ਼ ਉਭਰੀ ਹੈ ਨਾ ਕਿ ਮੈਂ ਹੋਰ ਕਈ ਗੱਲਾਂ ਦਾ ਜਵਾਬ ਦੇਣਾ ਸੀ, ਉਹ ਕਰ ਦਿਓ। ਨਹੀਂ 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 ਨਹੀਂ, ਉਹ ਤੁਹਾਡੀ ਗੱਲ ਤਾਂ ਮੈਂ ਮਤਲਬ ਰੱਦ ਕਰਨਾ ਸੀ ਨਾ। ਜਿੰਨੀ ਗੁਫ਼ਤਗੂ ਤੁਸੀਂ ਕਰਦੇ ਹੋ ਨਾ, ਮੈਂ ਜਦੋਂ ਸੁਣਨਾ ਤਾਂ ਮੈਂ ਉਹਨੂੰ ਨੋਟ ਕਰਨਾ ਪੁਆਇੰਟਸ ਵਿੱਚੋਂ, ਜ਼ਿਹਨ 'ਚ ਹੀ, ਕਾਪੀ ਪੈਨਸਲ ਨਹੀਂ ਹੁੰਦੀ। ਮੈਂ ਉਹ ਪੁਆਇੰਟਸ ਨੋਟ ਕੀਤੇ ਸਨ ਕਿ ਇਹ ਗਲਤੀ ਪੇ ਕਰਦੇ ਨੇ ਵਿੱਚ, ਲੇਕਿਨ ਮੈਂ ਸਾਰਿਆਂ ਦੇ ਉੱਤੇ ਲੀਕ ਫੇਰ ਸੜੇ ਜਿਸ ਵੇਲੇ ਤੁਸੀਂ ਇਹ ਗੱਲ ਕੀਤੀ। ਮੈਂ ਕਿਹਾ ਚਲੋ ਛੱਡੋ ਬਾਕੀ ਗੱਲਾਂ, ਇਹ ਹੀ ਠੀਕ ਹੈ। ਗਲਤੀਆਂ ਦੀ ਮੈਂ ਇਹਤਿਆਤ ਨਹੀਂ ਕਰਦਾ। ਹਾਂਜੀ ਹੋ ਸਕਦੀਆਂ ਨੇ, ਕੋਈ ਮਸਲਾ ਨਹੀਂ ਹੈ, ਲੇਕਿਨ ਇਹ ਹੈ ਕਿ ਜੋ ਮੈਂ ਸਮਝਣਾ ਉਹ ਮੈਂ ਕਹਿ ਦਿੰਦਾ, ਗੱਲ ਖਤਮ। ਅੱਛਾ, ਮੈਂ ਕਿਹਾ ਇਹਨਾਂ ਲੋਕਾਂ ਨੂੰ ਤੇ ਦੱਸ ਛੜੋ ਨਾ ਵੀ ਤੁਸੀਂ ਜਾਣਾ ਕਿੱਥੇ ਹੈ, ਬੰਦੇ ਤੁਹਾਨੂੰ ਫਾਲੋ ਕਰਨ ਤਾਂ ਕਿ ਤੁਹਾਡਾ ਅਸ਼ਰ ਵੇਖਣ, ਲਾਈਵ ਅਸ਼ਰ ਤੁਹਾਡਾ ਵੇਖਣਾ ਚਾਹੁੰਦੇ ਨੇ ਲੋਕੀ। ਨਹੀਂ, ਇਹ ਤੇ ਫਿਰ ਤੁਸੀਂ ਮੈਨੂੰ ਤਮਾਸ਼ਾ ਬਣਾਉਣਾ ਚਾਹੁੰਦੇ ਹੋ, ਫਿਰ ਤੇ ਮੈਂ ਕਰਾਂਗਾ ਹੀ ਨਹੀਂ ਸਵਾਲ। ਨਹੀਂ ਤਮਾਸ਼ਾ ਨਹੀਂ, ਅਸੀਂ ਨਹੀਂ ਬਣਾਉਂਦੇ ਤਮਾਸ਼ਾ, ਖੁਦ ਤੁਸੀਂ ਬਣਨਾ ਹੈ ਨਾ। ਮੈਂ ਕਿਹਾ ਤੁਸੀਂ ਜਿਹੜਾ ਚੂਜ਼ ਕੀਤਾ ਨਾ ਰਸਤਾ, ਇਹ ਰਸਤਾ ਬੜਾ ਖਤਰਨਾਕ ਹੈ, ਬਲਕਿ ਖਤਰੇ ਨਾ ਕੇ। ਤੇ ਤੁਸੀਂ ਤਾਂ ਪਿਆ ਨਾ ਵੀ ਜਿੱਥੇ ਜਾਣਾ ਦੱਸੋਗੇ ਤੇ ਲੋਕੀ ਲਾਈਵ ਰਿਕਾਰਡਿੰਗ ਕਰ ਲੈਣਗੇ। ਮੇਰਾ ਤਮਾਸ਼ਾ ਦੇਖਣ ਜਾਣਗੇ ਹੈ, ਕਿਉਂਕਿ ਤਮਾਸ਼ਾ ਬਣ ਜਾਣਾ ਨਾ ਜਦੋਂ ਤੁਸੀਂ ਨਾ ਹੀ ਲੈਣਾ ਹੈ ਕਿ ਅਮਰ ਦਾ ਸਵਾਲ ਹੈ ਜਾਂ ਮੇਰੀ ਰਿਕਾਰਡਿੰਗ ਸੁਣਾਣੀ ਹੈ, ਉੱਥੇ ਤਮਾਸ਼ਾ ਸ਼ੁਰੂ ਹੋ ਜਾਣਾ ਹੈ। ਦੇਖੋ ਤੁਹਾਡਾ ਆਪਸ 'ਚ ਟਾਕਰਾ ਮੈਨੂੰ ਲੱਗਦਾ ਮੁਮਕਿਨ ਨਹੀਂ ਹੈ, ਤੇ ਅਗਰ ਮੈਂ ਸੁਲਹ ਸਫਾਈ ਨਾਲ ਇੱਕ ਸਵਾਲ ਦਾ ਜਵਾਬ ਲੈ ਆਣਾ ਤੇ ਤੁਸੀਂ ਹੁਣ ਉਹਦੇ 'ਚ ਤਮਾਸ਼ਾ ਢੂੰਡਦੇ ਪਏ ਹੋ। ਨਹੀਂ 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 ਨਹੀਂ, ਅਸੀਂ ਨਹੀਂ ਢੂੰਡਦੇ, ਅਸੀਂ ਨਹੀਂ ਢੂੰਡਦੇ, ਅੱਲਾ ਗਵਾਹ ਹੈ, ਅਸੀਂ ਨਹੀਂ ਤਲਾਸ਼ ਪੇ ਕਰਦੇ। ਲੇਕਿਨ ਮੈਂ ਕਹਿੰਦਾ ਕਿ ਗੱਲ ਤੁਹਾਡੀ ਸਾਨੂੰ ਤੇ ਪਸੰਦ ਹੈ, ਅਗਲਿਆਂ ਨੂੰ ਨਹੀਂ ਪਸੰਦ ਹੋਣੀ ਨਾ। ਸਾਨੂੰ ਤੇ ਪਸੰਦ ਹੈ ਕਿ ਸੁਲਹ ਸਫਾਈ ਨਾਲ ਤੁਸੀਂ ਸਵਾਲ ਦਾ ਜਵਾਬ ਲਿਆ ਦਿਓ। ਦੇਖੋ ਠੀਕ ਹੈ, ਅੱਛੀ ਗੱਲ ਹੈ। ਤੁਸੀਂ ਇਹ ਜਿਹੜਾ ਸਵਾਲ ਰਿਕਾਰਡ ਕਰਾਇਆ ਹੈ, ਠੀਕ ਹੈ ਨਾ, ਮੈਨੂੰ ਇਹਦੇ ਬਾਰੇ ਨਹੀਂ ਪਤਾ। ਮੈਂ ਇਸ ਸਵਾਲ ਦੇ ਵਿੱਚ ਮੈਂ ਵੀ ਚੂਕ ਸਕਣਾ, ਮੈਂ ਵੀ ਸੋਚ ਸਕਣਾ ਤੁਹਾਡੇ ਵਾਂਗੂ ਕਿ ਯਾਰ ਇਹ ਕੀ ਹੈ, ਤੇ ਇਸ ਵਾਸਤੇ ਮੈਨੂੰ ਇਹਦਾ ਜਵਾਬ ਮਿਲਣਾ ਚਾਹੀਦਾ ਹੈ, ਵਰਨਾ ਮੈਂ ਉਸੇ ਤਰ੍ਹਾਂ ਹੀ ਸੋਚਾਂਗਾ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ। ਬਿਲਕੁਲ ਬਿਲਕੁਲ ਠੀਕ ਹੈ। ਅਗਰ ਕੋਈ ਇਹਦਾ ਜਵਾਬ ਮੈਨੂੰ ਮਿਲਦਾ ਹੈ ਖਾਤਰ ਖਵਾ, ਤੇ ਕਮ ਅਜ਼ ਕਮ ਹਾਂ, ਅਲਬત્ਤਾ ਮੈਂ ਇਹ ਵੀ ਕਰ ਸਕਦਾ ਕਿ ਤੁਹਾਡੀ ਆਵਾਜ਼ ਸੁਣਾਉਣ ਦੀ ਜ਼ਰੂਰਤ ਨਹੀਂ ਹੈ। ਇਹ ਮੇਰੇ ਕੋਲ ਰਿਕਾਰਡ ਦਾ ਮਤਲਬ ਇਹ ਹੈ ਕਿ ਮੇਰੀ ਯਾਦਾਸ਼ਤ 'ਚ ਆ ਗਿਆ ਕਿ ਸਵਾਲ ਦੀ ਨੋਈਅਤ ਕੀ ਹੈ। ਮੈਂ ਇਹਨੂੰ ਤੁਹਾਡੀ ਆਵਾਜ਼ ਸੁਣ ਕੇ ਮੈਂ ਆਪਣੇ ਤੌਰ ਤੇ ਵੀ ਇਹ ਸਵਾਲ ਕਰ ਸਕਦਾ। ਸਹੀ ਹੈ, ਸਹੀ ਹੈ ਡਾਕਟਰ ਸਾਹਿਬ, ਸਹੀ ਹੈ। ਜ਼ਰੂਰੀ ਤੇ ਨਹੀਂ ਕਿ ਸਵਾਲ ਜਾਰਿਹਾਨਾ ਰੰਗ 'ਚ ਕੀਤਾ ਜਾਏ। ਬਿਲਕੁਲ ਨਹੀਂ, ਉਹ ਜਾਰਹਾਨਾ ਤੇ ਸਵਾਲ ਕੀਤਾ ਹੈ ਨਾ, ਤੇ ਇੱਥੇ ਹੀ ਰੂਹਾਨੀ ਖਜ਼ਾइन जिल्द 21 सफ़ा 249 तो मिर्जा साहब ने लिखा है कि मोतबर तफसीरों में लिखा हुआ है कि जब ये कुरान की आयत नाजल हुई ना सूरह कमर की, सयुहज़मुल जम व युवल्लून दुबुर, तो नबी पाक ने फरमाया मैंने तो आप नहीं पता कि ये पेश गोई किहड़े मौके वाते वे, ये किहड़ियां मोतबर तफसीरां च लिखिया। मैं क्या लियाओ कट के दिओ, मेरा मुंह काला किया जाए, मेरे गले में रस्सा डालकर खींचा जाए, अगर मिर्जा साहब के वहा दो किहड़ी मोतबर तफसीर च लिखिया है। ਤੇ ਜ਼ਰਤਸ਼ਤ ਬਿਆਨਦਾ ਹੈ ਇਹਦਾ ਮੂੰਹ ਕਾਲਾ ਕਰੋ ਤਾਂ ਮੈਂ ਹਵਾਲਾ ਦੇਵਾਂਗਾ। ਇਹ ਸ਼ਰਤ ਠੀਕ ਹੈ। ਪਹਿਲਾਂ ਇਹਦਾ ਮੂੰਹ ਜ਼ਰਤਸ਼ਤ ਔਰ ਨਾਸਰ ਬਾਟ ਇੱਕੋ ਗੱਲ ਹੈ। ਕਹਿੰਦਾ ਇਹਦਾ ਮੂੰਹ ਕਾਲਾ ਕਰੋ ਤੇ ਮੈਂ ਹਵਾਲਾ ਦੇਵਾਂਗਾ, ਜੇ ਨਾ ਦਿੱਤਾ ਤਾਂ ਆਖਿਓ ਮੈਂ ਤਫਸੀਰਾਂ ਕੱਢ ਕੇ ਰੱਖੀਆਂ ਨੇ, ਪਰ ਦੇਣਾ ਨਹੀਂ ਹਵਾਲਾ ਜਦ ਤੱਕ ਤੁਸੀਂ ਇਹਦਾ ਮੂੰਹ ਨਹੀਂ ਕਾਲਾ ਕਰਦਾ। ਉਹ ਬੰਦੇ ਕਹਿੰਦੇ ਨੇ ਕੋਈ ਅਕਲ ਦਾ ਇਲਾਜ ਕਰਾ, ਪਹਿਲਾਂ ਲਾ ਕੇ ਹਾਂ ਯਾਰ ਇਹ 313 ਤੁਹਾਡੇ 'ਚ ਕੀ ਗੱਲ ਹੈ? ਜੀ ਜੀ, ਤੁਸੀਂ ਇਹ 313 ਹੀ ਵੇਖਿਆ, ਇਹ ਟਰੂ ਮੁਸਲਿਮ ਨਹੀਂ ਵੇਖਿਆ। ਰਾਤੀ ਅਲੀਮ ਆ ਕੇ ਮਾਥਮ ਪਿਆ ਕਰਦਾ ਸੀ, ਆਂਦਾ ਸੀ
ਇਹ ਆਮਰ ਸਾਨੂੰ ਲੈ ਦੇ ਗਿਆ ਹੈ। ਉਹ ਵੇਖੋ ਇਹ ਦੋ ਬੰਦੇ ਸਾਡੇ ਹੱਕ 'ਚ ਬੋਲਦੇ ਸਨ, ਇਹ ਵੀ ਆਪਣੇ ਨਾਲ ਲਾ ਲੈ ਸੋ। ਯਾਰ ਮੈਂ ਵੀ ਇਹੋ ਜਿਹੀ ਗਲਤੀ ਕਰ ਬੈਠਾ ਸੀ। ਨੂੰ ਅਸਕਾਨੀ ਭਾਈ ਕਹਿੰਦੇ ਨੇ ਕਿ ਆਮਰ ਨਜ਼ੀਰ ਨੇ ਐਮਡੀਆ ਨੂੰ ਨੱਥ ਪਾਈ ਹੋਈ ਹੈ ਨਾ, ਨਕੇਲ ਡਾਲੀ ਹੋਈ ਹੈ। ਮੈਂ ਕਿਹਾ ਦਰਅਸਲ ਨਕੇਲ ਜਿਹੜੀ ਹੈ ਨਾ ਉਹ ਆਸਕਾਨੀ ਨੂੰ ਔਰ ਉਮਰ ਰਬਾਬ ਨੂੰ ਪਾਈ ਹੋਈ ਹੈ ਨਕੇਲ ਨਜ਼ੀਰ ਨੇ। ਤੇ ਉਮਰ ਰਬਾਬ ਹੱਥੇ ਤੋਂ ਉਕੜ ਗਈ। ਉਹਨੇ ਫਿਰ ਆਪਣੇ ਕਾਂ ਵਾਲੀ ਆਵਾਜ਼ ਵਿੱਚ ਮੈਨੂੰ ਇੱਕ ਦੋ ਗਾਲਾਂ ਕੱਢੀਆਂ, ਮੈਂ ਫੌਰਨ ਨਿਕਲ ਗਿਆ। ਮੈਂ ਕਿਹਾ ਯਾਰ ਇਹਦਾ ਜਵਾਬ ਮੈਂ ਦੇ ਨਹੀਂ ਸਕਦਾ। ਇਹ ਕਦੋਂ ਦਾ ਵਾਕਿਆ ਹੈ? ਫਰੈਸ਼ ਹੈ ਹੁਣ ਦਾ? ਉਹ ਇਹ ਦੋ ਕੁ ਦਿਨ ਹੀ ਹੋਏ ਨੇ ਮੇਰਾ ਖਿਆਲ ਹੈ। ਅੱਛਾ ਅੱਛਾ ਅੱਛਾ। ਇਹੋ ਜਿਹੇ ਮੌਕੇ ਦੀ ਰਿਕਾਰਡਿੰਗ ਕਰਕੇ ਘੱਲਿਆ ਕਰੋ ਨਾ। ਅੱਗੇ ਤੇ ਆਮ ਤੌਰ ਤੇ ਸਾਡੇ ਮੁਜਾਹਿਦ ਕਿਰੋਂ ਨਾ ਕਿਰੋਂ ਘੱਲ ਹੀ ਦਿੰਦੇ ਨੇ। ਨਹੀਂ ਮੈਂ ਸੁਣੀ ਰਿਕਾਰਡਿੰਗ। ਯਾਰ ਇਹ ਰਿਕਾਰਡਿੰਗ ਦਾ ਰੌਲਾ ਮੇਰੇ ਕੋਲੋਂ ਨਹੀਂ ਹੋਣਾ। ਨਹੀਂ ਚਲੋ ਸੁਣ ਕੇ ਚੱਸ ਆ ਜਾਂਦੀ ਹੈ ਬਈ ਕੀ ਵਾਕਿਆ ਉੱਥੇ ਹੋਇਆ। ਜਦੋਂ ਕੋਈ ਹਾਦਸਾ ਹੋਣ ਲੱਗੇ ਨਾ ਪਤਾ ਤਾਂ ਲੱਗ ਜਾਂਦਾ ਇਸ ਤੋਂ ਬਾਅਦ ਹਾਦਸਾ ਹੋਣਾ ਹੈ, ਗੱਡੀ ਵੱਜਣੀ ਕਿਰੇ ਨਾ ਕਿਰੇ। ਜਦੋਂ ਐਕਸੀਲੇਟਰ ਦੇਣਾ ਹੋਵੇ ਪਹਿਲੇ ਰਿਕਾਰਡਿੰਗ ਆਨ ਕਰ ਲਓ। ਨਹੀਂ ਪਤਾ ਕੀ ਗੱਲ ਹੈ, ਮੈਂ ਤੇ ਇਸ ਵਾਸਤੇ ਕਿਹਾ ਸੀ ਕਿ ਉਹਦਾ ਨਕੇਲ ਡਾਲਣਾ ਦਾ ਮਤਲਬ ਇਹ ਹੈ ਕਿ ਮੁਸੀਬਤ ਪਾਈ ਹੋਈ ਹੈ ਨਾ ਆਮਰ ਨਜ਼ੀਰ ਨੇ। ਤੇ ਮੈਂ ਕਿਹਾ ਵੀ ਮੁਸੀਬਤ ਹੈ ਤੁਹਾਨੂੰ ਦੋਨਾਂ ਨੂੰ ਵੀ ਪਾਈ ਹੋਈ ਹੈ। ਆਸਕਾਨੀ ਭਾਈ ਤੇ ਸਹਿ ਜਾਂਦੇ ਨੇ ਮੇਰੀ ਗੱਲ, ਉਹ ਤੇ ਮੇਰੇ ਦੋਸਤ ਨੇ। ਉਹ ਹੱਥਾਂ ਠੀਕ ਤੁਸੀਂ ਦੋਸਤੀ ਹਰ ਪਾਸੇ ਕਰੋ ਨਾ। ਤੁਸੀਂ ਇੱਕ ਪਾਸੇ ਦੋਸਤੀ ਕਰਦੇ ਹੋ ਨਾ, ਹਰ ਪਾਸੇ ਦੋਸਤੀ ਚੰਗੀ ਯਾਰ ਇਹ ਜਿਹੜੀਆਂ ਔਰਤਾਂ ਨੇ ਨਾ ਇਹਨਾਂ ਨੂੰ ਇੱਕ ਮਤਲਬ ਹੈ ਉਹ ਸਮਝਦੀਆਂ ਨੇ, ਔਰਤ ਕਾਰਡ ਵੀ ਇਹਨਾਂ ਦੇ ਜ਼ਿਹਨ ਚ ਹੁੰਦਾ ਨਾ ਕਿ ਮੈਂ ਔਰਤ ਹਾਂ। ਸ਼ਾਇਦ ਬੰਦੇ ਜਿਹੜੇ ਨੇ ਮੇਰੀ ਆਵਾਜ਼ ਉਹ ਕਾਵਾਂ ਵਾਲੀ ਆਵਾਜ਼ ਸੁਣ ਕੇ ਬੜੇ ਇੰਪ੍ਰੈਸ ਹੋਣਗੇ। ਤੁਸੀਂ ਹੋਰ ਮਾਰ ਖਾਣੀ ਹੈ। ਤੁਸੀਂ ਹੋਰ ਮਾਰ ਕਿਸੇ ਵੀ ਇੱਥੇ ਪਾਲਟੈਕ ਮੇਰੇ ਜ਼ਿਹਨ ਚ ਆ ਜਾਂਦਾ ਹੈ ਆਪਣਾ ਬਰਾਡਸ ਤੇ ਨਾ। ਜਦੋਂ ਕੋਈ ਔਰਤ ਬੋਲਦੀ ਮੈਨੂੰ ਉਲਝਣ ਉਸੇ ਵੇਲੇ ਸ਼ੁਰੂ ਹੋ ਜਾਂਦੀ ਹੈ। ਪਤਾ ਨਹੀਂ ਕੀ ਗੱਲ ਹੈ, ਮੈਨੂੰ ਬੜੀ ਉਲਝਣ ਆਉਂਦੀ ਹੈ। ਔਰਤਾਂ ਅਮੂਮਨ ਉਹਨਾਂ ਨੇ ਨਾ ਇੱਕ ਜ਼ਿਹਨ ਚ ਰੱਖਿਆ ਹੋਇਆ ਕਿ ਬੰਦੇ ਜਿਹੜੇ ਨਾ ਉਹ ਬੜੇ ਪਿਆਰ ਨਾਲ ਸਾਡੀਆਂ ਗੱਲਾਂ ਸੁਣਨਗੇ, ਔਰ ਲੋਕੀ ਕਰਦੇ ਵੀ ਨੇ ਆਮਰ ਨਜ਼ੀਰ ਵਰਗੇ। ਅਸਲ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਕਈ ਲੋਕ ਔਰਤਾਂ ਦੀ ਆਵਾਜ਼ ਨਾਲ ਸਿਰਫ ਕੰਨਾਂ ਨੂੰ ਹਲਾਵਤ ਬਖਸ਼ਦੇ ਨੇ। ਆਹੋ ਬਿਲਕੁਲ 100% ਤੁਹਾਡੀ ਗੱਲ ਸਹੀ। ਇਹਦੇ ਨਾਲ ਮੈਂ 100% ਐਗਰੀ ਹਾਂ। ਔਰ ਐਸੇ ਗੱਲੇ ਮੇਰਾ ਵੀ ਇਹ ਅਸੂਲ ਹੈ ਕਿ ਸਵਾਏ ਉਹਨਾਂ ਦੇ ਜਿਹੜੇ ਕੋਈ ਹਾਲਤ ਇਸਤਰਾਰ 'ਚ ਕੋਈ ਔਰਤ ਹੈ ਔਰ ਉਹਨਾਂ ਨੂੰ ਕੋਈ ਸਖਤ ਐਮਰਜੈਂਸੀ ਹੈ, ਮਿਸਾਲ ਦੇ ਤੌਰ ਤੇ ਕਾਦੀਆਨੀ ਤੋਂ ਨਾ ਛੱਡੀ ਹੈ, ਉਹਨਾਂ ਦੀ ਪਰਸੀਕਿਊਸ਼ਨ ਹੋਣ ਲੱਗੀ ਹੈ, ਉਹਨਾਂ ਦੀ ਫੈਮਿਲੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਤੁਹਾਡਾ ਇੰਟਰਸਟ ਹੈ? ਹਾਂ ਨਹੀਂ ਉਹ ਤੇ ਵੇਖੋ ਉਹ ਤੇ ਮਜ਼ਲੂਮ ਦੀ ਦਿਲ ਜੋਈ ਹੈ ਨਾ। ਉਹ ਤੇ ਅੱਲਾਹ ਤਾਲਾ ਨੂੰ ਰਾਜ਼ੀ ਕਰਨ ਵਾਸਤੇ ਮਜ਼ਲੂਮ ਸਿਰਫ ਯਾਨੀ ਅਹਿਮਦੀ ਰਹਿ ਗਏ ਨੇ ਜਿਹੜੇ ਛੱਡਦੇ ਨੇ। ਨਹੀਂ ਇੱਕ ਮੈਨੂੰ ਅਹਿਮਦੀ ਦੱਸ ਲਓ ਜਿਹਨੇ ਅਹਿਮਦੀ ਛੱਡੀ ਹੋਵੇ ਤੇ ਉਹਨੂੰ ਹੈਪੇਟਾਈਟਸ ਸੀ ਨਾ ਹੋਵੇ, ਜਾਂ ਉਹਦਾ ਬਲੱਡ ਪ੍ਰੈਸ਼ਰ ਨਾ ਸ਼ੂਟ ਕੀਤਾ, ਜਾਂ ਉਹਦੇ ਦਿਲ ਦੇ ਵਾਲ ਨਾ ਪਏ ਹੋਣ, ਤੇ ਜਾਂ ਉਹਨੂੰ ਸ਼ੂਗਰ ਨਾ ਹੋਵੇ, ਜਾਂ ਕੈਂਸਰ ਨਾ। ਇੱਕ ਦੱਸ ਦਿਓ। ਮਾਰ ਕੇ ਧਰ ਛੜੇ ਨੇ ਸਾਰੇ। ਜਿਨ੍ਹਾਂ ਨੇ ਅਹਿਮਦੀ ਛੱਡੀ ਹੈ ਉਹਨਾਂ ਨੂੰ ਮਾਰ ਕੇ ਰੱਖ ਦਿੱਤਾ ਇਹਨਾਂ ਨੇ, ਜ਼ਾਲਮਾਂ ਨੇ। ਉਹਨਾਂ ਦੀ ਜੋ ਫੈਮਿਲੀ ਨੂੰ ਇਹਨਾਂ ਟਾਰਗੇਟ ਕੀਤਾ ਹੈ, ਇਹ ਇੱਕ ਔਰਤ ਹੈ, ਕੱਲ ਪਰਸੋਂ ਦੀ ਗੱਲ, ਮਤਲਬ ਇੱਕ ਚੰਦ ਮਹੀਨਿਆਂ ਦੀ ਗੱਲ ਹੈ। ਉਹਨੂੰ ਇਹਨਾਂ ਨੇ ਉਹ ਕੀਤਾ ਹੈ, ਪਤਾ ਨਹੀਂ ਖਰਾਜ ਕੀਤਾ ਜਾਂ ਕੀ ਕੀਤਾ ਹੈ। ਉਹਦੇ ਬਾਪ ਦੀਆਂ ਤਸਵੀਰਾਂ, ਉਹਨੂੰ ਗਾਲਾਂ ਗੰਦੀਆਂ, ਉਹਨੂੰ ਜਨਾਬ ਘਰ ਗੰਦੇ ਫੋਨ, ਰਾਤ ਨੂੰ 1:30 ਵਜੇ ਫੋਨ ਕਰਨੇ, ਤੇਰੇ ਨਾਲ ਅਸਾਂ ਸ਼ਾਦੀ ਕਰਨੀ ਹੈ, ਤੇਰੇ ਨਾਲ ਅਸੀਂ ਤੇਰਾ ਰਿਸ਼ਤਾ ਚਾਹੀਦਾ ਹੈ। ਕੀ ਇਹਨਾਂ ਗੰਦ ਨਹੀਂ ਖਿਲਾਰਿਆ ਉਸ ਔਰਤ ਨਾਲ। ਚਲੋ ਕਿਸੇ ਵੇਲੇ ਲੜਾਈ ਤੇ ਕਿਸੇ ਮਰਦ ਔਰਤ ਦੀ ਵੀ ਹੋ ਸਕਦੀ ਹੈ, ਕੋਈ ਜਾਇਜ਼ ਨਜਾਇਜ਼ ਲਫ਼ਜ਼ ਕੋਈ ਬੰਦਾ। ਉਹ ਯਾਰ ਇੰਨਾ ਕਾਨਸਟੈਂਟਲੀ ਤੁਸੀਂ ਇੱਕ ਔਰਤ ਨੂੰ ਟਾਰਗੇਟ ਪੇ ਕਰਦੇ ਹੋ ਤੇ ਮੂੰਹ ਤੇ ਤੁਸੀਂ ਮੱਥੇ ਤੇ ਇਹ ਲਿਖ ਕੇ ਲਾਇਆ ਲਵ ਫਾਰ ਆਲ ਤੇ ਹੇਟਡ ਫਾਰ ਨਨ। ਜੋ ਉਸ ਔਰਤ ਨਾਲ ਇਹਨਾਂ ਨੇ ਗੱਲ ਹੈ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਣਾ, ਇਹ ਜਿਹੜੇ ਨੇ ਨਾ ਜਿਹੜਾ ਸਲੂਕ ਦਾ ਚੱਕਰ ਹੁੰਦਾ ਹੈ ਕਿ ਜਿਹੜਾ ਜਿਹਨੇ ਐਮਡੀਐਚ ਛੱਡੀ ਹੈ ਉਹਨਾਂ ਸਲੂਕ ਕੀ ਹੁੰਦਾ ਹੈ। ਜਿਹੜੇ ਸਲੂਕ ਕਰਨ ਵਾਲੇ ਨੇ ਨਾ ਇਹ ਆਪਣੀ ਜ਼ਾਤੀ ਤਾਕਤ ਵਿੱਚ ਆ ਕੇ ਇਹ ਗੱਲ ਕਰਦੇ ਨੇ। ਯਾਨੀ ਕਿ ਜਿਸ ਤਰ੍ਹਾਂ ਕੋਈ ਐਮਡੀਐਚ ਛੱਡ ਦੇ ਤੇ ਮੈਨੂੰ ਉੱਤੇ ਗੁੱਸਾ ਆਵੇ ਤੇ ਮੈਂ ਉਹਨੂੰ ਗੱਲਾਂ ਸੁਣਾਵਾਂ ਜਾਂ ਫੋਨ ਕਰਾਂ, ਜਾਂ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਮੇਰੀ ਔਕਾਤ ਹੈ ਮੈਂ ਉਹਦੇ ਮੁਤਾਬਕ ਉਹਦੇ ਨਾਲ ਗੱਲ ਕਰਾਂ। ਹਕੀਕਤ ਇਹੀ ਹੈ ਕਿ ਜਿਹਦੀ ਔਕਾਤ ਜਿਹੜੀ ਨਾ ਉਹ ਜਿੱਦਾਂ ਦੀ ਹੁੰਦੀ ਉੱਦਾਂ ਦੀ ਉਹ ਗੱਲ ਕਰਦਾ। ਅੱਛਾ, ਉਹ ਹੁਣ ਸਾਰੇ ਲੋਕ ਜਿਹੜੇ ਨੇ ਉਹਦੇ ਖਿਲਾਫ ਚੁੰਕੇ ਨਫ਼ਰਤ ਰੱਖਦੇ ਨੇ ਕਿ ਵੀ ਐਮਡੀਐਚ ਕਿਉਂ ਛੋੜੀ ਹੈ, ਸਾਡੀ ਬੇਇੱਜ਼ਤੀ ਹੋ ਗਈ ਹੈ। ਤੇ ਇਸ ਵਾਸਤੇ ਉਹ
ਜਿਹੜੇ ਸਮਝੋ ਗੰਦੇ ਲੋਕ ਨੇ ਉਹ ਗੰਦੀਆਂ ਗੱਲਾਂ ਉਹਦੇ ਨਾਲ ਕਰਦੇ ਨੇ ਜਾਂ ਤੰਗ ਕਰਨ ਵਾਲੀਆਂ ਗੱਲਾਂ ਕਰਦੇ ਨੇ। ਹਕੀਕਤ ਹੈ ਮੈਂ ਤੁਹਾਨੂੰ ਇੱਕ ਗੱਲ ਬੜੀ ਵਾਜ਼ੇ ਤੌਰ ਤੇ ਦੱਸਦਾ, ਤੁਸੀਂ ਕੋਈ ਇੱਕ ਬੰਦਾ ਮੈਨੂੰ ਦਿਖਾ ਦਿਓ ਕਿ ਜਿਹੜਾ ਜਮਾਤ ਤੋਂ ਨਿਕਲਿਆ ਹੋਵੇ ਔਰ ਬੰਦਾ ਨੇਕ ਹੋਵੇ। ਇਹ ਮੁਮਕਿਨ ਨਹੀਂ ਜੀ। ਕੁਛ ਨਾ ਕੁਛ ਉਹਨੇ ਕੀਤਾ ਹੁੰਦਾ। ਮੈਨੂੰ ਪਤਾ ਵੀ ਹੈਗਾ ਬਾਜ਼ਿਆਂ ਦਾ ਕਿ ਉਹਨਾਂ ਨੇ ਕੀਤਾ ਕੀ ਸੀ, ਕਿਉਂ ਉਹਦਾ ਇਖਰਾਜ ਹੋਇਆ ਸੀ। ਤੇ ਇਹ ਚੀਜ਼ਾਂ ਸਾਡੇ ਸਾਹਮਣੇ ਬਹੁਤ ਸਾਰੀਆਂ ਹੋਈਆਂ ਨੇ ਔਰ ਮੈਂ ਦੇਖੀਆਂ ਨੇ ਕਿ ਇਹ ਐਵੇਂ ਨਹੀਂ ਨਿਕਲਦੇ। ਕੋਈ ਨਾ ਕੋਈ ਇਸ ਕਿਸਮ ਦੀ ਵਜ੍ਹਾ ਹੁੰਦੀ ਹੈ ਜਿਹੜੀ ਗੈਰ ਅਖਲਾਕੀ ਹੁੰਦੀ ਹੈ ਜਾਂ ਇਸ ਕਿਸਮ ਦੀ ਬਗਾਵਤ ਦੀ ਕੋਈ ਗੱਲ ਹੁੰਦੀ ਹੈ। ਤਲੇ ਇੱਕ ਆਇਆ ਮਰਜ਼ਾਈ, ਇਹਨੂੰ ਮਿਊਟ ਕਰ ਦਿਓ। ਤੇ ਇਸ ਵਾਸਤੇ ਇਸ ਕਿਸਮ ਦੇ ਲੋਕ ਜਿਹੜਾ ਉਹਨਾਂ ਦਾ ਸਲੂਕ ਹੁੰਦਾ ਉਹ ਸਲੂਕ ਗਲਤ ਹੁੰਦਾ। ਉਹ ਲੋਕ ਇੰਡੀਵਿਜੂਅਲੀ ਤੌਰ ਤੇ ਆਪਣੇ ਤੌਰ ਤੇ ਕਰਦੇ ਨੇ। ਕੋਈ ਹੁਕਮ ਨਹੀਂ ਹੈ ਕਿ ਵੀ ਤੁਸੀਂ ਉਹਦੇ ਨਾਲ ਜਿਹੜਾ ਹੈ ਨਾ ਉਹ ਨਾਲ ਜ਼ੁਲਮ ਕਰੋ। ਹਾਂ, ਇਹ ਹੈ ਕਿ ਤੁਸੀਂ ਉਹਦੇ ਨਾਲ ਸੋਸ਼ਲ ਬਾਈਕਾਟ ਕਰੋ, ਜਿਹੜਾ ਕਿ ਇੱਕ ਹੱਕ ਤੇ ਬਣਦਾ ਹੈ ਕਿ ਸੋਸ਼ਲ ਬਾਈਕਾਟ ਦਾ, ਤਾਂ ਕਿ ਉਹ ਦੂਸਰਿਆਂ ਨੂੰ ਖਰਾਬ ਨਾ ਕਰੇ। ਅੱਛਾ, ਹੁਣ ਤੁਸੀਂ ਦੋ ਤਿੰਨ ਗੱਲਾਂ ਕਰ ਦਿੱਤੀਆਂ ਨੇ ਤੇ ਉਹਨਾਂ ਦੇ ਉੱਤੇ ਮਜ਼ੀਦ ਤਫਸੀਲ ਬਿਆਨ ਕਰਨ ਦੀ ਬਜਾਏ, ਕਿਉਂਕਿ ਜਦੋਂ ਬੰਦਾ ਜੌਬ ਤੇ ਹੁੰਦਾ ਨਾ ਫਿਰ ਉਹ ਕਾਪੀ ਪੈਨਸਲ ਲੈ ਕੇ ਨੋਟ ਨਹੀਂ ਕਰ ਰਿਹਾ ਹੁੰਦਾ, ਮੈਮਰੀ 'ਚ ਹੀ ਹੁੰਦੀਆਂ ਨੇ ਗੱਲਾਂ। ਪਹਿਲੀ ਤੇ ਗੱਲ ਹੈ ਵੀ ਕਿ ਉਹ ਜੋ ਮੈਂ ਗੱਲ ਕਰਨੀ ਸੀ ਉਹ ਥੱਲੇ ਰਾਜੂ ਰਾਕਟ ਭਾਈ ਵੀ ਕਰ ਰਹੇ ਨੇ ਕਿ ਜੇ ਜਮਾਤ ਦੇ ਵਿੱਚੋਂ ਨਿਕਲਣ ਵਾਲਿਆਂ 'ਚ ਤੁਹਾਨੂੰ ਕੋਈ ਬੰਦਾ ਐਸਾ ਨਹੀਂ ਨਜ਼ਰ ਆਉਂਦਾ ਤੇ ਜਮਾਤ ਦੇ ਵਿੱਚ ਕਿਹੜਾ ਨੇਕ ਹੈ? ਉਹਦਾ ਨਾਂ ਲਓ ਜਿਹਨੂੰ ਤੁਸੀਂ ਮੁੱਤਕੀ, ਪਰਹੇਜ਼ਗਾਰ ਤੇ ਦੀਨਦਾਰ ਸਮਝਦੇ ਹੋ। ਸਾਰੇ ਇਸ ਤਰ੍ਹਾਂ ਦੇ ਇਕੱਠੇ ਹੋਏ ਨੇ ਉੱਥੇ, ਉਹਨਾਂ 'ਚ ਕਿਹੜਾ ਨੇਕ ਹੈ? ਦੂਸਰੀ ਗੱਲ ਇਹ ਹੈ ਕਿ ਜਿਹੜਾ ਤੁਸੀਂ ਕਹਿੰਦੇ ਹੋ ਕਿ ਆਪਣੀ ਆਪਣੀ ਕੈਪੈਸਿਟੀ 'ਚ ਲੋਕ ਕਰਦੇ ਨੇ, ਨਹੀਂ ਇਹਦੇ ਨਾਲ ਵੀ ਮੇਰਾ ਇਤਫਾਕ ਨਹੀਂ ਹੈ। ਨਹੀਂ, ਜਿਹੜਾ ਤੁਸੀਂ ਪੁੱਛ ਕਿਹਾ ਨਾ ਕਿ ਵੀ ਕਿਹੜਾ ਨੇਕ ਹੈ, ਦੇਖੋ 10 ਬੰਦੇ ਚੋਰੀ ਕਰਦੇ ਨੇ, ਇੱਕ ਫੜਿਆ ਜਾਂਦਾ। ਹੁਣ ਬੰਦਾ ਕਹੇ ਕਿ ਜੀ ਉਹ ਬਾਕੀ 9 ਨੂੰ ਕਿਉਂ ਚੋਰੀ ਸਜ਼ਾ ਨਹੀਂ, ਬਈ ਉਹ ਫੜੇ ਨਹੀਂ ਗਏ। ਹਾਂਜੀ, ਕਰੋਗਾ ਲੱਗੇ। ਹਾਂ, ਉਹ ਫੜੇ ਨਹੀਂ ਗਏ, ਇਹ ਫੜੇ ਗਏ ਜਾਂ ਇਹਨਾਂ ਦਾ ਤੁਸੀਂ ਮਤਲਬ ਜਦੋਂ ਕੱਢਣਾ ਹੋਇਆ ਜਾਂ ਕੱਢ ਕੇ ਤੇ ਬਾਅਦ 'ਚ ਪਿੱਛੋਂ ਉਹਨਾਂ ਦੀਆਂ ਚੋਰੀਆਂ ਬਿਆਨ ਕਰਨੀਆਂ ਸ਼ੁਰੂ ਕਰ ਦਿੱਤੀਆਂ, ਮੈਂ ਇੰਝ ਮੰਨ ਲੈਣਾ ਵਾ। ਲੇਕਿਨ ਉੱਥੇ ਵੀ ਅੰਦਰ ਸਾਰਾ ਕੁਝ ਇਹੋ ਕੋਈ ਹੈ, ਜੋ ਕੁਝ ਬਾਹਰ ਆਇਆ ਨਾ ਉਹ ਦੇਖ ਦੇ ਅੰਦਰ ਸੀ ਤੇ ਉਹ ਬਾਹਰ ਆਇਆ, ਪਹਿਲੀ ਗੱਲ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਕਿ ਲੋਕੀ ਜਿਹੜੇ ਉਹਨਾਂ ਨੂੰ ਟਾਰਗੇਟ ਕਰਦੇ ਨੇ ਉਹ ਆਪਣੀ ਕੈਪੈਸਿਟੀ 'ਚ ਕਰਦੇ ਨੇ, ਨਹੀਂ, ਇਹ ਵੀ ਨਹੀਂ ਗੱਲ ਠੀਕ ਹੈ। ਇਹਦੇ ਬਾਰੇ ਜਮਾਤੀ ਲਿਟਰੇਚਰ ਭਰੇ ਹੈ ਜਿਹਦੇ 'ਚ ਦੀਨੀ ਗੈਰਤ, ਦੀਨੀ ਹਮੀਅਤ ਦਾ ਮੁਜ਼ਾਹਰਾ ਕਰਨ ਦੀਆਂ ਤਰਗੀਬਾਂ ਦਿਲਾਈਆਂ ਗਈਆਂ ਨੇ। ਉਹਨਾਂ ਨਾਲ ਸਲਾਮ ਨਾ ਲੈਣ ਦਾ, ਬਲਕਿ ਖੁਦ ਆਰਡਰ ਕਰਕੇ ਉਹਨਾਂ ਨਾਲ ਮੁਕਾਤੇ ਕੀਤਾ ਗਿਆ। ਮੁਕਾਤੇ ਜੈਸੀਆਂ ਟਰਮੀਨੋਲੋਜੀਜ਼ ਮੁਤਾਰਫ ਕਰਵਾਈਆਂ ਗਈਆਂ ਨੇ। ਇਹ ਫਲਾਣੇ ਬੰਦੇ ਨਾਲ ਮੁਕਾਤੇ ਵੇ, ਇਹਦੇ ਨਾਲ ਕਤਾ ਤਅੱਲਕ ਹੈ, ਇਹਦੇ ਨਾਲ ਗੱਲ ਨਹੀਂ ਕਰਨੀ, ਇਹਦੇ ਜਨਾਜ਼ੇ ਤੇ ਨਹੀਂ ਜਾਣਾ, ਇਹਦਾ ਕੋਈ ਮਾਰਜਤ ਫੂੜੀ ਤੇ ਨਹੀਂ ਜਾਣਾ, ਇਹਨਾਂ ਨਾਲ ਕਿਸੇ ਕਿਸਮ ਦੀ ਲੈਕ ਸਲੈਕ ਗਲੀ 'ਚ ਆਉਂਦੇ ਜਾਂਦੇ ਨਹੀਂ ਕਰਨੀਆਂ। ਇਹ ਸਾਰੀਆਂ ਚੀਜ਼ਾਂ ਜਮਾਤ ਦਾ ਤਬਲੀਗ ਹੈ, ਤਾਲੀਮ ਹੈ। ਇਹ ਨਹੀਂ ਕਿ ਜਿਹੜੇ ਇੱਥੇ ਛਾਪਰ ਚੁੱਕਣ ਵਾਲੇ ਜੱਟ ਬੈਠੇ ਨੇ ਆਪਣੀ ਕੈਪੈਸਿਟੀ 'ਚ ਪੇ ਕਰਦੇ, ਨਹੀਂ, ਇਹ ਜਮਾਤ ਦੀ ਤਾਲੀਮ ਹੈ। ਅੱਛਾ, ਤੁਸੀਂ ਇਹ ਦੱਸੋ ਕਿ ਇਹ ਜਿਹੜਾ ਇੱਕ ਬੰਦਾ ਜਮਾਤ ਤੋਂ ਨਿਕਲਦਾ ਹੈ, ਯਾਨੀ ਨਿਕਲਦਾ ਨਹੀਂ ਬਲਕਿ ਕੱਢਿਆ ਜਾਂਦਾ ਨਾ, ਜਿਹਨੂੰ ਕਿਹਾ ਜਾਂਦਾ ਕਿ ਵੀ ਤੂੰ ਜਮਾਤ ਤੋਂ ਬਾਹਰ ਹੈ ਜਾਂ ਨਿਜ਼ਾਮੇ ਜਮਾਤ ਤੋਂ ਬਾਹਰ ਹੈ, ਤਾਂ ਤੁਸੀਂ ਉਹਦੀ ਕੀ ਵਜ੍ਹਾ ਸਮਝਦੇ ਹੋ ਕਿ ਚੰਗਾ ਭਲਾ ਇੱਕ ਬੰਦਾ ਅਹਿਮਦੀ ਹੈ, ਉਹ ਆਪਣਾ ਆਉਂਦਾ ਹੈ, ਨਮਾਜ਼ਾਂ ਨਮੂਜ਼ਾਂ ਪੜ੍ਹਦਾ, ਜੁਮਾ ਸ਼ਮਾ ਪੜ੍ਹਦਾ, ਚੰਦੇ ਛੰਦੇ ਦਿੰਦਾ ਪਿਆ, ਜਲਸਿਆਂ ਸ਼ਾਮਲ ਹੁੰਦਾ ਪਿਆ, ਸਾਰਾ ਕੁਝ ਕਰਦਾ ਪਿਆ, ਜਾਂ ਅਗਰ ਉਹ ਨਹੀਂ ਵੀ ਕਰਦਾ ਪਿਆ, ਉਹ ਤੁਸੀਂ ਦੱਸੋ ਕਿ ਉਹਨੂੰ ਕੱਢਣ ਦਾ ਮਕਸਦ ਕੀ ਹੈ ਜਮਾਤ ਦਾ? ਹਾਂ, ਇਹ ਅੱਛੀ ਗੱਲ ਹੈ। ਉਹਨੂੰ ਕੱਢਿਆ ਜਾਂਦਾ ਹੈ। ਅੱਛਾ ਸਵਾਲ ਹੈ ਤੁਹਾਡਾ ਕਿ ਜਦੋਂ ਕਿ ਉਹ ਇੱਕ ਦੁੱਧ ਦੇਣੇ ਵਾਲੀ ਗਾਏ ਵੇ ਤੇ ਛੋਟੀ ਮੋਟੀ ਲੱਤ ਵੀ ਮਾਰ ਦੇ ਤੇ ਬਰਦਾਸ਼ਤ ਕਰਨੀ ਚਾਹੀਦੀ। ਉਹ ਤੇ ਚੰਦਾ ਦਿੰਦਾ ਪਿਆ। ਮੈਂ ਵੀ ਸਮਝਣਾ ਤੁਹਾਡੀ ਗੱਲ ਨੂੰ ਕਿ ਤੁਹਾਡੀ ਗੱਲ ਬੜੀ ਜੈਨੂਇਨ ਹੈ, ਲੇਕਿਨ ਜਮਾਤ-ਏ ਅਹਿਮਦੀਆ ਦੇ ਵਿੱਚ ਸਭ ਤੋਂ ਵੱਡਾ ਜੁਰਮ ਹੈ ਵੇ ਕਿ ਤੁਸੀਂ ਜਮਾਤ-ਏ ਅਹਿਮਦੀਆ ਦੇ ਵਿੱਚ ਰਹਿ ਕੇ ਤੇ ਇਹਨਾਂ ਦੇ ਜਮਾਤ ਦੇ ਨਜ਼ਰੀਆਤ ਦੇ ਉੱਤੇ ਕੁਐਸਚਨ ਮਾਰਕ ਉਠਾਓ। ਤੁਸੀਂ ਕਿਸੇ ਕਿਸਮ ਦਾ ਸਵਾਲ ਕਰੋ ਕਿ ਸਾਡੇ ਮਸੀਹ ਮਊਦ ਨੇ ਕਿਉਂ ਲਿਖਿਆ, ਸਾਡੇ ਮੁਸਲਿਮ ਮਊਦ ਨੇ ਇਹ ਗੱਲ ਕਿਉਂ ਕੀਤੀ, ਸਾਡੇ ਖਲੀਫਾ ਸਾਹਿਬ ਦੀ ਇਸ ਗੱਲ ਦਾ ਕੀ ਮਤਲਬ ਹੈ। ਸਵਾਲ ਉਠਾਉਣਾ ਉੱਥੇ ਸਰ ਹਰਾਮ ਹੈ। ਔਰ ਇਹ ਵੀ ਨਹੀਂ ਕਿ ਇਹ ਵੀ ਆਪਣੀ, ਇਹ ਵੀ ਖਲੀਫਾ ਸਾਹਿਬ ਦੀ ਤਲੀਮ ਹੈ। ਇਹ ਕੱਲ ਦੀ ਜਿਹੜੇ ਨੇ ਅਸਲ ਵਿੱਚ ਅੱਜ ਵੀ ਕਰਨਾ ਪਿਆ, ਇਹ ਵੀ ਨਹੀਂ ਕਿ ਹੁਣ ਵੀ ਮੈਂ ਕਦੇ ਕੀਤੇ। ਹੁਣ ਸਵਾਲ ਕਰਨ ਦਾ ਆਪਣਾ ਇੱਕ ਅੰਦਾਜ਼ ਹੁੰਦਾ ਹੈ। ਇੱਕ ਸਵਾਲ ਹੁੰਦਾ ਹੈ ਜਾਣਨ ਵਾਸਤੇ, ਇੱਕ ਸਵਾਲ ਹੁੰਦਾ ਹੈ ਟਾਰਗੇਟ ਕਰਨ ਵਾਸਤੇ, ਤੇ ਉਹਦੇ 'ਚ ਫਰਕ ਹੈ।
ਯਾਨੀ ਆਦਮੀ ਆਪਣੇ ਤੌਰ ਤੇ ਸਮਝ ਜਾਂਦਾ ਕਿ ਵੀ ਇਹ ਚੀਜ਼ ਤੇ ਹੈ ਗਲਤ, ਲਿਹਾਜ਼ਾ ਮੈਂ ਅਗਲੇ ਦੇ ਮੂੰਹ ਤੇ ਮਾਰਾਂ, ਦੇ ਹੁਣ ਇਹਦਾ ਜਵਾਬ। ਤੇ ਕਰਦਾ ਪਿਆ ਤੇ ਉਸ ਤੋਂ ਹੀ ਬੰਦਾ ਪਹਿਚਾਣਿਆ ਜਾਂਦਾ ਹੈ। ਤੇ ਇਸ ਵਾਸਤੇ ਇਹ ਤੁਹਾਡੀ ਗੱਲ ਗਲਤ ਹੈ ਕਿ ਜੀ ਸਵਾਲ ਕਰਨਾ ਗਲਤ। ਮੈਂ ਬਹੁਤ ਸਾਰੇ ਸਵਾਲ ਮੈਂ ਕਰ ਚੁੱਕਿਆ। ਇਹਦੇ ਤੇ ਮਜ਼ੀਦ ਇਹਦੇ ਮੈਂ ਥੋੜੀ ਜਿਹੀ ਟਾਰਚ ਮਾਰਨਾ ਵਾ। ਗੁਜ਼ਾਰਿਸ਼ ਇਹ ਹੈ ਕਿ ਸਵਾਲ ਇੱਕ ਲਿਮਟ ਤੱਕ, ਹੱਦ ਤੱਕ ਰਹਿ ਕੇ ਕੋਈ ਬੰਦਾ ਕਰਦਾ ਹੈ ਤੇ ਉਹ ਚੰਦਾ ਵੀ ਨਾਲ ਦੇਈ ਜਾਂਦਾ ਹੈ ਤੇ ਬੜੇ ਅਦਬ ਔਰ ਇਤਰਾਮ ਨਾਲ ਸਵਾਲ ਕਰਦਾ ਹੈ ਤੇ ਉਹ ਕਿਸੇ ਹੱਦ ਤੱਕ, ਕਿਸੇ ਟਾਈਮ ਤੱਕ ਉਹਨੂੰ ਬਰਦਾਸ਼ਤ ਕਰਦੇ ਨੇ। ਤੁਹਾਡੇ ਖੁਦ ਚੌਥੇ ਖਲੀਫਾ ਮਿਰਜ਼ਾ ਤਾਹਿਰ ਦੀ ਵੀਡੀਓ ਮੇਰੇ ਕੋਲ ਮੌਜੂਦ ਹੈ, ਜਿਹਦੇ 'ਚ ਇੱਕ ਬੰਦੇ ਨੇ ਸਵਾਲ ਕੀਤਾ। ਉਹਨੇ ਆਖਿਆ ਤੂੰ ਜਦੋਂ ਸਵਾਲ ਕਰਨਾ ਇੰਜ ਦਾ ਕਰਨਾ ਹੈ, ਤੂੰ ਨਾ ਸਵਾਲ ਕਰਿਆ ਕਰ। ਜਰਮਨੀ ਦਾ ਬੰਦਾ ਹੈ, ਉਹਨੂੰ ਚੰਗੀ ਉਹਨੇ ਡਾਂਟ ਪਲਾਈ। ਜਿਹੜਾ ਬੰਦਾ ਇਹਨਾਂ ਦੇ ਅੱਗੇ ਸਵਾਲ ਅਦਬ ਔਰ ਇਤਰਾਮ ਦੇ ਦਾਇਰੇ ਦੇ ਅੰਦਰ ਰਹਿ ਕੇ ਹਜ਼ੂਰ ਹਜ਼ੂਰ ਕਰਕੇ ਕਰੇ ਤੇ ਨੀਵੀਂ ਜੀ ਆਵਾਜ਼ ਰੱਖ ਕੇ, ਮੱਠੀ ਜੀ ਆਵਾਜ਼ ਕਰਕੇ ਕਰੇ ਤੇ ਰੈਗੂਲਰ ਚੰਦਾ ਵੀ ਦੇ, ਉਹਨੂੰ ਆਂਦੇ ਨੇ ਵੀ ਇਹ ਦੁੱਧ ਦੇਣ ਵਾਲੀ ਗਾਂ ਹੈ ਤੇ ਚਲੋ ਲੱਤ ਲੁੱਤ ਮਾਰਦੀ ਪਈ ਹੈ ਤੇ ਚੱਲਣ ਦਿਓ ਕੰਮ। ਚਲਾਉਂਦੇ ਨੇ ਉਹਦੇ ਨਾਲ, ਕੋਸ਼ਿਸ਼ ਕਰਦੇ ਨੇ ਚੱਲ ਜੇ। ਲੇਕਿਨ ਜਦੋਂ ਕੋਈ ਸਵਾਲ ਐਡਾ ਸੰਜੀਦਾ ਹੋ ਜਾਂਦਾ ਹੈ ਕਿ ਉਸ ਬੰਦੇ ਦਾ ਈਮਾਨ ਹੀ ਡੋਲ ਜਾਂਦਾ ਹੈ ਕਿ ਬਈ ਇਹ ਤੇ ਸਾਫ਼ ਹੀ ਝੂਠ ਲਿਖਿਆ ਹੈ ਤਾਂ ਮੈਂ ਹੁਣ ਕੀ ਕਰਾਂ। ਜ਼ਾਹਿਰ ਹੈ ਕਿ ਉਹ ਸਵਾਲ ਕਰਨ 'ਚ ਥੋੜੀ ਜਿਹੀ ਸਖਤੀ ਕਰਦਾ ਹੈ। ਸਵਾਲ ਕਰਨ 'ਚ ਉਹ ਇਸ ਤਰ੍ਹਾਂ ਦਾ ਉਹਦਾ ਲਹਿਜਾ ਸਖਤ ਹੋ ਜਾਂਦਾ ਹੈ ਜਾਂ ਉਹਦਾ ਤਰੀਕਾ ਸਖਤ ਹੋ ਜਾਂਦਾ ਹੈ ਕਿ ਬਈ ਇਹ ਸਖਤੀ ਦੀ ਗੱਲ ਨਾ ਕਰੋ। ਇੱਥੇ ਆ ਕੇ ਤੁਹਾਨੂੰ ਸਖਤੀ ਥੋੜੀ ਥੋੜੀ ਜੀ ਲੱਗ ਰਹੀ ਹੈ। ਉਹ ਆਪਣੇ ਬਾਡੀ ਲੈਂਗੁਏਜ ਤੋਂ ਬਗਾਵਤ ਦਿਖਾ ਰਿਹਾ ਹੁੰਦਾ ਹੈ ਕਿ ਵੀ ਤੁਸੀਂ ਗਲਤ ਕਹਿ ਰਹੇ ਹੋ, ਮੈਂ ਸਹੀ ਕਹਿ ਰਿਹਾ। ਹਾਂ ਮੈਂ ਸਮਝ ਰਿਹਾ। ਮੈਂ ਸਰ ਉਹੀ ਤੁਹਾਡੇ ਵਾਲੀ ਗੱਲ ਕਰ ਰਿਹਾ। ਮੈਂ ਕੋਈ ਫਰਕ ਨਹੀਂ। ਰਾਜ ਸਾਹਿਬ ਇੱਕ ਮਿੰਟ ਮਿਊਟ ਰੱਖੋ। ਮੈਂ ਤੁਹਾਡੇ ਵਾਲੀ ਗੱਲ ਹੀ ਕਰ ਰਿਹਾ। ਮੈਂ ਕੋਈ ਅਲੱਗਾ ਗੱਲ ਨਹੀਂ ਕਰ ਰਿਹਾ ਕਿ ਜਦੋਂ ਉਹ ਇਸ ਹੱਦ ਤੱਕ ਸਖਤ ਸਵਾਲ ਕਰ ਰਿਹਾ ਇਹ ਮਸਲਾ। ਜਿਹੜਾ ਤੁਸੀਂ ਜਿਹੜੇ ਫਰਦ ਤੁਸੀਂ एक मिनट, मेरे पास सिर्फ 10 मिनट। ਜਿਹੜੇ ਫਰਦ ਤੁਸੀਂ ਜ਼ਿਹਨ 'ਚ ਰੱਖੇ ਨੇ ਨਾ ਕਿ ਜਿਹੜਾ ਸਵਾਲ ਕਰਦਾ ਹੈ ਔਰ ਉਹਦਾ ਜਵਾਬ ਨਹੀਂ ਹੁੰਦਾ ਤੇ ਫਿਰ ਉਹ ਦੁਬਾਰਾ ਅਗਰ ਸਵਾਲ ਕਰਦਾ ਹੈ ਜਾਂ ਜ਼ਿੱਦ ਕਰਦਾ ਹੈ ਤੇ ਉਹਨੂੰ ਫਿਰ ਇਸ ਤਰ੍ਹਾਂ ਕੀਤਾ ਜਾਂਦਾ ਹੈ। ਮੈਂ ਇਸ ਸਿਸਟਮ 'ਚ ਰਿਹਾ ਨਜ਼ੀਰ ਸਾਹਿਬ ਔਰ ਮੈਂ ਜਾਣਨਾ ਇਹੋ ਜਿਹੇ ਫੈਸਲਿਆਂ ਨੂੰ। ਮੈਂ ਉਹਦੇ ਸ਼ਾਮਿਲ ਵੀ ਹੁੰਦਾ ਰਿਹਾ। ਅਕਸਰੀਅਤ ਜਿਹੜੀ ਹੈ ਨਾ ਲੋਕਾਂ ਦੀ ਬਦਦਿਲ ਹੋਣ ਦੀ, ਉਹ ਜਮਾਤੀ ਫੈਸਲਿਆਂ ਤੋਂ ਹੁੰਦੀ ਹੈ। ਤੇ ਸਵਾਲਾਂ ਦੇ ਹਿਸਾਬ 'ਚ ਬਹੁਤ ਹੀ ਘੱਟ ਲੋਕ ਹੋਣਗੇ ਜਿਹੜੇ ਸਵਾਲ ਕਰਕੇ ਫਿਰ ਉਹਦੇ ਤੇ ਇਨਸਿਸਟ ਕਰਕੇ ਫਿਰ ਜ਼ਿੱਦ ਕਰਕੇ ਫਿਰ ਉਹ ਮਤਲਬ ਕਿ ਇਸ ਹੱਦ ਤੱਕ ਪਹੁੰਚੇ ਕਿ ਉਹਨਾਂ ਨੂੰ ਨਿਜ਼ਾਮੇ ਜਮਾਤ ਤੋਂ ਬਾਹਰ ਕੱਢਿਆ ਜਾਵੇ। ਇਹ ਤੁਹਾਨੂੰ ਖਾਲ ਹੀ ਨਜ਼ਰ ਆਏਗਾ। ਜ਼ਿਆਦਾਤਰ ਜਮਾਤ ਤੋਂ ਇਖਰਾਜ ਵਾਲੇ ਉਹ ਹੁੰਦੇ ਨੇ ਕਿ ਜਿਨ੍ਹਾਂ ਨੇ ਕੋਈ ਬਦ ਇਖਲਾਕੀ ਕੀਤੀ ਹੋਵੇ ਔਰ ਪਕੜੇ ਗਏ ਹੋਣ। और फिर किश्त भी 2-4 महीने दी लेट हो गया तो फिर तो मुनू अजाब है। अच्छा फिर ਉਹਦੇ ਖਿਲਾਫ ਕਿਸ ਤਰ੍ਹਾਂ ਦੀ ਗੱਲ ਗਲਤ ਹੈ। 11 12 ਸਾਲ ਲੋਕ ਚੰਦੇ ਨਹੀਂ ਵੀ ਦਿੰਦੇ, ਉਹਨਾਂ ਦਾ ਵੀ ਇਖਰਾਜ ਨਹੀਂ ਹੁੰਦਾ। ਸਹੀ ਗੱਲ ਹੈ ਡਾਕਟਰ ਮਾਸਟਰ ਸਾਹਿਬ ਜਾਂ ਮੈਂ ਗਲਤ ਕਹਿ ਰਿਹਾ? ਨਹੀਂ, ਠੀਕ ਕਿਹਾ ਤੁਸੀਂ। ਅੱਛਾ, ਉਹ ਫਿਰ ਜਦੋਂ ਉਸ ਫੈਸਲਾ ਜਿਹੜਾ ਕਰਦੀ ਹੈ ਜਮਾਤ, ਇੱਕ ਨਿਜ਼ਾਮ ਹੈ ਉਹਦੇ ਮੁਤਾਬਕ ਫੈਸਲਾ ਹੁੰਦਾ ਹੈ। ਅੱਛਾ, ਉਸ ਫੈਸਲੇ ਦੇ ਵਿੱਚ ਦੇਖੋ, ਉਹ ਫੈਸਲਾ ਚੰਦ ਲੋਕ ਕਰਦੇ ਨੇ, 4-5 ਲੋਕ ਬੈਠੇ ਹੁੰਦੇ ਨੇ, ਉਹ ਕਰਦੇ ਨੇ। ਉਹਨਾਂ ਕੋਲੋਂ ਗਲਤੀ ਵੀ ਹੋ ਸਕਦੀ ਹੈ। ਵੈਸੇ ਤੇ ਜਿਹੜਾ ਅਹਿਮਦੀ ਹੈ ਨਾ, ਉਹ ਕਹੇਗਾ ਜੀ ਮੈਂ ਤੇ ਜਾਨ ਹਾਜ਼ਰ ਹੈ ਮੇਰੇ ਜਮਾਤ ਵਾਸਤੇ। ਮਗਰ ਜਦੋਂ ਫੈਸਲਾ ਹੁੰਦਾ ਤਾਂ ਉਹ ਵਿਚਾਰਾ ਫੈਸਲਾ ਜਿਹੜਾ ਉਹ ਸਮਝਦਾ ਕਿ ਗਲਤ ਹੈ, ਉਹ ਵੀ ਨਹੀਂ ਬਰਦਾਸ਼ਤ ਕਰ ਸਕਦਾ। ਤੇ ਹੁੰਦਾ ਇਹ ਵੈ ਕਿ ਉਹ ਜਿਹੜਾ ਫੈਸਲਾ ਹੁੰਦਾ ਨਾ, ਉਦੋਂ ਜਦੋਂ ਉਹ ਨਹੀਂ ਮੰਨਦਾ ਤਾਂ ਉਹਦਾ ਇਖਰਾਜ ਹੁੰਦਾ। ਅਕਸਰੀਅਤ ਯਾਨੀ 85% ਇਖਰਾਜ ਜਿਹੜਾ ਹੈ ਨਾ, ਉਹ ਸਿਰਫ ਔਰ ਸਿਰਫ ਇਸ ਗੱਲ ਤੇ ਹੁੰਦਾ ਹੈ ਕਿ ਉਹ ਜਮਾਤ ਦਾ ਫੈਸਲਾ ਨਹੀਂ ਮੰਨਦਾ। ਇਹ ਤੁਸੀਂ ਇਸ ਵਕਤ ਯਕੀਨ ਕਰ ਲਓ। ਲੋਕਾਂ ਨੂੰ ਲਿਟਰੇਚਰ ਨਾਲ ਨਾ ਸ਼ਗਫ ਹੈ, ਨਾ ਉਹਨਾਂ ਦਾ ਜ਼ੌਕ ਹੈ, ਨਾ ਉਹਨਾਂ ਦੀ ਤਹਿਕੀਕ ਹੈ। ਲਿਟਰੇਚਰ ਦੇ ਬਾਰੇ ਸਵਾਲ ਜਵਾਬ ਬਹੁਤ ਘੱਟ ਕਰਦੇ ਨੇ ਬੰਦੇ। ਨਜ਼ਰੀਆਤ, ਅਕਾਇਦ ਦੇ ਬਾਰੇ ਸਵਾਲ ਕਰਨ ਵਾਲਿਆਂ ਦੀ ਤਾਦਾਦ ਘੱਟ ਹੈ। ਜ਼ਿਆਦਾਤਰ ਉਹਨਾਂ ਲੋਕਾਂ ਦੀ ਤਾਦਾਦ ਹੈ ਜਿਹੜੇ ਇਹਨਾਂ ਦੇ ਫੈਸਲਿਆਂ ਤੋਂ ਮੁਤਾਸਰ ਹੁੰਦੇ ਨੇ ਤੇ ਉਹ ਕਹਿੰਦੇ ਨੇ ਕਿ ਇਹ ਇਨਸਾਫ ਨਹੀਂ,
ਇਹਨਾਂ 'ਚ ਕੋਈ ਇਸਲਾਮ ਨਾਂ ਦੀ, ਇਨਸਾਫ ਨਾਂ ਦੀ ਕੋਈ ਗੱਲ ਪਾਈ ਨਹੀਂ ਜਾਂਦੀ। ਸਾਨੂੰ ਤੇ ਇਹ ਦੱਸਿਆ ਗਿਆ ਮਜ਼ਹਬੀ ਜਮਾਤ ਹੈ। ਮੇਰਾ ਤਾਂ ਘਰ ਉਜਾੜ ਕੇ ਰੱਖ ਛੜਿਆ ਹੈ, ਮੇਰੀ ਜਨਾਨੀ ਨੂੰ ਗੁੰਮਰਾਹ ਕਰਤਾ ਹੈ, ਮੇਰੇ ਇੰਜ ਕਰ ਦਿੱਤਾ, ਮੇਰਾ ਉਹ ਨੁਕਸਾਨ ਕਰ ਦਿੱਤਾ ਹੈ। ਜ਼ਿਆਦਾਤਰ ਲੋਕੀ ਜਿਸ ਵੇਲੇ ਉਹਦੇ ਤੋਂ ਮੁਤਾਸਰ ਹੋ, ਮਿਸਾਲ ਦੇ ਤੌਰ ਤੇ ਕਿ ਸ਼ੇਖ ਵਾਲੀ ਮਿਸਾਲ ਹੈ ਕਿ ਉਹਨਾਂ ਨੂੰ ਫੋਰਸ ਕੀਤਾ ਗਿਆ ਕਿ ਤੁਸੀਂ ਉਹਦੇ ਕੋਲੋਂ ਮਾਫੀ ਮੰਗੋ, ਜਦਕਿ ਉਹਨਾਂ ਦਾ ਕਸੂਰ ਹੀ ਕੋਈ ਨਹੀਂ ਸੀ। ਏਕੇ ਸ਼ੇਖ ਦਾ ਤਾਂ ਕਸੂਰ ਕੋਈ ਨਹੀਂ ਸੀ ਉਸ ਗੱਲ 'ਚ, ਲੇਕਿਨ ਜਦੋਂ ਉਹਨੂੰ ਧੱਕਾ ਦਿੱਤਾ ਗਿਆ ਕਿ ਤੂੰ ਥੱਲੇ ਹੋ, ਤੂੰ ਚੁੱਕ, ਉਹਨੇ ਆਖਿਆ ਉਹ ਕਿਹੜਾ ਖਲੀਫਾ ਹੈ ਦੁਨੀਆ ਦੇ ਉੱਤੇ ਜਿਹੜਾ ਮੈਨੂੰ ਵਨ ਵੇ ਤੌਰ ਤੇ ਆਰਡਰ ਦੇ ਰਿਹਾ ਹੈ? ਕਿਆ ਇਹ ਇਸਲਾਮ ਦੀ ਤਾਲੀਮ ਹੋ ਸਕਦੀ ਹੈ ਕਿ ਖਲੀਫਾ ਹੋ ਕੇ ਤੇ ਮੈਨੂੰ ਇਹ ਆਰਡਰ ਪੈ ਦਿੰਦਾ ਹੈ ਕਿ ਤੂੰ ਮਜ਼ਲੂਮ ਹੋਣ ਦੇ ਬਾਵਜੂਦ ਤੂੰ ਜ਼ਾਲਿਮ ਹੈ, ਤੂੰ ਉਹਦੇ ਕੋਲ ਮਾਫੀ ਮੰਗ। ਇਹੋ ਜਿਹੇ ਮਾਮਲਾਤ ਦੀ ਵਜ੍ਹਾ ਤੋਂ ਇਹ ਗੱਲ ਠੀਕ ਹੈ ਕਿ ਲੋਕ ਬਦਦਿਲ ਹੁੰਦੇ ਨੇ, ਬਿਲਕੁਲ ਦਰੁਸਤ ਹੈ, ਲੇਕਿਨ ਇਹਦੀ ਵਜ੍ਹਾ ਇਹ ਨਹੀਂ ਹੈ ਕਿ ਬਈ ਉਹ ਬਾਕੀ ਖਿਆਲਾਤ हाँ जी राजा साहब करो जल्दी जल्दी सवाल तुसी जेड़ा करना है। आमिर भाई मेरे दो कॉल ना मेरे बंगाल दे दोस्त ने मेरे कोलीग ने ऑफिस ਦੇ ਤੇ ਇਹਨਾਂ ਦੇ ਨਾਲ ਗੁਫ਼ਤਗੂ ਹੋ ਰਹੀ ਸੀ। ਇਹਨਾਂ ਨੂੰ ਮਿਰਜ਼ਾ ਸਾਹਿਬ ਦਾ ਪਤਾ ਹੈ ਕਿ ਉਹਨਾਂ ਕੋ ਨਬੂਵਤ ਦਾ ਦਾਵਾ ਕੀਤਾ, ਲੇਕਿਨ ਉਹਨਾਂ ਨੂੰ ਕੋਈ ਹਿਸਟਰੀ ਦਾ ਨਹੀਂ ਪਤਾ ਹੈਗਾ ਕਿ ਉਹਨਾਂ ਦੇ ਦਾਵਾਜਾਤ ਕੀ ਨੇ। ਤੇ ਉਹ ਰੋਲਾ ਪੇ ਹੈ ਕਿ ਉੱਥੇ ਕੋਈ ਬੰਗਾਲ 'ਚ ਉਹਨਾਂ ਨੂੰ ਗੈਰ ਮੁਸਲਿਮ ਕਰਾਰ ਦਿੱਤਾ ਜਾਏਗਾ। ਉਹ ਪੁੱਛਣਾ ਚਾਹ ਰਹੇ ਨੇ ਥੋੜੀ ਜਿਹੀ ਮਿਰਜ਼ਾ ਸਾਹਿਬ ਦੀ ਤਫਸੀਲ ਔਰ ਉਹਨਾਂ ਦੇ ਕਿਹੜੇ ਕਿਹੜੇ ਦਾਅਵੇ ਨੇ। वालेकुम सलाम। आवाज इनकी नहीं आ रही अभी मुझे। जी अमर भाई सुन रहे ने हो? हाँ हाँ नहीं वो पंजाबी नहीं समझ सकनगे ना, समझते ना पंजाबी? उर्दू ही हिंदी समझते हैं, उर्दू समझ जाएंगे। हाँ उर्दू में बात करना उनको बताना इस तरह से फौरी तौर पर थोड़ा मुश्किल है, लेकिन मैं फिर भी कुछ ना कुछ वजाहत कर देता हूँ कि मिर्ज़ा कादियानी ने जो दावा किया है मसीह मऊद होने का, ज़िल्ली बरूज़ी तौर पर नबी होने का, खुदा का बेटा होने का इस्तिआरा के रंग में, इसी तरह से इमाम महदी होने का दावा किया। फिर ये कहा कि जो इन दावों को नहीं मानता वो दायरा इस्लाम से खारिज है, वो मुसलमान ही नहीं है, और अपने आप को उसने मसीह अलैहिस्सलाम की जगह पर खड़ा करके कहा कि मसीह अलैहिस्सलाम फौत हो गए हैं, मैं उनकी जगह पर जिस मसीह इब्ने मरियम के आने का बुखारी और मुस्लिम में ज़िक्र है और मुसलमान सारे जानते हैं कि ईसा अलैहिस्सलाम ने क़यामत से पहले नज़ूल फरमाना है और महदी, इमाम महदी भी होंगे उस दौर में जिसका बुखारी और मुस्लिम में तज़किरा है। तो मिर्ज़ा साहब ने कहा वो मसीह और महदी एक ही शख्सियत है, मैं ही वो शख्सियत हूँ, मैं ही मसीह हूँ, मैं ही महदी हूँ, मेरी हर बात को मानो। मेरे साथ खुदा कलाम करता है, मेरे ऊपर वही करता है, और इस वही पर जो मेरे पर नाजिल होती है इस पर मैं ऐसे ही ईमान रखता हूँ जिस तरह कुरान पर, तौरात पर, इंजील पर, ज़बूर पर, मैं इसको ऐसा ही एक यकीनी कलाम मानता हूँ। इनका वो यकीनी कलाम, वो इल्हामी कलाम, वो वहियाँ वो इकट्ठी करके एक किताब में तज़किरा उसका नाम है, और लाहौरी ग्रोह का नाम है, क्या नाम है निडो, लाहौरी ग्रोह वालों ने उसका नाम रखा हुआ है अल बुशरा। तो इन्होंने कादियानी ग्रोह ने, ये दो ग्रोह बड़े बने हुए हैं, कादियानी ग्रोह ने उसका नाम रखा हुआ है तज़किरा। तो वो कुरान की तरह मजमुआ है इल्हाम का, वही का, तो उसके ऊपर जो वही और इल्हाम नाजिल होता है वो उसको कुरान की तरह जानता है। इस तरह के उसके दावा जात हैं। फिर और भी कुरान के अंदर असल सिर्फ ये नहीं है कि उसने अपने दावे कर दिए कि मैं ये हो गया, मुझे ये मान लो, ये मान लो। मसला ये है कि उसका दावा ये है कि मैं मुसलमान हूँ, जो मेरी बात नहीं मानेगा वो मुसलमान नहीं है, एक बात। दूसरी बात यह है कि शरीयत के जो मानी मैं बता रहा हूँ, मिसाल के तौर पर कुरान में सूरह आल इमरान में लिखा हुआ है ना कि ईसा अलैहिस्सलाम के जो मौजज़ात हैं, नाबीना को, कोढ़ी को हाथ लगाते थे जिसको जज़ाम होता था, अल्लाह ताला उसको शफा दे देता था। इवन मुर्दे को हाथ लगाते थे तो मुर्दा जिंदा हो जाता था। सूरह आल इमरान खोल कर देखें। और घर से लोग क्या खा के आते थे, वो कहते मैं तुम्हें बता दे तुम क्या खा कर आए हो। बहुत सारे उनके मौजज़ात थे ईसा अलैहिस्सलाम के। इसी तरह से मूसा अलैहिस्सलाम के मौजज़ात हैं, वो फ़िरौन के दरबार में गए और उनको जिस तरह ज़िंदगी में वाक़यात, जितने भी मौजज़ात, इब्राहीम अलैहिस्सलाम का एक मौजज़ा है, उनको आग में डाला गया, या सूरह बकरा की 285 नंबर आयत होगी
या 265 नंबर आयत होगी, जिसमें वो कहते हैं कि अल्लाह ताला को उन्होंने कहा या अल्लाह मैं जानना चाहता हूँ तो मुर्दों में से जिंदों को कैसे पैदा करता है। तो अल्लाह ताला ने कहा 4 परिंदे ले लो, उनको अपने साथ हिला लो, फिर ज़िबा करके पहाड़ों पर उनकी बोटियां फेंक दो, बीच में खड़े होकर आवाज़ दो, वो दौड़े चले आएंगे। वो मौजज़ा, इवन जितने भी मौजज़ात हैं, सुलेमान अलैहिस्सलाम का मौजज़ा हो गया, इब्राहीम अलैहिस्सलाम का मौजज़ा हो गया, किसी भी नबी का, इन तमाम मौजज़ात को मिर्ज़ा कादियानी इस तरह से मुस्तरद करते हैं। में नेचरियों का बड़ा जोर था। नेचरी वो हैं जो इन मौजज़ात की ऐसी बातल तवीलें करते हैं कि उनको वो लिटरल मीनिंग्स में नहीं मानते। मतलब ईसा अलैहिस्सलाम के बारे में जो लिखा हुआ, हम तो वैसे ही लिटरल मीनिंग उसके लेते हैं कि अगर कोई नाबीना है, ईसा अलैहिस्सलाम हाथ लगाते हैं, उसको शफा हुई है। अगर कोई मुर्दा है, ईसा अलैहिस्सलाम ने उस पर हाथ रखा है, वो उठ गया है, जिंदा हो गया है। परिंदे मिट्टी के बनाते थे और उनमें फूंक मारते थे, वो उड़ जाते थे, सिर्फ निशान दिखाने के लिए, मौजज़ा दिखाने के लिए, ताकि लोगों को यकीन आ जाए कि ये अल्लाह का नबी है और इसके ऊपर फरिश्ता नाजिल होता है, ये अल्लाह का पैगाम हमें दे रहा है। सारे नबियों को अल्लाह ताला ने मौजज़ा दिए हैं ताकि लोगों को यकीन आ जाए कि ये आम बंदा नहीं है बल्कि अल्लाह का नबी है। इन तमाम मौजज़ात का उसने इनकार किया है। लैलतुल कदर का उसने इनकार किया, कहता है लैलतुल कदर रात नहीं है, इन्ना अंज़लनाहु फी लैलतिल कदर। नबी अलैहिस्सलाम का मेराज लिखा हुआ है ना सूरा इसरा में, 15वां पारा जहाँ से शुरू होता है, सुबहान अल्लाज़ी अस्रा बिअब्दिही लैलन मिनल मस्जिदिल अक़सा लैलन मिनल मस्जिदिल हराम इलल मस्जिदिल अक़सा। वो कहता है कि नबी पाक का जिस्मानी मेराज नहीं हुआ, जिस्मानी तौर पर नबी अलैहिस्सलाम आसमान पर नहीं गए। और कहाँ गए? मस्जिद अक़सा कौन सी है? कादियान में है, पंजाब हिंदुस्तान, ज़िला गुरदासपुर का एक गांव है कादियान, जहां ये पैदा हुआ। वो कहता है कि यहाँ आए थे नबी पाक, मेराज की रात नबी अलैहिस्सलाम ने सफ़र यहाँ का किया था। इस तरह से उसने कुरान करीम के साथ हेरा फेरियाँ की हैं। कुरान करीम खोलें, शुरू में 3-4 आयत सूरा बकरा की लिखी हुई है, वल्लज़ीना युमिनूना बिमा उनज़िला इलैका व मा उनज़िला मिन क़ब्लिक व बिल आखिरति हुम यूक़िनून। इसका मतलब ये है कि ये वो लोग हैं, मोमिनों की अल्लाह ताला बयान कर रहा है सिफ़त, कि ये वो लोग हैं जो उस पर ईमान लाए जो ए नबी सल्लल्लाहु अलैहि वसल्लम आप पर नाजिल हुआ और जो आपसे पहले लोगों पर, पहले नबियों पर नाजिल हुआ। वबिल आखिरत हम यूक़िनून, और जो आखिरत है उस पर ये ईमान रखते हैं। मिर्ज़ा कादियानी ने कहा कि इसका ये मतलब है कि ये वो लोग हैं जो उस पर ईमान रखते हैं जो नबी सल्लल्लाहु अलैहि वसल्लम आप पर नाजिल हुआ, जो आपसे पहले नबियों पर नाजिल हुआ, जो आपके बाद नाजिल होगा। यानी ये तज़किरा जो मिर्ज़ा कादियानी पर इल्हामात नाजिल हुए। इस तरह से मालिक यौमिद्दीन सूरा फातिहा पढ़ते हैं ना, सूरत फातिहा, मालिक यौमिद्दीन का क्या मतलब है? जी जी, क्या उसके बारे में, हाँ, उसके बारे में मिर्ज़ा कादियानी कहता है कि इससे मुराद, मालिक यौमिद्दीन से मुराद मसीह मौद का ज़माना है, मसीह मौद का दौर है। तो कुरान के साथ मैंने ये मिसालें इसलिए दी हैं कि कुरान के उसने ऐसे बातिल मानी बयान की और सारा बदल के रख दिया और कहने लगा कि जो ये मानी मानेगा वो मेरा मुत्तबे है, मेरा ताबेदार है, मेरी पैरवी करता है, वो जनती है, वो नाजी गिरोह है, वो मुसलमान है, दूसरे जितने हैं ये सब जहन्नमी हैं, दायरा इस्लाम से खारिज हैं। उसके बेटे ने कहा कि देखो, जो हमारे मिर्ज़ा गुलाम अहमद कादियानी को नहीं मानता, मसीह मऊद को नहीं मानता, वो ऐसे ही काफिर है जैसे कोई बंदा ईसा अलैहिस्सलाम का इनकार कर दे या मूसा अलैहिस्सलाम का इनकार कर दे या खुद नबी अलैहिस्सलाम का इनकार। जिस तरह पहले नबियों में से किसी एक नबी का इनकार बंदे को काफिर और दायरा इस्लाम से खारिज कर देता है, ऐसे ही मिर्ज़ा कादियानी के इनकार से बंदा दायरा इस्लाम से खारिज हो जाता है। तो इस तरह के उनके कुफरिया नज़रियात हैं, बहुत सारे बयान किए जा सकते हैं। मैंने शॉर्ट टाइम में आपको उनकी एक समरी सुनाई है कि इस तरह के उनके बातिल नज़रियात हैं। पाकिस्तान ने 1974 में कोई शरई फतवा नहीं दिया, बल्कि उसी फतवे को जो 1891 में उलमाए इस्लाम ने इस पर फतवा लगाया था, इसने 1891 में जब मसीह मऊद होने का दावा किया, उलमाए इस्लाम ने, उलमाए हिंदुस्तान ने, 200 के करीब उलमा ने इस पर फतवा दिया कि ये बंदा दायरा इस्लाम से खारिज है, ये मुसलमान नहीं है। ये फरिश्तों के बारे में ये अकीदा रखता है कि फरिश्ते सितारों की रूहें हैं और वो फरिश्ते ज़मीन पर नहीं उतरते। जिब्रील कभी भी नबी अलैहिस्सलाम पर मक्का या मदीना में नाजिल नहीं हुए। ये है मिर्ज़ा कादियानी का अकीदा कि कोई फरिश्ता ज़मीन पर नहीं उतरता। इवन जो मलकुल मौत है, जिसको है रूह कब्ज़ करने के लिए एक फरिश्ता अल्लाह ताला ने इज़राइल, उनकी ड्यूटी लगाई, वो कहता है इज़राइल भी ज़मीन पर नहीं आता, वो भी आके रूह नहीं कब्ज़ करता। जो जिब्रील नबी अलैहिस्सलाम को नज़र आते रहे या मूसा अलैहिस्सलाम या ईसा अलैहिस्सलाम पर वो नाजिल होते रहे,
وہ کہتا ہے یہ ایسے ہی ہے جیسے آئینے کے سامنے شیشے کے سامنے کھڑے ہو کے آپ اپنا عکس دیکھتے ہیں نا، ایسے ہی نبی جو ہے وہ اپنے دل میں اس کا تصور دیکھتا ہے اور وہ اس کی شکل متمثل ہو جاتی ہے، لیکن حقیقت میں کوئی فرشتہ زمین پر نہیں اترتا، بلکہ جو فرشتے ہیں وہ ستاروں کی روحیں ہیں۔ اگر وہ نیچے اتریں گے، زمین پر اتریں گے، تو یہ جو فلکی سسٹم ہے نا، جو فلکی نظام ہے ستاروں کا، جو سارا درم برم ہو جائے گا کائنات کا، تو وہ فرشتوں کے نزول کا منکر ہے، اسرائیل کا نزول کا منکر ہے، اسی طرح سے مسیح علیہ السلام کے نزول کا منکر ہے۔ اچھا، دجال کے بارے میں نبی علیہ السلام نے فرمایا کہ مسیح ابن مریم کے ہاتھوں دجال قتل ہوگا۔ وہ کہتا ہے دجال وہ نہیں ہے جو نبی پاک نے دجال تو یہ وہ کہتا ہے دجال وہ نہیں ہے جو نبی پاک نے دجال تو یہ پادری ہیں، عیسائی پادری ہیں، یہ انگریز دجال ہیں۔ اسی طرح سے یاجوج ماجوج کا قرآن میں ذکر ہے، وہ کہتا ہے یاجوج ماجوج سے مراد روس ہے۔ تو بہت ساری میں باتیں اور بھی بیان کر سکتا ہوں، مختصراً میں نے جو باتیں ذہن میں آئیں میں بیان کر دی ہیں۔ یہ سارا وہ کفر ہے جو 1891 میں علماء اسلام نے دیکھ پر اس پر فتویٰ لگایا تھا، لیکن 1974 میں پاکستان کی قومی اسمبلی نے اس کو قانونی طور پر علیحدہ کر دیا تھا کہ آپ مائنارٹی ہیں، آپ پاکستان کی جو مسلم میجورٹی ہے اس کا حصہ نہیں ہے۔ اتنی بات ہے، کیونکہ آپ پر فتویٰ ہے، آپ غیر مسلم ہیں۔ اب ہم نے سنا ہے کہ بنگلہ دیش میں بھی کوئی اس طرح کا ہونے والا ہے، اللہ کرے کہ بنگلہ دیش میں بھی ایسے ہو جائے۔ اگر وہاں پر کسی قسم کی کوئی ضرورت ہو رہنمائی کی، تو ان کی ساری کتابیں میں نے زبانی یاد کی ہوئی ہیں کہ بلائیں، اگر اسمبلی میں سے باہر آ کے میرا نام بدل دینا، اسمبلی میں انشاءاللہ آپ کے سارے علماء اور آپ کی ساری پارلیمنٹ بول کر کہے گی کہ اس کو پھانسی دو، یہ تو مرتد ہیں اور مرتد واجب القتل ہوتے ہیں، یہ تو اسلام کے نام پر کفر پھیلانا چاہتے ہیں، نام اسلام کا لیتے ہیں، ہے یہ سارا کفر، یہ زندقیت اسی کو کہتے ہیں۔ حدیثوں میں زندقہ کا لفظ آیا ہے نا، یہ زندقیت ہے کہ قرآن کے الفاظ وہی استعمال کیے جاتے ہیں، شریعت کے الفاظ وہی استعمال کیے جاتے ہیں، لیکن معنی اس کے غلط لیے جاتے ہیں۔ حضرت علی کا ایک واقعہ ہے کہ خارجیوں نے حضرت علی رضی اللہ تعالیٰ عنہ کو کہا کہ بھئی آپ نے اپنی جنگ کے لڑائی کے لیے جو فیصل مقرر کیے ہیں عمر بن عاص کو اور ابو موسیٰ اشعری کو، آپ نے قرآن کی خلاف ورزی کر دی ہے۔ قرآن تو کہتا ہے ان الحکم الا للہ، تو آپ نے ان کو حکم مقرر کر کے تو قرآن کا انکار کر دیا، آپ واجب القتل ہیں۔ یہ خوارج نے کیا۔ الباطل کلمہ صحیح ہے، الفاظ صحیح ہیں قرآن کے، ان الحکم الا للہ، لیکن اس کی مراد باطل ہے۔ جو یہ باطل مراد لے رہے ہیں یہ وہ نہیں قرآن بیان کر رہا، ایسے ہی مرزائیوں نے کیا ہے۔ بھائی قرآن میں آتا ہے ما کان محمد ابا احد من رجالکم ولکن رسول اللہ و خاتم النبیین، محمد صلی اللہ علیہ وسلم تم مردوں میں سے کسی کے باپ نہیں ہیں بلکہ اللہ کے رسول ہیں اور نبیوں کے سلسلے کو ختم کرنے والے ہیں، نبیوں کو ختم کرنے والے ہیں، خاتم النبیین ہے، یعنی آپ نے سلسلہ نبوت کو بند کر دیا آگے۔ تو مرزائیوں نے آیت یہی لکھی ہوئی ہے، معنی یہ کیا ہوا ہے کہ نبی علیہ السلام نے آ کے نبوت اجرا کیا ہے، نبوت جاری کی ہے۔ اب بتائیں اس طرح کی ہیرا پھیریاں قرآن سے کرے اور قرآن کے یہ معنی بیان کر کے مرزا قادیانی کو نبی بنانے کے لیے خاتم النبیین کا معنی بدل کے اجرائے نبوت وہاں سے، نبی پاک نے فرمایا انا خاتم النبیین لا نبی بعدی، میں خاتم النبیین ہوں، میرے بعد نبی کوئی نہیں۔ مرزا قادیانی کہتا ہے میں نبی اور رسول ہوں، جو نہیں مانتا وہ میرا انکار ایسے ہی ہے جیسے اللہ رسول کا انکار کر دیا۔ تو یہ اس کے کفریات ہیں چاند جو میں نے بیان کیے ہیں۔ اللہ کرے بنگلہ دیشی حکومت بھی ان پر ایسے ہی ایکشن لے جس طرح پاکستان میں لیا گیا ہے۔ ہماری دعائیں آپ کے ساتھ۔ مرزائیوں کو میرا خیال ہے کافی مسئلہ ہو گیا نیچے، وہ نیگیٹو براڈ ہیٹ اسپیچ ہیٹ اسپیچ۔ میں تو آپ کی باتیں کوٹ کر رہا ہوں، یہ باتیں آپ کی کتابوں میں لکھی ہوئی ہیں، میں کوئی اپنے پاس سے گھڑ گھڑ کے بیان کر رہا ہوں باتیں۔ نیگیٹو براڈ کہنا سے مرزائی لگ گئے نا چلے پھلے نیگیٹو پھلے تے بادشاہ انج نے جس طرح ہو۔ مجھے بلائیں بنگلہ دیش کی پارلیمنٹ میں، مجھے میرے پاس نیشنلٹی ہے، اٹالین نیشنلٹی ہے، مجھے ویزے کی بھی کوئی ایسی پرابلم نہیں ہے، میں آ سکتا ہوں، ٹکٹ بھی میں اپنے پاس سے لوں گا، صرف مجھے گورنمنٹ کی طرف سے انویٹیشن لے دیں۔ اگر ان کو دعوت دے کے ان کے خلیفہ کو بلائیں کہ بھائی آؤ مرزا مسرور آپ کے بارے میں فیصلہ کرنا، اپنا موقف سامنے رکھو، انشاءاللہ ان کے ایسے کفریات بیان کیے جائیں گے، یہاں جواب دے جائے میرا نام بدل دینا، یہ خود مان کے وہاں سے آئے گا کہ ہم مرتد ہیں، ہمارا اسلام سے کوئی لینا دینا نہیں ہے، ہم نے ایک نئی شریعت گھڑی ہے، سارا کچھ نیا گھڑ لیا ہے۔ ہمارے مسلمانوں کے دیکھو نبی کی بیویاں امہات المومنین ہیں نا، مومنوں کی، قرآن میں آتا ہے سورہ نور میں، ان کی اپنی ام المومنین ہے۔ مرزا قادیانی کی بیوی کو اس کو یہ ام المومنین کہتے ہیں، اس کے اپنے اہل بیت ہیں، وہ کہتا ہے یہ میرے اہل بیت ہیں، اپنے اس کے پانچ تن پاک ہیں،
अपने उसके 313 सहाबा बनाए हुए, लिस्ट बनाई हुई जामियात में लिखी हुई है, वो 313 सहाबा है मेरे। तो इस्लाम के पैरेलल एक पूरा मजहब बनाया गया है, इसका इस्लाम से कोई लेना देना नहीं। 313 में भी काम खराब है जी अंजामे आतम ठीक हो गया। अंजामे आतम 313 साहबियों की लिस्ट। बदल छो नाम, बदल छो। क्या बात है लामा साहब, जिंदाबाद। वैसे मिशन ਤੇ क्या करना चाहिए है कि ढूंढनी ਉਹ ਸ਼ੈ ਚਾਹੀਦੀ ਹੈ ਜਿਹਦਾ ਦਾਵਾ ਨਾ ਹੋਇਆ ਹੋਵੇ। ਜ਼ੁਲਕਰਨੈਨ ਦਾ ਵੀ ਹੋਇਆ ਹੈ, 313 ਦਾ ਵੀ ਹੋਇਆ ਹੈ। ਯਾਰ ਤੇ ਗੋਲ ਲੱਗਾ, ਸਕੋਰ ਲੱਗਾ, ਉਹਨੂੰ ਪੂਰਾ ਕਰੋ। ਇਹ ਥੱਲੋਂ ਰਿਪੋਰਟਾਂ ਮਾਰੀ ਜਾ ਰਹੇ ਨੇ, ਬਰਾੜ ਡਿੱਗੇ, ਸਾਰੇ ਡਿੱਗਾਂਗੇ। बहुत ज्यादा तकलीफ होगी। ऑटो क्लिकर ला देना, मैं भी लाया है। ऑटो क्लिकर ला दो, मैं 40,000 लाइक कर छड़े मैं कल्ले ने। कितने गोल लगा है, पूरा कर छड़ा दे भाई गोल केड़ा है। ਇਹਨਾਂ ਦੇ ਜਿੰਨੇ ਕੁਫਰੀਆਤ ਇੱਕ ਤਾਂ ਮੈਂ ਬਿਆਨ ਕੀਤੇ ਨੇ, ਅਗਰ ਇਹਨਾਂ ਨੂੰ ਤਫਸੀਲ ਨਾਲ ਕਿਤਾਬਾਂ ਖੋਲ ਕੇ ਬਿਆਨ ਕਰੀਏ ਨਾ, ਇਹਨਾਂ ਦਾ ਉੱਥੇ ਕੋਈ ਬੰਦਾ ਜਵਾਬ ਦੇ ਹੀ ਨਹੀਂ ਪਾਏਗਾ। ਇਹਨਾਂ ਦੇ ਕੁਫਰੀਆਤ ਦਾ ਇੰਨੇ ਕੁਫਰੀਆਤ ਨੇ ਤੇ ਜ਼ਬਾਨੀ ਗੱਲ ਕਰ ਦਿੱਤੀ। ਨਹੀਂ ਮੈਨੂੰ ਲੱਗਦਾ ਨਹੀਂ ਕੋ ਬੰਗਾਲੀਆਂ ਨੇ ਕੁਝ ਜ਼ਿਆਦਾ ਉਹਨਾਂ ਨੂੰ ਨੌਲੇਜ ਹੈ ਵੇ, ਕਿਉਂ ਸਾਰੇ ਲਿਟਰੇਚਰ ਯਾਰ ਉਰਦੂ ਦੇ ਅੰਦਰ। ਕੱਲ ਇੱਕ ਸੂਰੀ ਇੱਕ ਮਿਸਰੀ ਨੇ ਬਰਾੜ ਲਾਈ ਹੈ ਤੇ ਉੱਥੇ ਇੱਕ ਮਨਾਜ਼ਰਾ ਲਾਇਆ ਔਰ ਵੀ ਕਹਿ ਰਿਹਾ ਜੀ ਦੇਖੋ ਇੱਕ ਅਹਿਮਦੀ ਤੇ ਗੈਰ ਅਹਿਮਦੀ ਮੁਰੱਬੀ ਦਾ ਇੱਕ ਬੜੇ ਵੱਡੇ ਆਲਮ ਦੇ ਨਾਲ ਮੁਨਾਜ਼ਰਾ ਸੀ ਤੇ ਉਹਨਾਂ ਨੇ ਪੁੱਛਿਆ ਬਈ ਤੁਸੀਂ ਇਹਦੀ ਕਿਤਾਬ ਪੜ੍ਹੀ? ਤਾਂ ਉਹਨੇ ਕਿਹਾ ਹਾਂ ਅਸੀਂ ਪੜ੍ਹੀ ਹੈ। ਕਿਹਾ ਕਿਹੜੀ? ਕਹਿੰਦਾ ਬਰਾਇਨ ਅਹਿਮਦੀਆ। ਤੇ ਕਹਿੰਦਾ ਉਹਨੇ ਉੱਥੇ ਝੂਠ ਫੜ ਲਿਆ ਮੁਰੱਬੀ ਸਾਹਿਬ ਨੇ। ਉਹਨੇ ਕਿਹਾ ਇੱਧਰ ਤੇ ਉਹ ਤੇ ਹੈ ਹੀ ਉਰਦੂ ਦੇ ਅੰਦਰ, ਤੂੰ ਕਿਸ ਤਰ੍ਹਾਂ ਪੜ੍ਹ ਲਈ ਹੈ? ਤੇ ਕਹਿੰਦਾ ਮੈਂ ਤਰਜਮਾ ਕੀਤਾ। ਉਹ ਕਹਿੰਦਾ ਜ਼ਿੰਦਗੀ 'ਚ ਤਰਜਮਾ ਹੀ ਨਹੀਂ ਆਇਆ। ਮੈਂ islam.org ਖੋਲ ਕੇ ਵਿਖਾਇਆ, ਮੈਂ ਕਿਹਾ ਯਾਰ ਲਾਂਤੀਓ 4 ਤਰਜਮੇ ਤੇ ਇੱਥੇ ਪਏ ਨੇ, ਪਹਿਲੀ, ਦੂਸਰੀ, ਤੀਸਰੀ, ਚੌਥੀ ਦਿਲ ਦਾ। ਤੇਰੀ ਭੈਣੋਂ ਤੇ ਤੇਰੀ ਮਾਂ ਨੂੰ ਤਾਂ ਨਾਲ ਹੀ ਥੱਲੇ ਲਾ ਛੜਿਆ। ਅਰਬੀ ਮਰਜ਼ੀਆਂ ਦਾ ਵੀ ਇਹੀ ਹਾਲ ਹੈ। ਅੱਛਾ ਆਮਰ ਭਾਈ, ਮੈਂ ਅੱਜ 1930 ਦਾ ਇੱਕ ਪੜ੍ਹਦਾ ਹਾਂ ਪਿਆ ਸਫਾ, ਮੈਨੂੰ ਇੱਕ ਮਿਲਿਆ ਤੇ ਉਹਦੇ ਵਿੱਚ ਜਿਹੜੇ ਮੌਜੂਜ਼ਾਤ ਨੇ ਨਾ, ਇਹਨਾਂ ਦੇ ਬਾਰੇ ਚ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਖੀਆਂ ਨੇ ਕਿ ਇਹ ਜਿਹੜਾ ਪੱਥਰ ਤੇ ਮਾਰਿਆ ਜੀ, ਅਸਾ ਮਾਰਿਆ ਤੇ 12 ਚਸ਼ਮੇ ਨਿਕਲ ਆਏ, ਤੇ ਸਮੁੰਦਰ ਨੂੰ ਮਾਰਿਆ ਵਿੱਚ ਸੋਟਾ ਤੇ 2 ਟੁਕੜੇ, ਮਤਲਬ 2 ਹਿੱਸਿਆਂ 'ਚ ਵੱਟ ਗਿਆ। ਇਹੋ ਜਿਹੀਆਂ ਚੀਜ਼ਾਂ ਅਗਰ ਵਧੀਆ ਮਹਾਰਾਜ ਲਿਖਿਆ ਜੀ, ਅਗਰ ਇਹੋ ਜਿਹੀਆਂ ਚੀਜ਼ਾਂ ਅਸੀਂ ਪੇਸ਼ ਕਰੀਏ ਤੇ ਮਿਰਜ਼ਾ ਕਾਦੀਆਨੀ ਸਾਹਿਬ ਜਿਹੜੇ ਨੇ ਉਹਨਾਂ ਦੇ ਜਿਹੜੇ ਮੌਜੂਜ਼ਾਤ ਨੇ ਕਿ ਮਤਲਬ ਦੁਆ ਕੀਤੀ ਤੇ ਉਹ ਟੱਟੀਆਂ ਸਹੀ ਹੋ ਗਈਆਂ ਤੇ ਇਸ ਤਰ੍ਹਾਂ ਦੇ ਮਤਲਬ ਚੀਜ਼ਾਂ, ਤੇ ਅੰਦਰ ਅੱਗੇ ਬੜਾ ਨੁਕਸਾਨ ਹੁੰਦਾ ਹੈ। ਇਸ ਵਾਸਤੇ ਕੁਰਾਨ ਦੀਆਂ ਜਿਹੜੀਆਂ ਚੀਜ਼ਾਂ ਨੇ ਨਾ ਉਹ ਸਾਨੂੰ ਚੇਂਜ ਕਰਨੀਆਂ ਪੈਂਦੀਆਂ ਨੇ ਕਿ ਅਸੀਂ ਅਗਰ ਉਹੀ ਮੰਨ ਹੀ ਲਵੀਏ ਕਿ ਜਿਹੜੇ ਕੁਰਾਨ ਵਿੱਚ ਲਿਖੇ ਨੇ ਤੇ ਫਿਰ ਸਾਡੇ ਵਾਸਤੇ ਜਵਾਬ ਦੇਣਾ ਮੁਸ਼ਕਲ ਹੋ ਜਾਂਦਾ ਹੈ ਕਿ ਮਤਲਬ ਕੁਰਾਨ ਅਗਰ ਇਹ ਚੀਜ਼ਾਂ ਲਿਖਦਾ ਪਿਆ ਤੇ ਫਿਰ ਮਿਰਜ਼ਾ ਕਾਦੀਆਨੀ ਦੇ ਮੌਜੂਜ਼ਾਤ ਕਿਉਂ ਨਹੀਂ ਸਾਬਤ ਹੁੰਦੇ ਇਸ ਤਰ੍ਹਾਂ ਦੇ। ਉਹ ਹਾਲੇ ਮੈਂ ਅਖਬਾਰ ਕੋਲ ਹੀ ਡਾਊਨਲੋਡ ਕੀਤੀ, ਉਹਦੇ ਅੱਗੇ ਪਿੱਛੇ ਮੈਨੂੰ ਪੜ੍ਹਨਾ ਪਏਗਾ ਕਿ ਕੀ ਲਿਖੇ ਹੈ। ਮਤਲਬ ਕੁਰਾਨ ਦੇ ਮਾਨੀ ਵੀ ਇਹਨਾਂ ਚੇਂਜ ਕੀਤੇ ਨੇ ਇਸ ਵਾਸਤੇ। ਸਾਨੂੰ ਪਤਾ ਹੈ ਉਹਨਾਂ ਦੀ ਜ਼ਰੂਰਤ ਹੀ ਹੈ ਵੇ, ਇਹ ਉਹਨਾਂ ਦੀ ਜ਼ਰੂਰਤ ਹੈ। ਇਹਦੇ ਇਲਾਵਾ ਹੋਰ ਮਸਲਾ ਉਹਨਾਂ ਨੂੰ ਕੀ ਹੈ? ਮੁਸਲਮਾਨਾਂ ਵਾਲੇ ਅਕਾਇਦ ਔਰ ਨਜ਼ਰੀਆਤ ਮੰਨਣ 'ਚ ਪ੍ਰੋਬਲਮ ਹੀ ਹੈ ਵੇ ਕਿ ਨਬੀਆਂ ਦੇ ਤਾਂ ਮੌਜੂਜ਼ਾਤ ਸਨ। ਬੰਦੇ ਪੁੱਛਦੇ ਸਨ ਤੁਹਾਡਾ ਕਿਹੜਾ ਮੌਜੂਜ਼ਾ ਹੈ? ਇਹ ਅੱਗੋਂ ਫਬੋਹੇ ਤੱਲਜ਼ੀ ਕਫਰ ਅੱਕਾ ਬੱਕਾ ਹੋ ਜਾਂਦਾ ਸੀ। नहीं अगले दिन किसी अहमदी ने पूछा भाई कि मिर्जा साहब ਦਾ ਕੀ ਮੌਜੂਜ਼ਾ ਨੇ? ਤੇ ਕਹਿੰਦਾ ਜਾ ਕੇ ਕੁਰਾਨ ਪੜ੍ਹੋ, ਵੇਖੋ ਮੌਜੂਜ਼ੇ ਕੌਣ ਮੰਨਦੇ ਸਨ ਨਬੀ ਕੋਲੋਂ, ਤੇ ਤੁਸੀਂ ਮੁਸ਼ਰਿਕੀਨ ਮੱਕਾ ਵਾਲੇ ਕੰਮ ਕਰਨ ਲੱਗੇ ਤੇ ਫਿਰ 10 ਲੱਖ ਮੌਜੂਜ਼ੇ ਕਿਹੜੀ ਸ਼ੈ ਦੇ ਸਨ? ये यहाँ तो ना लिखे मौजूदा तूने लिखे नहीं आपने। शेख बटालवी साहब ਨੂੰ ਕੁਰਸੀ ਨਹੀਂ ਮਿਲੀ ਤੇ ਇਹਨਾਂ ਦਾ ਪਛਾਣ ਹੋ ਗਿਆ। ਇੰਗਲਿਸ਼ ਦਾ ਲਫ਼ਜ਼ ਗਲਤ ਯਾਰ ਮੈਨੂੰ ਇੰਨਾ ਹਾਸਾ ਆ ਰਿਹਾ ਜਦੋਂ ਮੈਂ ਆਪਣੀ ਕੋਈ ਪੜ੍ਹੀ, ਮੇਰਾ ਬਹੁਤ ਹੀ ਹਾਸਾ ਆਇਆ। ਮੈਂ ਤੇ ਆਪਣੇ ਦੋਸਤਾਂ ਨੂੰ ਅਕਸਰ ਦੱਸਦਾ ਹੁੰਦਾ ਵਾ ਕਿ ਅਗਰ ਮਿਰਜ਼ਾ ਸਾਹਿਬ ਨੂੰ ਪਤਾ ਹੁੰਦਾ ਨਾ ਸੁਪਰਮੈਨ ਸਪਾਈਡਰਮੈਨ, ਉਹਨਾਂ ਨੇ ਉਹ ਵੀ ਦਵਾ ਠੋਕ ਕੇ ਜਾਣਾ ਸੀ ਕਿ ਉਹ ਵੀ ਮੈਂ ਹੀ ਆ। ਤੁਸੀਂ ਸੁਪਰਮੈਨ ਸਪਾਈਡਰਮੈਨ ਦੀ ਗੱਲ ਕਰਦੇ ਹੋ? ਉਹ ਜਿਹੜਾ ਉਹਨਾਂ ਨੇ ਬਣਵਾਇਆ ਹੈ ਮਿਨਾਰਤੁਲ ਮਸੀਹ, ਕਿਉਂ ਬਣਵਾਇਆ ਸੀ?
ਉਹ ਤਾਂ ਛਾਲ ਮਾਰਨ ਉਹ ਬਣਵਾਇਆ ਹੀ ਇਸ ਗੱਲੇ ਸੀ ਕਿ ਅਗਰ ਉਹ ਬਣ ਜਾਂਦਾ ਤੇ ਸੁਪਰਮੈਨ ਆ ਰਹੇ ਨੇ ਡਾਈਵ ਮਾਰਨੀ ਸੀ ਉੱਤੋਂ, ਜ਼ਰਦ ਚਾਦਰਾਂ ਬੰਨ ਕੇ ਨਾ ਲੱਕ ਦੁਆਲੇ ਤੇ ਇੱਕ ਸਿਰ ਦੇ ਉੱਤੇ ਲੈ ਕੇ ਤੇ ਨਹਾਣਾ ਸੀ। ਇਹ ਜੇ ਨਜ਼ੂਲੇ ਮਸੀਹ ਹੋਇਆ। ਹੁਣ ਵੀ ਤੁਸੀਂ ਨਾ ਮੰਨੋ ਫਿਰ ਤੁਹਾਡੇ ਜਿਹੜਾ ਵੱਧ ਵਕਤ ਪਾਉਣ ਆਪਣਾ ਭਾਵੇਂ ਝੱਗਾ ਪਾੜ ਦੇ। ਇੱਥੇ ਮੇਰਾ ਇੱਕ ਇਤਰਾਜ਼ ਹੈ ਜੀ, ਰਾਜੂ ਰੇਤ ਵਾਲੀ ਟਰਾਲੀ ਥੱਲੇ ਸਟਾ ਕੇ ਨਾ ਮਾਰ ਦੇਣੀ ਸੀ ਛਾਲ ਰਾਜੂ ਉੱਤੋਂ। ਸਾਹਿਬ ਤੁਸੀਂ ਜਮਾਤ ਦੇ ਅੰਦਰ ਹੋ ਮੇਰੀ ਗੱਲ ਸੁਣੋ, ਉਹ ਚਾਦਰ ਬਣ ਕੇ ਮਾਰਦੇ ਸੀ ਤੇ ਚਾਦਰ ਨੂੰ ਚਾਦਰ ਸਮਝ ਨਹੀਂ ਕੀਤਾ। ਇਹ ਲਾਰੀ ਨਾ ਕੀਤਾ ਦਾ ਸੁਪਰਮੈਨ ਹੁੰਦਾ। ਅਸਦ ਬਈ ਆਮਰ ਸਾਹਿਬ ਕਹਿੰਦੇ ਨੇ ਕਿ ਉਹ ਚਾਦਰ ਬਣ ਕੇ ਛਾਲ ਮਾਰੇ ਨਾ, ਤੇ ਮਿਰਜ਼ਾ ਸਾਹਿਬ ਤੇ ਚਾਦਰ ਨੂੰ ਚਾਦਰ ਲੈਂਦੇ ਹੀ ਨਹੀਂ, ਉਹ ਤੇ ਕੁਝ ਹੋਰ ਕਹਿੰਦੇ ਨੇ। ਉਨੀ ਦੇਰ ਹੀ ਸੀ ਨਾ ਜਿੰਨੀ ਦੇਰ ਉੱਤੋਂ ਉਹ ਚਾਦਰ ਬੰਨ ਕੇ ਥੱਲੇ ਨਹੀਂ ਆਵਣ, ਉਨੀ ਦੇਰ ਤੇ ਚਾਦਰਾਂ ਤੋਂ ਮੁਰਾਦ ਉਹ ਬਿਮਾਰੀਆਂ ਲੈਂਦੇ ਰਹੇ ਨੇ। ਲੇਕਿਨ ਉਹ ਆਂਦੇ ਨੇ ਜਦੋਂ ਜ਼ਾਹਿਰੀ ਰੰਗ 'ਚ ਪੇਸ਼ਗੀ ਪੂਰੀ ਹੋ ਜੇ ਤੇ ਫਿਰ ਉਹਦੇ ਰੂਹਾਨੀ ਮੈਨੇ ਲੈਣ ਦੀ ਜ਼ਰੂਰਤ ਹੀ ਨਹੀਂ। ਅਗਰ ਮਨਾਰਤੁਲ ਮਸੀਹ ਉਹਨਾਂ ਦੀ ਜ਼ਿੰਦਗੀ 'ਚ ਬਣ ਜਾਂਦਾ ਔਰ ਉੱਤੋਂ ਡਾਇਵ ਮਾਰ ਕੇ ਜ਼ਰਦ ਚਾਦਰਾਂ ਓਰੀਜਨਲ ਲੈ ਕੇ ਬੰਨ ਕੇ ਉੱਤਰ ਆਉਂਦੇ ਤੇ ਫਿਰ ਇਹ ਬਿਮਾਰੀਆਂ ਜਿਹੜੀਆਂ ਸਨ ਇਹਨੂੰ ਤੁਸੀਂ ਮਨਸੂਖ ਸਮਝ ਲਓ, ਫਿਰ ਮਿਟਾ ਹੁਆ ਸਮਝ ਲਓ ਇਸਕੋ ਨਿਸ਼ਾਨ ਕੋ। ਅੱਛਾ, ਉਹ ਜਿਹੜੀ ਤੁਸੀਂ ਉਹ ਕਹਿ ਰਹੇ ਸੋ ਨਾ, ਬੰਦੇ ਨੂੰ ਕਿਸ ਤਰ੍ਹਾਂ ਟੈਕਲ ਕੀਤਾ ਜਾ ਸਕਦਾ ਹੈ? ਹਰ ਸ਼ੈ ਦਾ ਜਵਾਬ ਰੈਡੀ ਰੱਖਿਆ। ਰੂਹਾਨੀ ਨਹੀਂ ਹੋਈ ਤੇ ਜਿਸਮਾਨੀ ਹੋ ਗਈ, ਜਿਸਮਾਨੀ ਨਹੀਂ ਹੋਈ ਤੇ ਫਿਜ਼ੀਕਲ ਹੋ ਗਈ, ਇੱਥੇ ਨਹੀਂ ਜ਼ਮੀਨ ਤੇ ਨਹੀਂ ਤੇ ਅਸਮਾਨ ਤੇ ਹੋ ਗਈ। ਉਹ ਬੰਦਾ ਮਰ ਚੱਲਾ ਹੈ ਸਾਇ ਮੂਸਾ ਵਾਲਾ, ਤਾਂ ਉਹਦੇ ਨਾਲ ਕਹਿੰਦਾ ਮਰਨ ਦੇ ਖੁਦਾ ਇਲਹਾਮ ਦੀ ਜਿਹੜੀ ਹੈ ਉਹ ਕਲਾਮ ਦੀ ਤਾਬੀਰ ਹੋ ਜਾਏਗੀ। ਨਹੀਂ ਤੇ ਉਹ ਅੱਜ ਖਲੀਫਾ ਸਾਹਿਬ ਅੱਜ ਵੀ ਇਹੀ ਕਰਦੇ ਨੇ ਕਿ ਅਗਰ ਹਰ ਵਕਤ ਨਾ ਐਲਾਨ ਕਰਦੇ ਨੇ। ਉਸ ਤੋਂ ਅਸੀਂ ਵੇਖਿਆ ਹੈਗਾ ਕਿ ਵਰਲਡ ਵਾਰ ਲੱਗਣ ਵਾਲੀ ਦੁਬਾਰਾ ਰਾਸ਼ਨ ਇਕੱਠਾ ਕਰ ਲਓ, ਤੇ ਉਹ ਲੋਕ ਰਾਸ਼ਨ ਇਕੱਠਾ ਕਰ ਲੈਂਦੇ ਨੇ ਤੇ ਬਾਅਦ ਚ ਫਿਰ ਕਹਿ ਹਟਦੇ ਨੇ ਕਿ ਦੇਖੋ ਵਰਲਡ ਵਾਰ ਇਸ ਵੇਲੇ ਲੱਗੀ ਕਿ ਸਾਡੀ ਦੁਆਵਾਂ ਅਹਿਮਦੀਆਂ ਦੀ ਕਬੂਲ ਹੋ ਗਈਆਂ, ਤੇ ਅਗਰ ਲੱਗ ਜਾਏਗੀ ਤੇ ਕਹਿਣਗੇ ਕਿ ਦੇਖੋ ਅਸੀਂ ਪਹਿਲੇ ਦੱਸੇ ਤੁਹਾਨੂੰ। ਦੋਵੇਂ ਪਾਸੇ ਬਿਲਕੁਲ ਇਹਦਾ ਹੀ ਨਾਮ ਰੱਖਿਆ। ਜਿਸ ਤਰ੍ਹਾਂ ਅਬਦੁੱਲਾ ਅਥਮ ਕੀ ਕਹਿੰਦਾ ਨਹੀਂ ਮਰੇ ਕਾ ਜੀ, ਇਹ ਤਾਂ ਸੇ ਨਹੀਂ ਮਰੇ ਨੇ ਤੌਬਾ ਕਰ ਲਈ ਵਿੱਚੋਂ ਦਿਲੋਂ, ਇਹ ਡਰ ਗਿਆ, ਇਹ ਹੁਣ ਇਹਨੇ ਮਰਨਾ ਹੀ ਮਰਨਾ ਹੈ। ਇੱਕ ਦਫਾ ਨਹੀਂ ਮਰੇ ਤੇ ਦੂਸਰੀ ਤੀਸਰੀ ਦਫਾ ਨੇ ਮਰਨਾ ਹੀ ਮਰਨਾ, ਸਮਝਿਓ। ਇਹਦੇ ਤੇ ਮੈਨੂੰ ਨਾ ਇੱਕ ਚੀਜ਼ ਯਾਦ ਆਉਂਦਾ, ਵਾਕਿਆ ਯਾਦ ਆਉਂਦਾ। ਉਹ ਕੌਣ ਸੀ ਜਿਹਦੇ ਬਾਰੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਖਬਰ ਦਿੱਤੀ ਸੀ ਕਿ ਇੱਥੇ ਮਰੇਗਾ, ਤੇ ਉਹ ਸਾਹਬੀ ਗਏ ਸਨ ਜਦੋਂ ਮਦੀਨੇ ਦੇ ਵਿੱਚ, ਤੇ ਉੱਥੇ ਜਾ ਕੇ ਉਹਨਾਂ ਫਰਮਾਇਆ ਸੀ ਕਿ ਉੱਥੇ ਜਾ ਕੇ ਕਤਲ ਹੋਏਗਾ, ਸਾਡੇ ਹੱਥੋਂ ਕਤਲ ਹੋਏਗਾ, ਤੇ ਉਹ ਆਪਣੇ ਉਹ ਘਰੋਂ ਨਹੀਂ ਸੀ ਨਿਕਲਦਾ। ਉਮਈਆ ਬਿਨ ਹਲਫ, ਮਤਲਬ ਵੇਖੋ ਨਬੀ ਨੇ ਤੇ ਖਬਰ ਦਿੱਤੀ ਤੇ ਪੂਰੀ ਕਿੰਜ ਹੋਈ, ਔਰ ਬੋਲ ਕੇ ਆਖਿਆ ਕਿ ਤੂੰ ਉੱਥੇ ਕਤਲ ਹੋਏਗਾ, ਤੇ ਉੱਥੇ ਹੀ ਕਤਲ ਹੋਇਆ, ਘਰੋਂ ਨਹੀਂ ਸੀ ਨਿਕਲਦਾ। ਇਹਨੂੰ ਆਦ ਨੇ ਪੇਸ਼ਨ ਕੋਈ ਪੂਰੀ ਹੋਣਾ। ਅੱਛਾ, ਕੱਲ ਮਮਦੀ ਬੇਗਮ ਦਾ ਪੋਤਰਾ ਬਿਠਾਇਆ ਹੋਇਆ ਸੀ ਉਹਨਾਂ ਨੇ, ਮਮਦੀ ਬੇਗਮ ਦਾ ਪੋਤਰਾ ਨਾਦਰ ਨੇ ਬਿਠਾਇਆ ਹੋਇਆ ਸੀ ਤੇ ਕਹਿੰਦਾ ਸੀ ਆ ਵੇਖੋ ਜੀ ਮੇਰੀ ਦਾਦੀ ਦਾ ਮੌਜਜ਼ਾ ਪੂਰਾ ਹੋ ਗਿਆ। ਠੀਕ ਨਜਰ ਭਾਈ ਰਸੂਲullah ਦੇ ਤੋਂ ਵੱਡੇ ਮੌਜਜ਼ਾ ਰਸੂਲullah ਨੇ ਗਜ਼ਵਾ ਖੈਬਰ ਦੇ ਮੌਕੇ ਬਦਰ ਦੇ ਮੌਕੇ ਤੇ ਆਖਿਆ ਸੀ ਕਿ ਇੱਥੇ ਫਲਾਂ ਦੀ ਲਾਸ਼ ਪਈ ਹੋਏਗੀ, ਇੱਥੇ ਫਲਾਂ ਦੀ ਪਈ ਹੋਏਗੀ, ਉੱਥੇ ਪਈ ਸੀ। ਫਿਰ ਖਾਲਜਾ ਨੇ ਜਿਹੜਾ ਗੁਰੂਹ ਸੀ ਨੂੰ ਖਬਰ ਪਹੁੰਚ ਗਈ ਸੀ ਕਿ ਮੈਂ ਕਤਲ ਹੋਣਾ ਇਹਨਾਂ ਦੇ ਹੱਥੋਂ, ਕਿ ਨਹੀਂ ਸੀ ਪਹੁੰਚੀ? ਬਿਲਕੁਲ। ਉਮਈਆ ਬਿਨ ਹਲਫ ਅੱਲਾਹ ਤਾਲਾ ਦਾ ਵੇਖੋ ਇੱਕ ਕਰਮ ਨਵਾਜ਼ੀ ਇਹ ਵੀ ਹੈ, ਠੀਕ ਹੈ, ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਮੌਜਜ਼ਾ ਇਹ ਵੀ ਹੈ ਕਿ ਉਹ ਅਗਰ ਚਾਹੁੰਦਾ ਤੇ ਸਪੈਸ਼ਲ ਕੋਈ ਤੇ ਮੁਤਰਾਦਫ ਇਹ ਚੀਜ਼ ਹੋ ਸਕਦੀ ਸੀ ਕਿ ਉਹ ਈਮਾਨ ਵੀ ਲਿਆ ਸਕਦਾ ਸੀ। ਉਹ ਈਮਾਨ ਲਿਆ ਕੇ ਵੀ ਇਹ ਗੱਲ ਕਰ, ਯਾਨੀ ਕਿ ਨਾਉਜ਼ ਬਿਲਾ ਮਿਨ ਜ਼ਾਲਕ, ਨਾਉਜ਼ ਬਿਲਾ ਮਿਨ ਜ਼ਾਲਕ। ਠੀਕ ਹੈ, ਮੈਂ ਈਮਾਨ ਤੇ ਉਹਦੀ ਤਾਂ ਦੂਰ ਦੀ ਗੱਲ ਹੈ। ਅਬੂ ਲਹਬ ਲਿਆ ਕਿਸ ਤਰ੍ਹਾਂ ਸਕਦਾ ਸੀ ਜਦੋਂ ਉੱਤੋਂ ਅਸਮਾਨ ਤੋਂ ਰੱਬ ਨੇ ਵਹੀ ਨਾਜ਼ਿਲ ਕੀਤੀ ਹੈ ਕਿ ਅੱਲਾਹ ਦੇ ਸੱਚੇ ਨਬੀ ਨੇ ਦੱਸਿਆ ਕਿ ਉਮਈਆ ਬਿਨ ਖਲਫ ਸਾਡੇ ਹੱਥੋਂ ਕਤਲ ਹੋਵੇਗਾ, ਤੇ ਈਮਾਨ ਕਿਸ ਤਰ੍ਹਾਂ ਲਿਆ ਸਕਦਾ ਸੀ? ਇਹ ਚੀਜ਼ ਸ਼ੁਕਰ ਹੈ ਬਿਆਨ ਕਰ ਦਿੱਤੀ ਜੀ। ਉਹ ਤੋਂ ਵੱਡਾ ਅਬੂ ਲਹਬ ਦੀ ਮਿਸਾਲ ਹੈ। ਅਬੂ ਲਹਬ ਦੇ ਬਾਰੇ ਜਦੋਂ ਆਇਤਾਂ ਨਾਜ਼ਿਲ ਹੋਈਆਂ ਨੇ ਉਹ ਤੋਂ ਕਈ ਸਾਲ ਤੱਕ ਜ਼ਿੰਦਾ ਰਿਹਾ। ਇਹ ਸਹੀ ਬੁਖਾਰੀ ਕਿਤਾਬੁਲ ਮਗਾਜ਼ੀ ਦੇ ਵਿੱਚ ਇਹ ਹਦੀਸ ਬੜੀ ਲੰਬੀ ਹੈ ਲਿਖੀ। ਸਾਦ ਬਿਨ ਮੁਆਜ਼ ਰਜ਼ੀ ਅੱਲਾਹ ਤਾਲਾ ਨੂੰ ਗਏ ਸਨ ਉਮਰਾ ਕਰਨ। ਜਦੋਂ ਉਹ ਮੱਕਾ 'ਚ ਗਏ ਤੇ ਉਹਨਾਂ ਦਾ ਐਸੀ ਵਾਕਫੀਅਤ ਦੇ ਨਾਲ ਉਮਈਆ ਬਿਨ ਖਲਫ ਨਾਲ ਦੋਸਤਾਨਾ ਕਹਿ ਲਓ, ਰਾਹੋ ਰਸਮ ਕਹਿ ਲਓ, ਕਿਉਂਕਿ ਜਿਹੜੇ ਮੁਸ਼ਰਿਕੀਨ ਮੱਕਾ ਸੀ ਉੱਥੋਂ ਲੰਘ ਕੇ ਜਾਂਦੇ ਸੀ ਨਾ, ਸ਼ਾਮ ਨੂੰ ਤਜਾਰਤ ਕਰਨ ਜਾਂਦੇ ਸੀ, ਤੇ ਉਹਨਾਂ ਨਾਲ ਕੋਈ ਵਾਕਫੀਅਤ ਹੈ ਸੀ। ਉਹ ਸਿੱਧੇ ਉਮਈਆ ਬਿਨ ਖਲਫ ਦੇ ਘਰ ਆਏ ਤੇ ਉਹਨਾਂ ਨੇ ਕਿਹਾ ਮੈਂ ਅੱਲਾਹ ਦੇ ਘਰ ਦਾ ਤਵਾਫ ਕਰਨਾ, ਤੇ ਮੈਨੂੰ ਉਸ ਵੇਲੇ ਲੈ ਕੇ ਜਾਈ ਅੱਲਾਹ ਦੇ ਘਰ
ਮੇਰੇ ਨਾਲ ਚੱਲੀ, ਜਿਸ ਵੇਲੇ ਉੱਥੇ ਕੋਈ ਹੈ ਤੇਰੇ ਇਹ ਸਿੰਘ ਬਰਾਦਰੀ ਮੌਜੂਦ ਨਾ ਹੋਵੇ, ਵੱਡੇ ਵੱਡੇ ਜਿਹੜੇ ਸਿੰਘ ਫਿਰਦੇ ਨੇ ਤੇਰੇ ਕੁਰੈਸ਼ ਦੇ ਸਰਦਾਰ, ਉਹ ਖੁਦ ਸਰਦਾਰ ਸੀ ਵੈਸੇ, ਤੋਂ ਉਮਈਆ ਬਿਨ ਖਲਫ ਵੀ ਸਰਦਾਰ ਸੀ, ਲੇਕਿਨ ਉਹਦੇ ਨਾਲ ਤੇ ਉਹਨਾਂ ਦਾ ਕੋਈ ਲੈਕਸ ਲੈ ਕੇ ਸੀ। ਉਹਨੇ ਕਿਹਾ ਯਾਰ ਆਪਣੇ ਸਿੰਘਾਂ ਤੋਂ ਮੈਨੂੰ ਬਚਾਈ, ਮੈਂ ਅੱਲਾ ਦੇ ਘਰ ਦਾ ਤਵਾਫ ਕਰਦਾ। ਉਹਨੇ ਕਿਹਾ ਠੀਕ। ਉਸ ਵੇਲੇ ਲੈ ਕੇ ਗਏ ਜਿਸ ਵੇਲੇ ਦੁਪਹਿਰ ਤੋਂ ਬਾਅਦ, ਯਾਨੀ ਤਪਸ਼ ਕਾਫੀ ਤੇਜ਼ ਹੁੰਦੀ ਹੈ ਨਾ ਉਸ ਵੇਲੇ ਜ਼ੋਰ ਵੇਲੇ, ਤੇ ਉਦੋਂ ਤੇ ਟੈਲਾਂ ਟੋਲਾਂ ਨਹੀਂ ਸਨ ਲੱਗੀਆਂ, ਬੜੀ ਜ਼ੋਰ ਦੀ ਗਰਮੀ ਸੀ। ਉਸ ਵੇਲੇ ਗਏ ਤੇ ਉਸ ਵੇਲੇ ਕਿਰੇ ਅਬੂ ਜਹਲ ਨਾਜ਼ਲ ਹੋ ਗਿਆ ਉੱਤੋਂ ਅਬੂ ਜਹਲ ਆ ਗਿਆ ਤੇ ਉਹ ਕੁਦਰਤੀ ਇਤਫਾਕਨ ਉੱਥੇ ਟਕਰਾਅ ਹੋ ਗਿਆ। ਉਹਨੇ ਸਿਆਣ ਲਿਆ ਸਰ, ਛੋਟਾ ਜਿਹਾ ਮੱਕਾ ਪਿੰਡ ਸੀ, ਤੇ ਉਹਨੇ ਕਿਹਾ ਬੰਦਾ ਬਾਹਰੋਂ ਆਇਆ, ਉਹਨੇ ਕਿਹਾ ਗੱਲ ਸੁਣ, ਤੂੰ ਯਸਰਬ ਤੋਂ ਆਇਆ? ਕਹਿੰਦਾ ਹਾਂ। ਕਹਿੰਦਾ ਗੱਲ ਸੁਣ, ਉਹ ਤੁਹਾਡੇ ਕੋਲ ਸਾਡੇ ਬੰਦੇ ਜਾ ਕੇ ਇੱਥੋਂ ਮੱਕਾ ਤੋਂ ਜਾ ਕੇ ਉੱਥੇ ਤੁਹਾਡੇ ਕੋਲ ਰਹਿੰਦੇ ਨੇ, ਤੇ ਤੁਸੀਂ ਉਹਨਾਂ ਨੂੰ ਉੱਥੇ ਪਨਾਹ ਦਿੱਤੀ ਹੈ, ਤੇ ਜੇ ਮੈਂ ਵੇਖ ਲੈ ਤੈਨੂੰ ਨਾ ਚਾਹਾਂ ਤੇ ਇੱਥੇ ਵੜਨ ਨਾ ਦਿਆਂ, ਅਗਰ ਮੈਂ ਨਾ ਚਾਹਾਂ ਤੇ ਤੂੰ ਇੱਥੇ ਅੱਲਾ ਦੇ ਘਰ 'ਚ ਵੜ ਨਹੀਂ ਸਕਦਾ, ਲੇਕਿਨ ਮੇਰੀ ਤਰਫੋਂ ਤੁਹਾਡੇ ਤੇ ਕੋਈ ਪਾਬੰਦੀ ਨਹੀਂ ਹੈ। ਤੇ ਚੌਧਰੀ ਇਹ ਤੇ ਲੀਡਰ ਸੀ ਨਾ, ਇਹਨੇ ਕਿਹਾ ਮੈਂ ਤੁਹਾਨੂੰ ਕਦੇ ਮਨਾ ਨਹੀਂ ਕੀਤਾ ਅੱਲਾ ਦੇ ਘਰ ਆਉਣ ਤੋਂ, ਤੇ ਮੈਂ ਨਾ ਚਾਹਾਂ ਤੇ ਤੁਹਾਨੂੰ ਮੈਂ ਇੱਥੇ ਵੜਨ ਨਾ ਦੇਵਾਂ, ਤੇ ਤੁਸੀਂ ਸਾਡੇ ਨਾਲ ਜ਼ਿਆਦਤੀ ਕੀਤੀ, ਤੁਸੀਂ ਸਾਡਿਆਂ ਬੰਦਿਆਂ ਨੂੰ ਆਪਣੇ ਸ਼ਹਿਰ 'ਚ ਪਨਾਹ ਦਿੱਤੀ। ਉਹ ਹਜ਼ਰਤ ਸਾਦ ਬਿਨ ਮੁਆਜ਼ ਰਜ਼ੀ ਅੱਲਾਹ ਤਾਲਾ ਉਹਨਾਂ ਦਾ ਵੀ ਕਹਿ ਲਓ ਵੀ ਗੁੱਸੇ ਨਾਲ ਥੋੜਾ ਜਿਹਾ ਕੰਟਰੋਲ ਲੂਜ਼ ਹੋਇਆ। ਉਹਨਾਂ ਕਿਹਾ ਗੱਲ ਸੁਣ, ਤੂੰ ਮੈਨੂੰ ਇੱਥੇ ਨਹੀਂ ਨਾ ਆਮਣ ਦੇਣ ਲੱਗਾ, ਅੱਲਾ ਦਾ ਘਰ ਤੇਰਾ ਤੇ ਨਹੀਂ ਹੈ, ਤੇ ਅੱਲਾ ਦਾ ਘਰ ਹੈ, ਤੇ ਜੇ ਤੂੰ ਇੱਥੇ ਕਬਜ਼ਾ ਕਰੋ ਬਣ ਜਾਏਗਾ ਤੇ ਮੈਨੂੰ ਇੱਥੇ ਵੜਨ ਨਹੀਂ ਦੇਣ ਲੱਗਾ, ਤੇ ਮੈਂ ਤੈਨੂੰ ਸ਼ਾਮ ਨਹੀਂ ਜਾਣ ਦੇਣ ਲੱਗਾ। ਤੂੰ ਮੇਰੇ ਦਰਵਾਜ਼ੇ ਤੇ ਕੋਈ ਲੰਘ ਕੇ ਜਾਣਾ ਨਾ ਸ਼ਾਮ ਤਜਾਰਤ ਵਾਸਤੇ, ਤੇ ਮੈਂ ਤੈਨੂੰ ਉੱਥੋਂ ਲੰਘਣ ਨਹੀਂ ਦੇਣਾ। ਚਲੋ ਜੀ, ਉਹ ਤੂੰ ਤਕਰਾਰ ਸ਼ੁਰੂ ਹੋ ਗਈ ਤੇ ਉਮਈਆ ਬਿਨ ਖਲਫ ਛਡਾਣ ਵਾਲਾ, ਛੱਡ ਦੋ। ਮੈਨੂੰ ਕਹਿੰਦਾ ਹਜ਼ਰਤ ਸਾਦ ਬਿਨ ਮੁਆਜ਼ ਨੂੰ ਕਹਿੰਦਾ ਉਹ ਹੌਲੀ ਗੱਲ ਕਰੋ, ਇਹ ਵਾਦੀ ਦਾ ਸਰਦਾਰ ਹੈ, ਤੁਸੀਂ ਆਵਾਜ਼ ਆਪਣੀ ਥੋੜੀ ਨਰਮ ਰੱਖੋ। ਉਹਨੇ ਕਿਹਾ ਗੱਲ ਸੁਣ, ਆਵਾਜ਼ ਨਰਮ, ਤੂੰ ਆਪ ਕਤਲ ਹੋਣਾ ਸਾਡੇ ਹੱਥੋਂ, ਅਨ ਕਰੀਬ ਸਾਡੇ ਨਬੀ ਨੇ ਦੱਸਿਆ, ਅਨ ਕਰੀਬ ਤੂੰ ਨਬੀ ਅਲੈਹਿਸ ਸਲਾਮ ਨੇ ਫਰਮਾਇਆ ਕਿ ਉਮਈਆ ਬਿਨ ਖਲਫ ਵੀ ਸਾਡੇ ਹੱਥੋਂ ਕਤਲ ਹੋਏਗਾ, ਤੂੰ ਆਪਣੀ ਤਿਆਰੀ ਕਰ। ਐਨੀ ਗੱਲ ਸੁਣਨ ਦੀ ਦੇਰ ਸੀ ਤੇ ਉਮਈਆ ਬਿਨ ਖਲਫ ਨੂੰ ਆਪਣੀ ਪੈ ਗਈ। ਉਹਨੇ ਕਿਹਾ ਲੈ ਮੈਂ ਉਹਨਾਂ ਨੂੰ ਛਡਾਣਾ, ਉਹਨਾਂ ਨੂੰ ਕੀ ਛਡਾਣਾ, ਮੇਰੀ ਤੇ ਆਪਣੀ ਜਾਨ ਸ਼ਿਕੰਜੇ ਅੰਦਰ ਆ ਗਈ। ਕਹਿੰਦਾ ਕਿਆ ਵਾਕਈ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ? ਕਹਿੰਦਾ ਹਾਂ ਬਿਲਕੁਲ, ਨਬੀ ਅਲੈਹਿਸ ਸਲਾਮ ਨੇ ਸਾਨੂੰ ਤੇਰੇ ਬਾਰੇ ਦੱਸਿਆ ਕਿ ਉਮਈਆ ਬਿਨ ਖਲਫ ਸਾਡੇ ਹੱਥੋਂ ਕਤਲ ਹੋਣ ਵਾਲਾ। ਤੇ ਕਹਿੰਦਾ ਯਾਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਕਦੇ ਕੋਈ ਗੱਲ ਗਲਤ ਨਹੀਂ ਨਿਕਲਦੀ। ਓ ਮਿਰਜ਼ਾਈਓ, ਉਹ ਦੁਸ਼ਮਣ ਹੈ, ਬਦਤਰੀਨ ਦੁਸ਼ਮਣ ਹੈ, ਉਹ ਦੁਸ਼ਮਣ ਹੈ ਜਿਹਦੇ ਦਿਲ ਤੇ ਮੋਹਰ ਲੱਗੀ ਹੈ। ਉਹ ਵੀ ਕਹਿੰਦਾ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਗੱਲ ਕਦੇ ਗਲਤ ਨਹੀਂ ਜੇ ਨਿਕਲਦੀ। ਓਏ ਆ ਤੂੰ ਕੀ ਖਬਰ ਮੈਨੂੰ ਸੁਣਾ ਦਿੱਤੀ ਏ? ਓਏ ਉਹਨਾਂ ਕੀ ਆਖਿਆ? ਕਿੱਥੇ ਕਤਲ ਹੋਵਾਂਗਾ ਮੈਂ, ਮੱਕੇ ਵਿੱਚ ਕਿ ਮਦੀਨੇ ਵਿੱਚ, ਕਿ ਕਿੱਥੇ ਮੈਂ ਉਹਨਾਂ ਦੇ ਹੱਥੋਂ ਕਤਲ ਹੋਣਾ? ਮੈਨੂੰ ਦੱਸ, ਮੈਂ ਆਪਣੀ ਇhtiyati ਪ੍ਰੀਕਾਸ਼ਨਰੀ ਮੈਜਰ ਲੈ ਲਾਂ। ਆਂਦਾ ਇਹ ਨਹੀਂ ਪਤਾ। ਸਾਦ ਬਿਨ ਮੁਆਜ਼ ਰਜ਼ੀ ਅੱਲਾਹ ਤਾਲਾ ਨੂੰ ਕਹਿੰਦੇ ਨੇ ਇਹ ਨਹੀਂ ਮੈਨੂੰ ਪਤਾ ਤੂੰ ਕਿੱਥੇ ਕਤਲ ਹੋਣਾ, ਲੇਕਿਨ ਇਹ ਉਹਨਾਂ ਦੱਸਿਆ ਕਿ ਉਮਈਆ ਬਿਨ ਖਲਫ ਅਨ ਕਰੀਬ ਸਾਡੇ ਹੱਥੋਂ ਕਤਲ ਹੋਣ ਵਾਲਾ। ਉਹ ਘਰ ਲੈ ਗਿਆ, ਛੁਡਾ ਕੇ ਨਾ ਲੜਾਈ ਨੂੰ ਖਤਮ ਕਰਾ ਕੇ ਘਰ ਲੈ ਗਿਆ ਹਜ਼ਰਤ ਸਾਦ ਬਿਨ ਮੁਆਜ਼ ਨੂੰ। ਜਾ ਕੇ ਆਪਣੀ ਬੀਵੀ ਨੂੰ ਕਹਿੰਦਾ ਇਹ ਸੁਣ ਮੇਰੇ ਦੋਸਤ ਨੇ ਕੀ ਖਬਰ ਦਿੱਤੀ ਹੈ। ਉਹ ਕਹਿੰਦਾ ਕਿ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਕਹਿੰਦੇ ਨੇ ਕਿ ਅਨ ਕਰੀਬ ਤੂੰ ਸਾਡੇ ਹੱਥੋਂ ਕਤਲ ਹੋਣ ਵਾਲਾ। ਉਹਦੀ ਬੀਵੀ ਵੀ ਕਹਿਣ ਲੱਗੀ, ਕਹਿੰਦੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਖਬਰ ਕਦੇ ਝੂਠੀ ਨਹੀਂ ਹੋਈ। ਉਹ ਮਰਜ਼ਾਈਓ, ਉਹ ਦਯੂਸੋ, ਉਹ ਕਿਸ ਦਜਾਲ ਨੂੰ ਮੰਨਿਆ ਜੇ? ਉਹ ਵੇਖੋ ਦੁਸ਼ਮਣ ਵੀ ਨਬੀ ਦੀ ਸੱਚਾਈ ਦੀ ਗਵਾਹੀ ਦੇਣ ਲੱਗੇ ਨੇ। ਉਹ ਬੀਵੀ ਵੀ ਉਹਦੀ ਉਮਈਆ ਬਿਨ ਖਲਫ ਦੀ ਕਹਿਣ ਲੱਗੀ, ਜਾਓ ਸਹੀ ਬੁਖਾਰੀ ਕਿਤਾਬੁਲ ਮਗਾਜ਼ੀ ਖੋਲ ਕੇ ਵੇਖੋ, ਦੁਸ਼ਮਣ ਦੀ ਬੀਵੀ ਵੀ ਕਹਿੰਦੀ ਹੈ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਗੱਲ ਗਲਤ ਨਹੀਂ ਨਿਕਲਦੀ। ਕਿੱਥੇ ਦੀ ਖਬਰ ਉਹਨਾਂ ਦਿੱਤੀ? ਉਹਨਾਂ ਕਿਹਾ ਇਹ ਨਹੀਂ ਦੱਸਿਆ, ਇਹ ਨਹੀਂ ਉਹਨਾਂ ਦੱਸਿਆ ਕਿੱਥੇ ਮਾਰਾ ਜਾਏਗਾ, ਲੇਕਿਨ ਮਾਰਿਆ ਜਾਏਗਾ ਸਾਡੇ ਤੋਂ, ਇੰਨਾ ਉਹਨਾਂ ਦੱਸਿਆ। ਉਮਈਆ ਬਿਨ ਖਲਫ ਨੇ ਆਖਿਆ ਚਲੋ ਬਾਹਰ ਤੇ ਜਾਵਾਂਗਾ ਤੇ ਮਾਰਿਆ ਜਾਵਾਂਗਾ, ਤੇ ਇੱਥੋਂ ਜੋ ਟੁਰ ਗਏ ਨੇ ਮੱਕੇ 'ਚ ਤੇ ਹੁਣ ਹੈ ਕੋਈ ਨਹੀਂ ਬੰਦਾ। ਉਮਈਆ ਬਿਨ ਖਲਫ ਨੇ ਕਸਮ ਪਾ ਲਈ ਕਿ ਮੈਂ ਮੱਕੇ 'ਚੋਂ ਬਾਹਰ ਨਹੀਂ ਨਿਕਲਾਂਗਾ, ਮੈਂ ਮੱਕਾ 'ਚੋਂ ਬਾਹਰ ਨਹੀਂ ਜਾਵਾਂਗਾ। ਉਧਰੋਂ ਅਬੂ ਸੁਫਿਆਨ ਤਜਾਰਤੀ ਕਾਫਲਾ ਲੈ ਕੇ ਸ਼ਾਮ ਤੋਂ ਵਾਪਸ ਆ ਰਹੇ ਸੀ। ਉਹ ਮੁਖਬਰ ਨੇ ਆ ਕੇ ਖਬਰ ਦੇ ਦਿੱਤੀ ਕਿ ਬਈ ਉਹ ਤਜਾਰਤੀ ਕਾਫਲਾ पे ਆਉਂਦਾ ਸੀ ਤੇ ਮੁਸਲਮਾਨਾਂ ਨੇ ਤਈਆ ਕਰ ਲਿਆ ਕਿ ਇਹਨਾਂ ਲੰਘਣ ਨਹੀਂ ਦੇਣਾ ਇੱਥੋਂ ਮਦੀਨੇ ਤੋਂ। ਤੇ ਨਬੀ ਅਲੈਹਿਸ ਸਲਾਮ ਆਪਣੇ ਸਹਾਬਾ ਦੇ ਨਾਲ ਉਸ ਕਾਫਲੇ ਨੂੰ ਰੋਕਣ ਦੀ ਤਿਆਰੀ ਕਰ ਚੁੱਕੇ ਨੇ। ਅਬੂ ਜਹਲ ਨੇ ਆਵਾਜ਼ ਮਾਰੀ, ਸਾਰੇ ਸਰਦਾਰ ਇਕੱਠੇ ਕਰ ਲਏ। ਉਹਨੇ ਕਿਹਾ ਗੱਲ ਸੁਣੋ, ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਇੱਥੋਂ ਗਏ ਨੇ ਤੇ ਉਹਨਾਂ ਜਾ ਕੇ ਉੱਥੇ ਜੱਥਾ ਤਿਆਰ ਕਰ ਲਿਆ। ਉਹ ਕਹਿੰਦੇ ਅਸੀਂ ਲੰਘਣ ਨਹੀਂ ਦੇਣਾ ਇੱਥੋਂ। ਅਬੂ ਸੁਫਿਆਨ ਆ ਰਿਹਾ ਤਜਾਰਤੀ ਕਾਫਲਾ ਲੈ ਕੇ, ਤੇ ਜਲਦੀ ਕਰੋ, ਹਥਿਆਰ ਫੜੋ ਤੇ ਤਿਆਰੀ ਕਰੋ, ਨਿਕਲੀਏ। ਚਲੋ 1 ਦਿਨ ਦਾ ਟਾਈਮ ਸੀ, 2 ਦਿਨ ਦਾ ਟਾਈਮ ਸੀ। ਜਿਸ ਵੇਲੇ ਉਹ ਲਸ਼ਕਰ ਨਿਕਲਣ ਲਗਾ ਲੜਾਈ ਵਾਸਤੇ, ਤੇ ਉਮਈਆ ਬਿਨ ਖਲਫ ਨੇ ਆਖਿਆ ਮੈਂ ਤੇ ਨਹੀਂ ਜਾਣਾ,
ਮੈਂ ਤੇ ਕਸਮ ਪਾਈ, ਤੈਨੂੰ ਪਤਾ ਮੈਂ ਤੇ ਕਸਮ ਚੁੱਕੀ, ਮੈਂ ਨਹੀਂ ਜਾਣਾ ਮੱਕੇ ਚੋਂ। ਅਬੂ ਜਹਿਲ ਨੇ ਕਿਹਾ ਚੂੜੀਆਂ ਪਾ ਲੈ ਫਿਰ, ਜੇ ਤੇਰੇ ਹਾਰ ਦੇ ਸਰਦਾਰਾਂ ਨੇ ਨਹੀਂ ਜਾਣਾ ਤਾਂ ਅਸੀਂ ਆਮ ਬੰਦਿਆਂ ਨੂੰ ਕਿਸ ਤਰ੍ਹਾਂ ਬਾਹਰ ਲਿਜਾ ਸਕਨੇ ਆ? ਇਹ ਆਮ ਬੰਦੇ ਤੇ ਤਾਂ ਤਿਆਰ ਹੋਏ ਨੇ, ਅਸੀਂ ਆਪ ਅੱਗੇ ਲੱਗੇ ਆ, ਲੀਡਰ ਅਸੀਂ ਆ, ਸਰਦਾਰ ਅਸੀਂ ਆ, ਤੇ ਜੇ ਅਸਾਂ ਨਹੀਂ ਜਾਣਾ ਤੇ ਇਹਨਾਂ ਕਿਸ ਨੇ ਜਾਣਾ ਹੈ? ਉਮਈਆ ਬਿਨ ਖਲਫ ਨੂੰ ਤਾਨੇ ਦੇ ਕੇ ਤੇ ਕੱਢਿਆ ਬਾਹਰ। ਜਿਸ ਵੇਲੇ ਚੱਲਣ ਲਗਾ, ਉਹਦੀ ਬੀਵੀ ਕਹਿਣ ਲੱਗੀ, ਉਮਈਆ ਉਹ ਭੁੱਲ ਗਿਆ ਯਸਰਬ ਵਾਲੇ ਦੋਸਤ ਦੀ ਗੱਲ, ਉਹ ਤੈਨੂੰ ਦੱਸਿਆ ਨਹੀਂ ਉਹਨੇ, ਸਾਦ ਬਿਨ ਮਾਜ਼ ਰਜ਼ੀ ਅੱਲਾਹ ਤਾਲਾ ਉਹਨਾਂ ਨੇ, ਤੂੰ ਕਿਉਂ ਚੱਲਣਾ ਹੈ? ਕਹਿੰਦਾ ਤੂੰ ਫਿਕਰ ਨਾ ਕਰ, ਮੈਂ ਇਸ ਕਾਫਲੇ ਨੂੰ ਅੱਗੇ ਛੱਡ ਕੇ ਵਾਪਸ ਆ ਜਾਵਾਂਗਾ, ਇਸ ਕਾਫਲੇ ਨੂੰ ਮੈਂ ਅਗਾਂਹ ਕਰਕੇ ਧੱਕਾ ਦੇ ਕੇ ਤੇ ਆਪੂ ਵਾਪਸ ਆ ਜਾਵਾਂਗਾ। ਬੜੀ ਦੂਰ ਹੈ ਮਦੀਨਾ, ਬੜੀ ਦੂਰ ਹੈ ਉੱਥੋਂ, ਪਤਾ ਨਹੀਂ ਕਿੰਨੇ 100 ਕਿਲੋਮੀਟਰ ਦੱਸਦੇ ਨੇ, 350 400 ਕਿਲੋਮੀਟਰ ਮੇਰੇ ਖਿਆਲ ਹੈ। ਤੇ ਉਹਨੇ ਕਿਹਾ ਮੈਂ ਪਹਿਲੀ ਦੂਜੀ ਮੰਜ਼ਿਲ ਤੇ ਇਹਨਾਂ ਨੂੰ ਅਗਾਂਹ ਕਰਕੇ ਧੱਕਾ ਦੇ ਕੇ ਵਾਪਸ ਆ ਜਾਵਾਂਗਾ। ਸਭ ਤੋਂ ਤੇਜ਼ ਉੱਠਣੀ ਉਹਨੇ ਪਾਲੀ ਸੀ ਸਹਿਰਾ 'ਚ ਦੌੜਨ ਵਾਲੀ, ਤੇ ਰੋਜ਼ ਸਰਾਣੇ ਬੰਨਦਾ ਸੀ। ਜਦੋਂ ਕਾਫਲਾ ਰੁਕਦਾ ਸੀ ਪਹਿਲੀ ਮੰਜ਼ਿਲ ਤੇ ਰੁਕਿਆ ਤੇ ਸਰਾਣੇ ਬੰਨ ਲਈ ਉੱਠਣੀ, ਤੇ ਉਹਨੇ ਆਖਿਆ ਮੈਂ ਅਗਲੀ ਮੰਜ਼ਿਲ ਤੇ ਇਹਨਾਂ ਨੂੰ ਛੋੜ ਕੇ ਆਪੂ ਵਾਪਸ ਚਲਾ ਜਾਵਾਂਗਾ। ਫਿਰ ਦੂਸਰੀ ਮੰਜ਼ਿਲ ਤੇ ਕਾਫਲਾ ਰੁਕਿਆ ਤੇ ਫਿਰ ਉੱਥੇ ਸਰਾਣੇ ਦੇ ਨਾਲ ਬੰਨ ਲਈ ਉੱਠਣੀ, ਕਹਿੰਦਾ ਮੈਂ ਇਹਨਾਂ ਨੂੰ ਅਗਲੀ ਮੰਜ਼ਿਲ ਤੇ ਬਸ ਛੋੜ ਕੇ ਵਾਪਸ ਚਲਾ ਜਾਵਾਂਗਾ। ਹਰ ਮੰਜ਼ਿਲ ਤੇ ਉਹਨੇ ਇਹ ਹੀ ਆਖਿਆ ਕਿ ਅਗਲੀ ਮੰਜ਼ਿਲ ਤੇ ਇਹਨਾਂ ਨੂੰ ਛੋੜ ਕੇ ਵਾਪਸ ਚਲਾ ਜਾਂਦਾ, ਮੌਤ ਉਹਨੂੰ ਖਿੱਚ ਕੇ ਲੈ ਗਈ ਬਦਰ ਦੇ ਮੈਦਾਨ 'ਚ। ਕਿਉਂ? ਸੱਚੇ ਨਬੀ ਦੀ ਗੱਲ ਪੂਰੀ ਹੋਣੀ ਸੀ। ਪਰ ਲਾਂਤਿਓ ਇੱਕ ਵੀ ਗੱਲ ਇਹਦੀ ਪੂਰੀ ਨਹੀਂ ਹੋਈ ਮਿਰਜ਼ੇ ਦੀ, ਤੇ ਪੰਚਰ ਲਾ ਕੇ ਠੁੱਕ ਲਾ ਕੇ ਤੇ ਆਂਦੇ ਹੋ ਨਹੀਂ ਬੜੀ ਪੇਸ਼ਗੋਈ ਬੜੀ ਸ਼ਾਨ ਸੇ ਪੂਰੀ ਹੋਈ ਹੈ। ਕੋਈ ਕਿਹੜੀ ਗੱਲ ਪੂਰੀ ਹੋਈ ਇਹਦੀ? ਵੇਖੋ ਕਿੰਜ ਅੱਲਾਹ ਤਾਲਾ ਨੇ ਨਬੀ ਦੀ ਗੱਲ ਪੂਰੀ ਕਰਾਉਣ ਵਾਸਤੇ ਇੱਕ ਬੰਦੇ ਨੇ ਧਈਆ ਕੀਤਾ ਹੈ ਕਿ ਮੈਂ ਮੱਕੇ ਤੋਂ ਬਾਹਰ ਨਹੀਂ ਨਿਕਲਣਾ, ਮੌਤ ਉਹਨੂੰ ਖਿੱਚੀ ਜਾਂਦੀ ਹੈ, ਖਿੱਚ ਕੇ ਲੈ ਗਈ ਤੋੜ ਉੱਥੇ ਬਦਰ ਦੇ ਮੈਦਾਨ 'ਚ। ਕਿਉਂ? ਅੱਲਾਹ ਦੇ ਨਬੀ ਦੀ ਖਬਰ ਸੱਚੀ ਹੈ। ਸੱਚੀਆਂ ਨਬੀਆਂ ਦੀਆਂ ਕਦੇ ਖਬਰਾਂ ਇੰਜ ਦੀਆਂ ਨਹੀਂ ਹੁੰਦੀਆਂ, ਉਹਨਾਂ ਨੂੰ ਥੁੱਕ ਲਾ ਕੇ ਤੇ ਪਕੌੜੇ ਤਲਦੇ ਫਿਰੋ ਤੇ ਪੰਚਰ ਲਾਉਂਦੇ ਫਿਰੋ। नहीं हजूर के कहने का मतलब ये था दिल में तौबा कर ली थी, असल में हो तो जाना था, वो दिल में डर गए थे। इंज नहीं हुंदा। जदों मिर्जा कादियानी ने अब्दुल्ला आथम की गल पेश की कि अब्दुल्ला आथम दिल च डर गया सी तां नहीं 15 महीने च मरिया, एहो ही हदीस अबुल वफा मौलाना सनाउल्लाह अमृतसरी ने सारी लिखी है अपने रसाला अहल दी अमृतसर च। उन्हें कहा मिर्जा साहब अब्दुल्ला आथम दिल च डर गया सी, उमैया बिन खलफ नालों बहुता डर गया सी। क्या उमैया बिन खलफ नालों बहुता डर गया सी? वो तो मनदा ही नहीं मैं डरिया। अब्दुल्ला आथम तो तुहाडे खिलाफ भंगड़ा पाण लगे, वो तो कहंदा मैं डरिया ही नहीं। डरना क्यों सी? मैं जे मैं डरदा तो मैं इस्लाम कबूल कर लैंदा। ते उमैया बिन खलफ दे डरन दियां शहादतां ते ओदी बीवी भी देंदी है, हजरत साद बिन माज पे देंदे ने कि ओनू अपनी पै गई। जिस वेले मैं ओनू गल सुनाई तो उमैया बिन खलफ दे अपने पसीने छुट गए कि मैं हुण की करां, मुहम्मद सल्लल्लाहु अलैहि वसल्लम दी गल गलत नहीं हुंदी। ओदियां ते गवाहियां मौजूद ने कि डरिया, इन्ना डरिया उन्हें कसम चुक ली निकलना नहीं। अबू जहल ओनू खिच के लैके आया है बदर दे मैदान च। और क्या अब्दुल्ला आथम उहदे नाल बहुता डर गया सी? फबोहितल लज़ी कफर। जवाब नहीं आया मिर्ज़े कादियानी नूं। एहो हदीस जिहड़ी मैं तुहानूं सुनाई है, खलासा उहदा सुनाया है, एहो हदीस अबुल वफा मौलाना सनाउल्लाह अमृतसरी ने पेश करके मिर्ज़ा कादियानी नूं आख्या कि दिल च डर जाण नाल कदे नबियां दियां खबरां झूठियां नहीं निकलियां। तू नबी नहीं, तू दज्जाल है, तू दज्जाल है। नबियां दियां खबरां कदे किसी दे दिल च डरन नाल झूठियां नहीं निकलदियां। जे नबी ने खबर दित्ती होवे कि बंदा साडे तों कतल होवेगा, वो सिर दे पैर बना के आवे तां भी उहने कतल होना। बस वो डरे, वो मरे, वो रोवे, वो चीखे, उन्हें मरना है। नबी ने हुक्म देता, दस दिता अल्लाह कोलों वही पा के। फिर माज अल्लाह नबी नूं झूठियां कराना रब ने। जे उहनूं बचाना है तो नबी नूं झूठियां कराना है ना। अल्लाह नूं वारे च नहीं है सौदा। रब उहनूं तौबा दी तौफीक ही खो लैंदा है। ऐसे बंदे कोलों अल्लाह ताला तौबा दी तौफीक ही खो लैंदा। सादिकल कौल नहीं मनते तो फिर बाकी अंबिया दी तौबा इस्तगफार पेशन गोइयां सादिकल कौल नहीं निकलियां। ਇਹ ਇਲਜ਼ਾਮ ਹੁੰਦਾ ਹੈ ਕਿ ਜੇ ਇਹਦੀਆਂ ਪੇਸ਼ਗੋਈਆਂ ਝੂਠੀਆਂ ਨੇ ਤੇ ਫਿਰ ਕਿਸੇ ਦੇ ਦੱਸੋ ਕਿਹੜੇ ਨਬੀ ਦੀ ਪੇਸ਼ਗੋਈ ਝੂਠੀ ਨਿਕਲੀ? ਅਬੁਲ ਵਫਾ ਮੌਲਾਨਾ ਸਨਾਉल्लाह ਅਮਰਸਰੀ ਨੇ ਆਖਿਆ ਕਿਸੇ ਸੱਚੇ ਨਬੀ ਦੀ ਪੇਸ਼ਗੋਈ ਦੇ ਉੱਤੇ ਨਾ ਮੁਵਾਫਕ ਨੂੰ ਤੇ ਨਾ ਮੁਖਾਲਫ ਨੂੰ ਇੱਕ ਗੱਲ ਵਹਾ ਦਿਓ, ਕਦੇ ਇਤਰਾਜ਼ ਨਹੀਂ ਹੋਇਆ। ਤੇਰੇ ਤੇ ਮਰੀਦ ਚੀਕਾਂ ਮਾਰਦੇ ਨੇ, ਤੇਰੇ ਤੇ ਮਰੀਦ ਹਾਲ ਕਰਦੇ ਨੇ। ਉਹ ਕੀ ਆਖਿਆ ਉਹਨੇ ਨਵਾਬ ਮੁਹੰਮਦ खान ने, हजरत जी अब हम लोगों को क्या मुंह दिखाएं? खत मेरे सामने खोलिया पिया वा कि कौन ते फिर सुनाओ 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 सुनाओ।
ਜੇ ਤੁਸੀਂ ਅਬਦੁੱਲਾ ਆਥਮ ਦੀ ਗੱਲ ਕੀਤੀ ਮੈਂ ਉਹਦੇ ਖੱਤ ਖੋਲ ਕੇ ਰੱਖ ਲਿਆ ਸੀ ਕੋਲ। ਮੈਂ ਕਿਹਾ ਸ਼ਾਇਦ ਮੌਕਾ ਮਿਲ ਜੇ। ਇੱਕ ਸੀ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਗੱਲ। ਇੱਕ ਮਿੰਟ। ਜਦੋਂ ਬਹਿਰੇਨ ਭਾਈ ਉਹਨਾਂ ਦੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਹਾਈ ਥੋੜਾ ਜਿਹਾ ਮਾਈਕ ਤੇ ਮੂੰਹ ਪਿੱਛੇ ਕਰਕੇ ਗੱਲ ਕਰਿਓ, ਆਵਾਜ਼ ਜ਼ਿਆਦਾ ਸਰਸਰਾਹਟ ਵਿੱਚ ਆ ਰਹੀ ਹੈ। ਤੇ ਇਹ ਖਤ ਸੁਣਨ ਵਾਲਾ ਹੈ, ਤੁਹਾਨੂੰ ਪਤਾ ਲੱਗੇ ਕਿ ਮਿਰਜ਼ਾ ਕਾਦੀਆਨੀ ਦੇ ਮੁਰੀਦ ਕਿਸ ਤਰ੍ਹਾਂ ਚੀਖਾਂ ਮਾਰ ਮਾਰ ਕੇ ਕਹਿ ਰਹੇ ਨੇ ਕਿ ਭਾਈ ਇਹ ਪੇਸ਼ਗੋਈ ਸਾਫ਼ ਝੂਠੀ ਨਿਕਲੀ ਹਜ਼ਰਤ ਜੀ। ਪਹਿਲਾਂ ਤੁਹਾਡੀ ਉਹ ਪੇਸ਼ਗੋਈ ਝੂਠੀ ਨਿਕਲੀ ਉਹ ਮੁੰਡੇ ਵਾਲੀ, ਤੇ ਅਸਾਂ ਲੋਕਾਂ ਨੂੰ ਇਹ ਜਵਾਬ ਦਿੱਤਾ ਕਿ ਹਜ਼ਰਤ ਸਾਹਿਬ ਸੇ ਇਜਤਿਹਾਦੀ ਗਲਤੀ ਹੋ ਗਈ। ਹੁਣ ਇਹਦਾ ਅਸੀਂ ਕੀ ਆਖੀਏ? ਇਹਦਾ ਵੀ ਆਖੀਏ ਤੁਹਾਡੇ ਕੋਈ ਇਜਤਿਹਾਦੀ ਗਲਤੀ? ਤੁਸੀਂ 15 ਮਹੀਨੇ ਸਾਨੂੰ ਇੰਤਜ਼ਾਰ ਕਰਵਾਇਆ, ਅਸੀਂ ਦੁਆਵਾਂ ਕੀਤੀਆਂ ਨੇ ਕਿ ਯਾ ਅੱਲਾ ਅਬਦੁੱਲਾ ਆਥਮ ਮਰ ਜੇ ਤੇ ਹਜ਼ਰਤ ਸਾਹਿਬ ਦੀ ਪੇਸ਼ਗੋਈ ਸੱਚੀ ਨਿਕਲੇ। ਤੇ ਹੁਣ 15 ਮਹੀਨੇ ਗੁਜ਼ਰ ਗਏ ਨੇ, ਉਹਨਾਂ ਦੇ ਘਰ ਤੇ ਭੰਗੜੇ ਪੈਂਦੇ ਨੇ ਪਏ, ਤੇ ਸਾਡੇ ਘਰ ਤੇ ਸਫੇ ਮਾਤਮ ਪਿੱਛੀ ਹੈ। ਅਸੀਂ ਕਿਸ ਤਰ੍ਹਾਂ ਕੀ ਪੇਸ਼ਗੋਈ ਸੱਚੀ ਨਿਕਲੀ ਹੈ? ਸਾਨੂੰ ਇਹ ਨਹੀਂ ਕਹਿਣਾ ਪੈਂਦਾ ਕਿ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਕਹਿ ਦਿੱਤਾ ਹੈ ਤੇ ਉਹਦਾ ਕੋਈ ਸਬੂਤ ਨਹੀਂ ਹੋਣਾ। ਵੱਲਾ ਲਜ਼ੀਮ ਹਰ ਗੱਲ ਦਾ ਸਬੂਤ, ਹਰ ਚੀਜ਼ ਦਾ ਸਬੂਤ ਕੁਰਾਨ ਔਰ ਹਦੀਸ ਮੁਬਾਰਕਾ ਮੁਹੰਮਦ ਆਲੇ ਮੁਹੰਮਦ ਦੀ ਸਿਫਾਤ ਨਾਲ ਭਰਿਆ ਪਿਆ। ਕਿਸੇ ਜਿਹੜੀ ਸ਼ੈ ਤੇ ਉਂਗਲ ਰੱਖਣ, ਉਸ ਗੱਲ ਨੂੰ ਅਸੀਂ ਮਨੋ ਅੰਨ ਮੰਨਾਂਗੇ ਔਰ ਬਿਆਨ ਵੀ ਕਰਾਂਗੇ ਔਰ ਉਹਦੇ ਸਬੂਤ ਵੀ ਦਿਆਂਗੇ। ਇਹਨਾਂ ਕੋਲ ਸਬੂਤ ਹੈ ਨੇ ਆਮਰ ਭਾਈ? ਇਹ ਜਿਹੜਾ ਤੁਸੀਂ ਉਹ ਜ਼ਮੀਮਾ ਬਰਾਈ ਨੇ ਅਹਿਮਦੀਆ ਦੀ ਗੱਲ ਰੱਖੀ ਸੀ, ਅਜੇ ਹਜ਼ੂਰ ਨੇ ਕਹਿ ਦਿੱਤਾ ਤੇ ਗੱਲ ਹੋਣੀ ਹੈ, ਕਿਧਰੇ ਪਈ ਹੋਣੀ ਹੈ। 6ਵਾਂ ਦਿਨ ਨੇ 7ਵਾਂ ਅੱਜ ਆਮਰ ਭਾਈ 7ਵਾਂ। ਉਸ ਕਜ਼ਾਬ ਨੇ ਜੋ ਬਕਵਾਸ ਕੀਤੀ ਹੈ ਉਹਦਾ ਸਬੂਤ ਲਿਆ ਕੇ ਸਾਡੇ ਸਾਹਮਣੇ ਨਹੀਂ ਪਿਆ। ਕਿੱਥੋਂ ਲਿਆਵਣ ਝੂਠ ਮਾਰਿਆ, ਝੂਠ ਦਾ ਕੀ ਸਬੂਤ ਹੁੰਦਾ? ਉਹ ਪਿਆ ਕੱਲ ਆਂਦਾ ਸੀ, ਕੱਲ ਮੈਂ ਆਪ ਸੁਣਿਆ, ਉਹ ਜ਼ਰਤਸ਼ਤ ਕਹਿੰਦਾ ਸੀ ਪਹਿਲਾਂ ਇਹਦਾ ਮੂੰਹ ਕਾਲਾ ਕਰੋ ਫਿਰ ਮੈਂ ਸਬੂਤ ਦਿਆਂਗਾ। ਬੰਦੇ ਨੂੰ ਜੁੱਤੀਆਂ ਮਾਰਦੇ, ਕੋਈ ਅਕਲ ਦਾ ਇਲਾਜ ਕਰਾ, ਪਹਿਲਾਂ ਇਹਦਾ ਮੂੰਹ ਕਾਲਾ। गिरी लोग गिरे। अच्छा मनु ग्रंथ बनाने लगे भाई, कसम अलम दी कसम खा के कहो तू तो मुंह काला करेगा। की बंदे ने यार, ਉਹਨੂੰ ਕਹੋ ਮੈਂ ਅੱਲਾ ਦੀ ਕਸਮ ਖਾ ਕੇ ਕਹਿਣਾ ਕਿ ਜੇ ਅਮਰ ਦਾ ਮੈਂ ਮੂੰਹ ਨਾ ਕਾਲਾ ਕੀਤਾ ਤੇ ਮੈਂ ਸਾਰੀ ਜ਼ਿੰਦਗੀ ਅਮਰ ਨਾਲ ਸਲਾਮ ਨਹੀਂ ਲਾ ਲਿਆ, ਤੂੰ ਹਵਾਲਾ ਪੇਸ਼ ਕਰ। ਜਾਂ ਮੈਂ ਉਹਦਾ ਮੂੰਹ ਕਾਲਾ ਕਰਾਂਗਾ ਜਾਂ ਸਾਰੀ ਜ਼ਿੰਦਗੀ ਅਮਰ ਨਾਲ ਮੈਨੂੰ ਸਲਾਮ ਨਹੀਂ ਲਾਂਦਾ ਵੇਖਣ ਲੱਗਾ। ਮੈਂ ਰੋਜ਼ ਤੁਹਾਡੇ ਕੋਲ ਆ ਕੇ ਮੈਂ ਤਾਂ ਹਵਾਲਾ ਪੇਸ਼ ਕਰ। ਕਸਮ ਤੇ ਅੱਲਾ ਦੀ ਖਾਂ ਦੇ ਤੇ ਉਹਨਾਂ ਨੂੰ ਆਖੋ ਵੀ ਲਿਆ ਹਵਾਲਾ ਪੇਸ਼ ਕਰ। ਉਹ ਕਿਹੋ ਜੀ ਗੱਲ ਕਰਨ ਲੱਗੇ ਹੋ, ਹਵਾਲਾ ਨਿਕਲ ਆਇਆ ਤੇ ਤੁਹਾਡੇ ਨਾਲ ਕਤਲ ਤਾਲੁਕ ਹੀ ਕਰਨੀ ਪੈਣੀ। ਮੈਂ ਪਿਆ ਕਹਿੰਦਾ ਜੇ ਹਵਾਲਾ ਨਿਕਲ ਆਇਆ ਤੁਸੀਂ ਹਵਾਲਾ ਲੈ ਕੇ ਤੇ ਉੱਥੇ ਹੀ ਬਹਿ ਜਾਓ, ਕੈਮਰਾ ਆਨ ਕਰਕੇ ਮੈਂ ਮੂੰਹ ਕਾਲਾ ਆਪ ਆਪਣਾ ਕਰਕੇ ਤੁਹਾਨੂੰ ਖੁਸ਼ ਕਰ ਦੇਣਾ। ਲੇਕਿਨ ਨਾ ਖੰਜਰ उठेगा ना तलवार इनसे, ये बाजू मेरे आजमाए हुए। इंशाल्लाह क़यामत दा दिन आ सकता है, ये हवाला नहीं पेश कर सकते। मिर्जा कादियानी ने झूठ बोलिया। बेशक आमर भाई मेरी इजाजत लेंगे। वो कह रहे एक नहीं दो नहीं यार, मैं क्या कह रहा 3 हवाले ने, 3 तफसीरा ने ते 5 हदीसा ने, ਵੇਖਣੇ ਵਾਲੇ ਤੱਕ ਆ ਨਹੀਂ ਰਿਹਾ। ਮੈਂ ਕਿਹਾ ਤੁਹਾਨੂੰ ਮੇਰੇ ਕੋਲ ਇਜਾਜ਼ਤ ਲੈਣ ਦੀ ਲੋੜ ਹੀ ਨਹੀਂ। ਤੁਸੀਂ ਜਿਉਂ ਹੀ ਉਹਦੀ ਗੱਲ ਸੁਣੀ ਹੈ ਤੁਸੀਂ ਕਸਮ ਚੁੱਕ ਕੇ ਆਖੋ ਬਈ ਬਿਲਕੁਲ ਮੈਂ ਅਮਰ ਦਾ ਮੂੰਹ ਕਾਲਾ ਕਰਾਂਗਾ, ਆਪਣੇ ਹੱਥੀਂ ਕਰਾਂਗਾ। ਜੇ ਨਾ ਕੀਤਾ ਤੇ ਮੈਂ ਅਮਰ ਨਾਲ ਸਾਰੀ ਜ਼ਿੰਦਗੀ ਕਤਾ ਤਲਕ ਕਰਕੇ ਤੇ ਉੱਥੇ ਹੀ ਤੁਹਾਡੇ ਕੋਲ ਆ ਕੇ ਫਿਰ ਬਵਾਂ ਕਰਾਂਗਾ। ਤੁਸੀਂ ਹਵਾਲਾ ਤਾਂ ਪੇਸ਼ ਕਰੋ ਨਾ, ਲਿਆਓ ਕੱਢੋ ਹਵਾਲਾ ਅੰਦਰੋਂ। ਇਹ ਪਹਿਲਾਂ ਮੂੰਹ ਕਾਲਾ ਕਰੋ, ਪਹਿਲਾਂ ਇਹਨੂੰ ਫਾਂਸੀ ਦਿਓ ਫਿਰ ਮੈਂ ਹਵਾਲਾ ਦੇਵਾਂਗਾ। ਵਾਹ ਭਾਈ ਵਾਹ। अच्छा जी बिलाल भाई बहरीन साहब बोलो। रसूलुल्लाह सल्लल्लाहु अलैहि वसल्लम दे साथी ਦੀ ਤੇ ਗੱਲ ਤੁਸੀਂ ਸੁਣ ਲਈ। ਮੈਂ ਕਿਹਾ ਰਸੂਲੁल्लाह ਤੇ ਸਾਥੀ ਦੀ ਤੁਸੀਂ ਗੱਲ ਸੁਣ ਲਈ ਹੈ। ਹੁਣ ਮਿਰਜ਼ਾ ਕਾਦੀਆਨੀ ਦੇ ਸਾਥੀ ਦੀ ਗੱਲ ਸੁਣੋ। ਜਦੋਂ ਅਬਦੁੱਲਾ ਆਥਮ ਦੀ ਪੇਸ਼ਗੋਈ ਦਾ ਟਾਈਮ ਮੁਕੰਮਲ ਹੋ ਗਿਆ, ਉਹਨਾਂ ਨੇ ਭੰਗੜੇ ਪਾ ਲਏ, ਸਾਰਾ ਕੁਝ ਹੋ ਗਿਆ। ਫਿਰ ਨਵਾਬ ਆਫ ਮਲੇਰ ਕੋਟਲਾ ਜਿਹੜਾ ਮਿਰਜ਼ਾ ਗੁਲਾਮ ਕਾਦੀਆਨੀ ਦਾ ਜਵਾਈ ਸੀ, ਜਿਹਦੇ ਕੋਲੋਂ 50,000 ਰੁਪਇਆ ਹੱਕ ਮਹਿਰ ਲੈ ਕੇ ਰਜਿਸਟਰੀ ਕਰਵਾ ਕੇ ਆਪਣੀ ਬੱਚੀ ਦਾ ਰਿਸ਼ਤਾ ਦਿੱਤਾ ਸੀ ਨਾ, ਉਹਨੇ ਖਤ ਲਿਖਿਆ ਸੀ। ਇਹ ਉਹ ਖਤ ਏ ਕਿ ਇਹਨਾਂ ਦਾ ਮਰਜ਼ਈਆਂ ਦਾ ਟਿਕਟੋਕ ਦਾ ਇੱਕ ਅੱਜ ਕੱਲ੍ਹ ਇੱਕ ਇਮਰਾਨ ਕਾਲੂ ਬਣਿਆ ਫਿਰਦਾ ਨਾ, ਮੁਬੱਲਗੀ ਨੇ ਅਹਿਮਦੀਅਤ, ਓਪਨ ਆਈਜ਼ ਦੀ ਬਰਾੜ ਦੇ ਬਹਿ ਕੇ ਮੈਨੂੰ ਕਹੀ ਮੇਰੇ ਨਾਲ ਗੱਲ ਕਰ। ਅੱਜ 4 ਲਾਈਨਾਂ ਪੜ੍ਹੀਆਂ ਸੀ ਇਸ ਖਤ ਦੀਆਂ ਤੇ ਇਹਨੇ ਬਰਾੜ ਸੁੱਟ ਛੱਡੀ ਸੀ। ਥੱਲੇ ਸੁਣੋ ਖਤ।
ਇਹ ਖਤ ਆਇਨਾ ਹਕਨਮਾ ਚ ਵੀ ਲਿਖਿਆ ਹੋਇਆ ਹੈ, ਇਹ ਅਸਹਾਬ ਅਹਿਮਦ ਦੇ ਵਿੱਚ ਵੀ ਲਿਖਿਆ ਹੋਇਆ ਹੈ, ਜਿੱਥੇ ਮੀਰ ਨਾਸਰ ਨਵਾਬ ਦੀ ਦਾ ਨਾਮ ਲਿਖਿਆ ਨਾ, ਉਹਦੀ ਸਾਰਾ ਬਾਇਓਗ੍ਰਾਫੀ। ਇਹ ਖਤ ਆਇਨਾ ਹਕਨਮਾ ਦੇ ਪੇਜ ਨੰਬਰ ਜਨਾਬ ਅਲੀ ਨਹੀਂ ਆਇਨਾ ਹਕਨਮਾ ਦੇ ਪੇਜ ਨੰਬਰ ਤੁਹਾਨੂੰ 100 ਤੇ 101 ਚ ਲੱਭ ਜਾਏਗਾ। ਸਹਾਬੇ ਅਹਿਮਦ ਦੀ ਤੁਹਾਨੂੰ ਜਿਲਦ ਨੰਬਰ 2 ਦੇ ਵਿੱਚ ਲੱਭ ਜਾਏਗਾ, 81 ਨੰਬਰ ਤੇ 80 ਨੰਬਰ 80 ਤੇ 81 नंबर खाते है। कहते हैं कि बिस्मिल्लाहिर्रहमानिर्रहीम मौलाना मुकर्रम सल्लमकुमुल्लाह ताला अस्सलाम वालेकुम। आज 7 सितंबर है और पेशगोई की मियाद मुकर्ररा 5 सितंबर 1894 थी। गो पेशगोई के अल्फाज कुछ ही हों, लेकिन आपने जो इल्हाम की तशरीह की है वो ये है। मैं इस वक्त इकरार करता हूँ कि अगर पेशगोई झूठी निकली, यानी वो फरीक जो खुदा के नज़दीक झूठ पर है, वो 15 माह के अरसा में आज की तारीख से बासज़ाए मौत हाविया में ना पड़े, तो मैं हर एक सज़ा के उठाने के लिए तैयार हूँ। मुझको जलील किया जाए, रूसिया किया जाए, मेरे गले में रस्सा डाला जाए, मुझको फांसी दिया जाए, हर एक बात के लिए तैयार हूँ। और मैं अल्लाह जल्ला शानहू की कसम खाकर कहता हूँ कि ज़रूर वो ऐसा ही करेगा, ज़रूर करेगा, ज़रूर करेगा। ज़मीन व आसमान टल जाएं और उसकी बातें ना टलेंगी। ये मिर्ज़ा गुलाम कादियानी दी पेशगोई दे जी तशरीह है, वो पढ़ी उन्होंने। अगे कहते ने अब क्या ये पेशगोई आपकी तशरीह के मुवाफिक पूरी हो गई? नहीं, हरगिज़ नहीं। अब्दुल्ला आतम अब तक सही और सालम मौजूद है और उसको बासज़ाए मौत हाविया में नहीं गिराया गया। एक कौन कह रहे हैं? मिर्ज़ा गुलाम कादियानी सहाबी तजवाई। अगर ये समझूं कि पेशगोई के अल्फाज के मुवज्जब पूरी हो गई, जैसा कि मिर्ज़ा खुदा बख्श साहब ने लिखा है, और ज़ाहरी माने जो समझे गए वो ठीक ना थे, अव्वल तो कोई बात ऐसी नज़र नहीं आती कि जिसका असर अब्दुल्ला आतम पर पड़ा हो। दूसरी पेशगोई के अल्फाज भी ये है। इस बहस में दोनों फरीकों में से जो फरीक अमदन झूठ को अख्तियार कर रहा है और सच्चे खुदा को छोड़ रहा है और आजिज़ इंसान को खुदा बना रहा है, वो इन्हीं दिनों के मुबासा के लिहाज से यानी फी दिन 1 माह लेकर यानी 15 माह तक हाविया में गिराया जाएगा और उसको सख्त जिल्लत पहुँचेगी, बशर्त ये कि हक़ की तरफ रुजू ना करे। और जो शख्स सच पर है और सच्चे खुदा को मानता है, उसकी इससे इज़्ज़त ज़ाहिर होगी। और इस वक्त जब पेशगोई ज़हूर में आएगी, बाज़ अंधे सुजाखे किए जाएंगे, बाज़ लंगड़े चलने लगेंगे, बाज़ बहरे सुनने लगेंगे। ये दूसरी तहरीर पढ़ के सुना लिया नवाब मलेरकोटला। फिर कहता है बस इस पेशगोई में हाविया के माने अगर आपकी तशरीह के मुवज्जब ना लिए जाए, वो सिर्फ ज़िल्लत और रसवाई ली जाए, तो बेशक हमारी जमात की ज़िल्लत और रसवाई हुई। नवाब मलेरकोटला कह रहे हैं मिर्ज़ा गुलाम कादियानी ने कि साडी जमात की ज़िल्लत और रसवाई हुई है। हकीम हाविया में गिर गई और ईसाई मज़हब सच्चा, जो खुशी इस वक्त ईसाइयों को है वो मुसलमानों को कहाँ। बस अगर इस पेशगोई को सच्चा समझा जाए तो ईसाइयत ठीक है, क्योंकि झूठे फरीक को रुसवाई और सच्चे को इज़्ज़त होगी। अब रुसवाई मुसलमानों की हुई, मेरे ख्याल में अब कोई तावील नहीं हो सकती। दूसरे अगर कोई तावील हो सकती है तो ये बड़ी मुश्किल बात है कि हर पेशगोई को के समझने में गलती हो। लड़के की पेशगोई में तफावुल के तौर पर एक लड़के का नाम बशीर रखा, वो मर गया, तो इस वक्त भी गलती हुई। अब इस मार्का के पेशगोई के असली मफहूम के ना समझने में तो गज़ब ढाया। अगर ये कहा जाए कि ओहद में फतह की बिशारत दी गई थी, आखिर शिकस्त हुई, तो मैं इसमें ऐसे ज़ोर से और कसमों से मार्का की पेशगोई ना थी, और इसमें लोगों से गलती हो गई थी, और आखिर फिर जब मुज्तमा हो गए तो फतह हुई। क्या कोई ऐसी नज़ीर है कि अहले हक़ को बिलमुकाबिल कुफ़ार के ऐसे सरी वादे होकर और मायार हक़ को बातिल ठहरा कर ऐसी शिकस्त हुई हो? मुझको तो अब इस्लाम पर शुबहे पड़ने शुरू हो गए हैं, लेकिन अल्हम्दुलिल्लाह कि अब तक जहाँ तक गौर करता हूँ, इस्लाम बिलमुकाबिल दूसरे अदयान के अच्छा मालूम होता है, लेकिन आपके दावी के मुतालिक तो बहुत ही शुबा हो गया है।
बस मैं नहायत बड़े दिल से इल्तिजा करता हूँ कि आप अगर फिल वाक़या सच्चे हैं तो खुदा करे कि मैं आपसे अलहदा ना हूँ और इस ज़ख़म के लिए कोई मरहम इनायत फरमा दें कि जिससे तशफ़ी कुल्ली हो। बाकी जैसा लोगों ने पहले ही मशहूर किया था कि अगर ये पेशगोई पूरी ना हुई तो आप यही कह दें कि हाविया से मुराद मौत ना थी। इल्हाम के मफ़हूम समझने में गलती हुई, बराए मेहरबानी बदलाइल तहरीर फरमाएँ, वरना आपने मुझे हलाक कर दिया। हम लोगों को क्या मुँह दिखाएंगे। बराए इस्तिफ़ादा नहायत दिली रंज से ये तहरीर कर रहा हूँ। जी, ख़त मुकम्मल हुआ। जी लम्हा साहब। हाँ, मैं कह रहा कि ਇਹ ਖਤ ਸੁਣ ਕੇ ਕਿਆ ਕਿਸੇ ਬੰਦੇ ਦਾ ਦਿਲ ਜਿਗਰ ਕੰਬਦਾ ਕਿ ਨਹੀਂ ਕੰਬਦਾ। ਆਮਰ ਭਾਈ ਮੁਰਸ਼ਦ ਸਾਹਿਬ ਆਏ ਜੇ, ਇੱਕ ਇਹ ਨਾ ਹੋਵੇ ਕਿਤੇ ਟੁਰ ਜਾਣ, ਪਹਿਲਾਂ ਉਹਨਾਂ ਨੂੰ ਪੁੱਛ ਲਵੋ। ਹੱਥ ਸੁਣਿਆ ਨੇ? ਬੋਲੋ 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 ਜੀ ਮੁਰਸ਼ਦ ਸਾਹਿਬ। अस्सलाम वालेकुम जी। मैं ਤੁਹਾਨੂੰ ਸੁਣਨ ਆਇਆ ਸਰ ਜੀ, ਤੁਸੀਂ 24 ਘੰਟੇ ਜਮਾਤ ਅਹਿਮਦੀਆ ਕਾਦੀਆਨੀ 313 ਭਾਈ ਕੀ ਹਾਲ ਹੈ? ਕੋਈ ਆਪਣਾ ਦੱਸੋ, ਕੋਈ ਆਪਣਾ ਅਕੀਦਾ ਦੱਸੋ, ਕੋਈ ਆਪਣਾ ਦੱਸੋ ਤੁਸੀਂ ਕੌਣ ਹੋ, ਆਪਣੀ ਕਿਤਾਬਾਂ ਦੱਸੋ, ਆਪਣੇ ਉਲਮਾ ਦੀ ਕਿਤਾਬਾਂ ਦੱਸੋ। 24 ਘੰਟੇ ਮਿਰਜ਼ਾ ਸਾਹਿਬ ਅਸੀਂ ਖੁਦ ਬਰੋਡਾਂ ਲਗਾਈਆਂ ਆਪਣੀਆਂ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉੱਥੇ। ਤੁਸੀਂ ਉੱਥੇ ਆ, ਅਸੀਂ ਇੱਥੇ ਆ ਕੇ ਤੁਹਾਡਾ ਅਕੀਦਾ ਪੁੱਛਣਾ ਜੇ, ਤੁਸੀਂ ਕੌਣ ਹੋ? ਦਿਓਬੰਦੀ ਹੋ, ਆਪਣਾ ਦੱਸੋ ਨਾ, ਛੱਡੋ ਸਾਨੂੰ। ਮੈਂ ਦੱਸਣਾ ਸੀ ਕੌਣ। ਸੁਣੋ ਮੈਂ ਦੱਸਣਾ ਸੀ ਕੌਣ। ਅਸੀਂ ਉਹ ਆ ਜਿਹੜੇ ਮੰਨਦੇ ਆ ਕਿ ਨਬੀ अलैहिस्सलातु वस्सलाम ਤੋਂ ਬਾਅਦ ਜਿਹੜਾ ਨਬੂਵਤ ਦਾ ਦਾਅਵਾ ਕਰੇਗਾ ਉਹ ਝੂਠਾ ਹੈ। ਨਬੀ ਪਾਕ ਖਾਤਮ ਨਬੀyin ਨੇ, ਉਹਨਾਂ ਤੋਂ ਬਾਅਦ ਕੋਈ ਨਬੀ ਨਹੀਂ ਆ ਸਕਦਾ। ਅਸੀਂ ਉਹ ਆ ਜਿਹੜੇ ਮੰਨਦੇ ਆ ਕਿ ਈਸਾ अलैहिस्सलाम ਨੂੰ ਜ਼ਿੰਦਾ ਅੱਲਾਹ ਤਾਲਾ ਉਠਾ ਲਿਆ ਸੀ। ਕਿਆਮਤ ਤੋਂ ਪਹਿਲੇ ਉਹ ਨਾਜ਼ਲ ਹੋਣਗੇ। ਇਮਾਮ ਮਹਦੀ ਦਾ ਨਜ਼ੂਲ ਹੋਏਗਾ। ਇਮਾਮ ਮਹਦੀ ਇਤਰਤ ਫਾਤਮਾ ਚੋਂ ਹੋਣਗੇ। ਇਮਾਮ ਮਹਦੀ ਉਹ ਹੋਣਗੇ ਜਿਨ੍ਹਾਂ ਦਾ ਨਾਂ ਨਬੀ ਪਾਕ ਔਰ ਉਹਨਾਂ ਦੀ ਵਾਲਦਾ ਦਾ ਨਾਂ ਨਬੀ ਪਾਕ ਦੀ ਵਾਲਦਾ ਦੇ ਨਾਲ, ਉਹਨਾਂ ਦੇ ਵਾਲਦ ਦਾ ਨਾਂ ਨਬੀ ਪਾਕ ਦੇ ਵਾਲਦ ਦੇ ਨਾਲ ਹੋਏਗਾ। ਅਸੀਂ ਉਹ ਆ ਜਿਹੜੇ ਮੰਨਦੇ ਆ ਕਿ ਈਸਾ अलैहिस्सलाम, मूसा अलैहिस्सलाम, इब्राहिम अलैहिस्सलाम ਦੇ ਸਾਰੇ ਮੌਜਜ਼ਾਤ ਜਿਸ ਤਰ੍ਹਾਂ ਕੁਰਾਨ 'ਚ ਲਿਖੇ ਨੇ, ਇਸੇ ਤਰ੍ਹਾਂ ਨੇ ਇਹਨਾਂ 'ਚੋਂ ਕੋਈ ਵੀ ਮੌਜਜ਼ਾ ਕਿਸੇ ਨਬੀ ਨੇ ਵੀ ਕਦੇ ਅਮਲ ਤਿਰਬ ਕਰਕੇ ਨਹੀਂ ਵਹਾਇਆ। ਅਸੀਂ ਉਹ ਆ ਜਿਹੜੇ ਮੰਨਦੇ ਆ ਕਿ ਫਰਿਸ਼ਤੇ ਅੱਲਾਹ ਤਾਲਾ ਦੀ ਐਸੇ ਤਰ੍ਹਾਂ ਮਖਲੂਕ ਨੇ ਜਿਸ ਤਰ੍ਹਾਂ ਇਨਸਾਨ ਔਰ ਜਿੰਨਾਤ ਉਹਦੀ ਮਖਲੂਕ ਨੇ। ਉਹ ਫਰਿਸ਼ਤੇ ਅੱਲਾਹ ਤਾਲਾ ਦੀ ਵਹੀ ਲੈ ਕੇ ਅੱਲਾਹ ਤਾਲਾ ਦੇ ਨਬੀਆਂ ਤੇ ਨਾਜ਼ਲ ਹੁੰਦੇ ਰਹੇ ਨੇ। ਜਿਹੜੇ ਫਰਿਸ਼ਤੇ ਮੌਤ ਦੇ ਨੇ ਉਹ ਵੀ ਫਰਿਸ਼ਤੇ ਨਾਜ਼ਲ ਹੁੰਦੇ ਨੇ ਤੇ ਫਿਰ ਉਹ ਬੰਦੇ ਦੀ ਜਾਨ ਕੱਢਦੇ ਨੇ। ਅਸੀਂ ਇਹ ਨਹੀਂ ਮੰਨਦੇ ਕਿ ਕੋਈ ਫਰਿਸ਼ਤਾ ਜ਼ਮੀਨ ਦੇ ਉੱਤੇ ਨਾਜ਼ਲ ਨਹੀਂ ਹੁੰਦਾ। ਅਸੀਂ ਇਹ ਨਹੀਂ ਮੰਨਦੇ ਕਿ ਫਰਿਸ਼ਤੇ ਸਿਤਾਰਿਆਂ ਦੀਆਂ ਰੂਹਾਂ ਨੇ। ਅਸੀਂ ਲੈਲਤੁਲ ਕਦਰ ਨੂੰ ਲੈਲਤੁਲ ਕਦਰ ਮੰਨਦੇ ਆ। ਅਸੀਂ ਨਬੀ अलैहिस्सलाम ਦਾ ਮਿਹਰਾਜ ਜਿਸਮਾਨੀ ਮੰਨਦੇ ਆ। ਅਸੀਂ ਉਹ ਆ ਜਿਹੜੇ ਨਬੀ ਪਾਕ अलैहिस्सलातु वस्सलाम ਦੇ ਬਾਰੇ ਜੋ ਕੁਰਾਨ ਦੇ ਵਿੱਚ ਸਿਫਾਤ ਉਹਨਾਂ ਦੀਆਂ ਆਈਆਂ ਨੇ ਉਂਝ ਹੀ ਮੰਨਦੇ ਆ, ਜਿੰਜ ਸਹਾਬਾ ਨੇ ਮੰਨੀਆਂ ਨੇ, ਜਿੰਜ ਸਲਫ ਸਾਲਹੀਨ ਨੇ ਮੰਨੀਆਂ ਨੇ। ਅਸੀਂ ਉਹ ਸਾਡਾ ਇਹ ਤਾਰਫ ਜੇ। ਹਾਂਜੀ ਦੱਸੋ ਤੁਹਾਡਾ ਕੀ ਤਾਰਫ? ਕਿਆ ਨਬੀ ਪਾਕ ਤੋਂ ਬਾਅਦ ਤੁਸੀਂ ਕਿਸੇ ਹੋਰ ਨਬੀ ਮੰਨਦੇ ਹੋ? ਹੈ ਜੀ, ਆ ਜੀ, ਬਿਲਕੁਲ ਮੰਨਦੇ, ਉਮਤੀ ਨਬੀ ਮੰਨਦੇ ਆ। ਅੱਛਾ, ਹੁਣ ਤੁਸੀਂ ਉਹਨੇ ਨਬੂਵਤ ਦਾ ਦਾਅਵਾ ਕੀਤਾ ਹੈ। ਆਮਰਦੀਨ ਸਾਹਿਬ ਮੈਨੂੰ ਗੱਲ ਦੱਸੋ, ਮੈਂ ਹਾਲੇ ਖਤਮ ਨਹੀਂ ਹੋ ਜੇ, ਮੈਂ ਛੱਡੋ, ਅਸੀਂ 135 ਸਾਲ ਹੋ ਗਏ ਯਾਰ, 135 ਸਾਲ ਹੋ ਗਏ ਨੇ। ਨਤੀਜਾ ਵੀ ਤੇ 135 ਸਾਲ ਦਾ ਸਾਹਮਣੇ ਛੱਡੋ। ਮੈਂ ਪੁੱਛ ਰਿਹਾ ਹੁਣ ਤੁਹਾਨੂੰ, ਜਿਹੜੇ ਅਹਿਲੇ ਤਸ਼ੀਹ ਨੇ ਉਹਨਾਂ ਦਾ 12ਵੇਂ ਇਮਾਮ ਨਹੀਂ ਆਉਣਾ, ਠੀਕ ਹੈ, ਰਿਸਪੈਕਟਫੁਲ 12ਵੇਂ ਇਮਾਮ ਲਫ਼ਜ਼ ਬੋਲਾਂਗਾ, ਮਤਲਬ ਇੱਜ਼ਤ ਵਾਲੇ ਨੇ, ਉਹਨੇ 12ਵੇਂ ਇਮਾਮ ਨਹੀਂ ਆਉਣਾ ਜੀ ਉਹਨਾਂ ਦੇ ਨੇ, ਠੀਕ ਹੈ। ਤੁਸੀਂ ਕਿਹਾ ਉਹਨਾਂ ਦੇ 12, ਕਿਉਂਕਿ ਸਿਰਫ ਦੋ ਮੈਂ ਕੰਫਿਊਜ਼ ਹਾਂ ਇਸ ਚੀਜ਼ ਤੋਂ। तो 12 ਇੱਕ ਐਲਸੀ ਦਾ 12 ਇਮਾਮ ਹੈ ਜੀ, ਇੱਕ ਤੁਹਾਡਾ ਇਮਾਮ ਹੈ ਜੀ, ਠੀਕ ਹੈ। ਹੁਣ ਤੁਸੀਂ ਕਿਉਂਕਿ ਇਹ ਕਹਿੰਦੇ ਹਾਂ ਈਸਾ अलैहिस्सलाम ਨੇ ਆਉਣਾ, ਉਹਨਾਂ ਨੇ ਬੈਤ ਕਰਨੀ ਹੈ, ਜ਼ਾਹਰ ਹੈ ਕਿ ਬੈਤ ਕਰਨੀ ਇਮਾਮ ਮਹਿਦੀ ਦੀ। ਹੁਣ ਅਗਰ 12 ਇਮਾਮ ਦੀ ਬੈਤ ਕਰਨਗੇ ਦੇ ਫੋਲੋ ਦਾ ਰੂਲ ਫॉर ਇਮਾਮ ਮਹਿਦੀ, ਠੀਕ ਹੈ। ਕਿਉਂਕਿ ਨਬੀ ਇੱਕ ਗੈਰ ਉਮਤੀ, ਮਤਲਬ ਇੱਕ ਨਬੀ ਇੱਕ ਨਨ ਨਬੀ ਦੀ ਬੈਤ ਕਰੇਗਾ। ਹੁਣ ਕਿਆ ਤੁਸੀਂ ਇਮਾਮ ਮਹਿਦੀ ਜਿਹੜੇ ਅਹਿਲੇ ਤਸ਼ੀਹ ਦਾ ਇਮਾਮ ਮਹਿਦੀ 12 ਇਮਾਮ ਨੇ, ਤੁਸੀਂ ਉਹਨਾਂ ਦੀ ਬੈਤ ਕਰੋਗੇ, ਤੁਸੀਂ ਉਹਨਾਂ ਦਾ ਰੂਲ ਫਾਲੋ ਕਰੋਗੇ, ਤੁਸੀਂ ਐਜ਼ ਅਹਿਲੇ ਤਸ਼ੀਹ ਰਿਲੀਜਨ ਨੂੰ ਫਾਲੋ ਕਰੋਗੇ ਜਾਂ ਤੁਸੀਂ ਆਪਣਾ ਹੀ ਲੈ ਕੇ ਜਾਓਗੇ ਅੱਗੇ? ਠੀਕ ਹੋ ਗਿਆ। ਹੁਣ ਤੁਹਾਡੀ ਗੱਲ ਮੈਂ ਬੜੇ ਧਮਲ ਨਾਲ ਸੁਣੀ ਹੈ ਤੇ ਉਮੀਦ ਹੈ ਕਿ ਤੁਸੀਂ ਮੈਨੂੰ ਨਹੀਂ ਕੱਟਣ ਲੱਗੇ। ਗੱਲ ਇਹ ਹੈ ਕਿ ਮਹਦੀ ਦੇ ਤਸੱਵਰ ਵਿੱਚ ਅਹਿਲੇ ਸੁਨਨਤ ਔਰ ਅਹਿਲੇ ਤਸ਼ੀਹ ਦੇ ਦਰਮਿਆਨ ਕੁਝ ਇਖਤਲਾਫ ਪਾਇਆ ਜਾਂਦਾ ਹੈ। ਅਹਿਲੇ ਸੁਨਨਤ ਮੰਨਦੇ ਨੇ ਕਿ ਉਹਨਾਂ ਨੇ ਪੈਦਾ ਹੋਣਾ ਹੈ, ਇਹ ਮੰਨਦੇ ਨੇ ਕਿ ਉਹ ਪੈਦਾ ਹੋ ਚੁੱਕੇ ਨੇ ਤੇ ਉਹਨਾਂ ਨੇ ਸਿਰਫ ਖਰੂਜ ਫਰਮਾਣਾ ਹੈ। ਇਹ ਉਹ ਬਾਹਰ ਨਹੀਂ ਨਿਕਲੇ, ਲੇਕਿਨ ਉਹ ਪੈਦਾ ਹੋ ਚੁੱਕੇ ਨੇ, ਇਸ ਦੁਨੀਆ ਦੇ ਉੱਤੇ ਆ ਚੁੱਕੇ ਨੇ। ਇੰਨਾ ਇਖਤਲਾਫ ਹੈ। ਲੇਕਿਨ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹਦੇ बारे तो इतफाक है कि महदी हदायत याफ्ता इमाम ने, इस तरह का इमाम है महदी नहीं
ਨਾ ਉਹਨਾਂ ਦੇ ਨਜ਼ਦੀਕ ਨਾ ਸਾਡੇ ਨਜ਼ਦੀਕ। ਜਿਹੜਾ ਲੋਕਾਂ ਦਾ ਮਾਲ ਲੁੱਟੇ, ਜਿਹੜਾ ਲੋਕਾਂ ਨੂੰ ਝੂਠੀਆਂ ਪੇਸ਼ਗੋਈਆਂ ਕਰਕੇ ਉਹਨਾਂ ਦੇ ਉੱਤੇ ਤੋਹਮਤਾਂ ਲਾਏ, ਇਹੋ ਜਿਹਾ ਇਮਾਮ ਮਹਦੀ ਨਹੀਂ ਹੋਏਗਾ ਜਿਹੜਾ ਨਬੀਆਂ ਨੂੰ ਗਾਲਾਂ ਕੱਢੇ, ਈਸਾ ਅਲੈਹਿਸ ਸਲਾਮ ਨੂੰ ਗਾਲਾਂ ਕੱਢੇ, ਬਲਕਿ ਹਦਾਇਤ ਯਾਫਤਾ ਇਮਾਮ ਨੂੰ ਇਮਾਮ ਮਹਦੀ ਦਰਅਸਲ ਉਹਨਾਂ ਦਾ ਨਾਂ ਹੈ ਹੀ ਨਹੀਂ, ਨਾਂ ਉਹਨਾਂ ਦਾ ਮੁਹੰਮਦ ਬਿਨ ਅਬਦੁੱਲਾ ਹੈ। ਇਹ ਇਮਾਮ ਮਹਦੀ ਤੇ ਸਿਰਫ ਉਹਨਾਂ ਦਾ ਇੱਕ ਕੁਨੀਅਤ, ਇੱਕ ਤਖੱਲਸ ਹੈ ਕਿ ਉਹ ਹਦਾਇਤ ਯਾਫਤਾ ਇਮਾਮ ਹੋਣਗੇ। ਤੇ ਰਹੀ ਗੱਲ ਇਹ ਕਿ ਈਸਾ ਅਲੈਹਿਸ ਸਲਾਮ ਉਹਨਾਂ ਦੇ ਹੱਥ ਤੇ ਬੈਤ ਕਰਨਗੇ, ਇਸ ਤਰ੍ਹਾਂ ਦੀ ਕੋਈ ਗੱਲ ਨਾ ਅਹਿਲੇ ਸੁਨਨਤ ਵਿੱਚ ਨਾ ਅਹਿਲੇ ਤਸ਼ਯੁਅ 'ਚ ਲਿਖੀ ਹੈ। ਇੰਨਾ ਲਿਖਿਆ ਹੈ ਕਿ ਨਮਾਜ਼ ਉਹ ਇਮਾਮ ਮਹਦੀ ਪੜ੍ਹਾਉਣ ਲੱਗਣਗੇ ਤੇ ਜਿਹੜੇ ਮਸੀਹ ਅਲੈਹਿਸ ਸਲਾਮ ਨੇ ਨਾਜ਼ਲ ਹੋਣਗੇ ਉਹ ਕਹਿਣਗੇ ਤੁਸੀਂ ਨਬੀ ਹੋ ਤੇ ਤੁਸੀਂ ਨਮਾਜ਼ ਪੜ੍ਹਾਓ, ਤੇ ਮਸੀਹ ਅਲੈਹਿਸ ਸਲਾਮ ਕਹਿਣਗੇ ਕਿ ਨਹੀਂ, ਇਮਾਮੁਕੁਮ ਮਿਨਕੁਮ, ਤੁਹਾਡਾ ਇਮਾਮ ਤੁਹਾਡੇ 'ਚ ਹੋਣਾ ਚਾਹੀਦਾ, ਤੁਸੀਂ ਨਮਾਜ਼ ਪੜ੍ਹਾਓ, ਮੈਂ ਤੁਹਾਡੇ ਪਿੱਛੇ ਪੜ੍ਹਦਾ। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਗਰ ਇਮਾਮ ਗੈਰ ਨਬੀ ਹੋਵੇ ਤੇ ਨਬੀ ਉਹਦੇ ਪਿੱਛੇ ਨਮਾਜ਼ ਪੜ੍ਹ ਲੇ, ਇਹਦੇ ਨਾਲ ਕੋਈ ਕੁਫਰ ਸ਼ਿਰਕ ਲਾਜ਼ਮ ਨਹੀਂ ਆਉਂਦਾ। ਅੱਲਾਹ ਦੇ ਨਬੀ ਦੀ ਗੱਲ ਨੂੰ ਅਸੀਂ ਇਸੇ ਤਰ੍ਹਾਂ ਮੰਨਦੇ ਹਾਂ, ਨਾ ਅਸੀਂ ਉਹਦੇ ਵਿੱਚ ਕੋਈ ਕਮੀ ਕਰਨੇ ਨਾ ਇਜ਼ਾਫਾ। ਜਿੰਨੀਆਂ ਤੁਸੀਂ ਗੱਲਾਂ ਇਜ਼ਾਫੀ ਕੀਤੀਆਂ ਨੇ ਕਿ ਉਹਨਾਂ ਦੀ ਬੈਤ ਕਰਨਗੇ ਜਾਂ ਤੁਸੀਂ ਵੀ ਫਿਰ ਉਹਨਾਂ ਦੀ ਬੈਤ ਕਰੋਗੇ ਜਾਂ ਉਹਨਾਂ ਦੀ ਤਾਲੀਮਾਤ ਦਾ ਕੋਈ ਜ਼ਿਕਰ ਹੀ ਨਹੀਂ ਹੈ ਕਿ ਉਹਨਾਂ ਨੇ ਕੋਈ ਵੱਖਰੀ ਤਾਲੀਮਾਤ ਪੇਸ਼ ਕਰਨੀਆਂ ਨੇ, ਵੱਖਰੇ ਇਲਾਮ ਪੇਸ਼ ਕਰਨੇ ਨੇ, ਕੁਰਾਨ ਹਾਰ ਦਾ ਕਲਾਮ ਉਹਨਾਂ ਤੇ ਨਾਜ਼ਲ ਹੋਣਾ, ਇਸ ਤਰ੍ਹਾਂ ਦੀ ਗੱਲ ਹੀ ਨਹੀਂ ਹੈ ਲਿਖੀ। ਬਲਕਿ ਉਹਨਾਂ ਦਾ ਕੰਮ ਦੁਨੀਆ ਦੇ ਉੱਤੇ ਇੱਕ ਸਿਆਸੀ ਕਿਆਦਤ ਹੈ। ਇਮਾਮ ਮਹਦੀ ਦਾ ਉਹਨਾਂ ਦਾ ਜਿਹੜਾ ਮੈਂਡੇਟ ਹੈ ਉਹ ਦੁਨੀਆ ਦੇ ਉੱਤੇ ਮੁਸਲਮਾਨਾਂ ਦੀ ਇੱਕ ਸਿਆਸੀ ਕਿਆਦਤ ਹੈ, ਨਾ ਕਿ ਉਹਨਾਂ ਦਾ ਕੋਈ ਤਫਸੀਰਾਂ ਲਿਖਣ ਦਾ ਮੈਂਡੇਟ ਹੈ, ਨਾ ਉਹਨਾਂ ਦੇ ਫਿਰਕਿਆਂ ਦੀ ਕੋਈ ਸਲਾਹ ਉਹਨਾਂ ਨੇ ਕਰਨੀ ਹੈ, ਨਾ ਉਹਨਾਂ ਨੇ ਕੋਈ ਦੁਨੀਆ ਦੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ 'ਚ ਕੋਈ ਕਮੀ ਬੇਸ਼ੀ ਕਰਨੀ ਕਿ ਇਹਦੇ 'ਚ ਇਹ ਘੱਟ ਹੈ ਤੇ ਉਹ ਵੱਧ ਹੈ। ਤਾਲੀਮੀ ਮੈਂਡੇਟ ਉਹਨਾਂ ਦਾ ਕਿਤੇ ਲਿਖਿਆ ਹੀ ਨਹੀਂ। ਹਾਂ, ਕਿਉਂਕਿ ਇਮਾਮ ਮਹਦੀ ਨੇ, ਕਿਉਂਕਿ ਹਦਾਇਤ ਯਾਫਤਾ ਇਮਾਮ ਨੇ, ਆਫ ਕੋਰਸ मौजूद हो। सॉरी थोड़ा सा बिजी था। अस्सलाम वालेकुम, क्या हाल है? ठीक हो? ਮੇਰੀ ਆਵਾਜ਼ ਬੰਦ ਤਾਂ ਨਹੀਂ ਹੋ ਗਈ ਸੀ? मुर्शिद साहब आवाज आ रही? ਬਹੁਤ ਆਮਰ ਭਾਈ ਗੱਲ ਕੀ ਆ ਰਹੀ ਹੈ, ਬੋਲੋ ਤੁਸੀਂ। ਮੈਂ ਕਹਿ ਰਿਹਾ ਕਿ ਸਾਡੇ ਔਰ ਉਹਨਾਂ ਦੇ ਦਰਮਿਆਨ ਕੋਈ ਇਸ ਤਰ੍ਹਾਂ ਦਾ ਮੇਜਰ ਇਖਤਲਾਫ ਨਹੀਂ ਹੈ। ਅਲਬੱਤਾ ਤੁਹਾਡਾ ਜਿਹੜਾ ਇਮਾਮ ਮਹਦੀ, ਜਿਹਨੂੰ ਤੁਸੀਂ ਇਮਾਮ ਮਹਦੀ ਮੰਨ ਲਿਆ, ਉਹਨੂੰ ਤੇ ਇਮਾਮ ਮਹਦੀ ਕਹਿਣਾ ਵੀ ਇਮਾਮ ਮਹਦੀ ਦੀ ਤੋਹੀਨ ਹੈ। ਜਿਸ ਤਰ੍ਹਾਂ ਦਾ ਉਹਨਾਂ ਦਾ ਸਰਕਾਰ ਦਾ ਸੀਰਤ ਹੈ, ਕਿਰਦਾਰ ਹੈ, ਉਹ ਤੁਸੀਂ ਖੁਦ ਪੜ੍ਹ ਲਓ, ਆਪਣੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੈ। ਆਇਨਾ ਕਮਾਲਤ ਇਸਲਾਮ 'ਚ ਲਿਖਿਆ ਹੈ ਕਿ ਬਈ ਅਹਿਮਦ ਬੇਗ ਮੇਰੇ ਕੋਲ ਜ਼ਮੀਨ ਦੇ ਕਾਗਜ਼ਾਂ ਤੇ ਦਸਤਖਤ ਕਰਵਾਉਣ ਆਇਆ ਸੀ ਤੇ ਮੈਂ ਉਹਨੂੰ ਆਖਿਆ ਤੂੰ ਬੇਟੀ ਦਾ ਰਿਸ਼ਤਾ ਦੇਂਗਾ ਤੇ ਤੇਰੇ ਜ਼ਮੀਨ ਦੇ ਕਾਗਜ਼ਾਂ ਤੇ ਦਸਤਖਤ ਕਰੇਗਾ। ਕਿਆ ਇਮਾਮ ਮਹਦੀ ਦਾ ਕਿਰਦਾਰ ਹੈ? ਹੋ ਸਕਦਾ? ਕੋਈ ਮੈਂ ਗਾਲ ਨਹੀਂ ਕੱਢੀ, ਮੈਂ ਇੱਕ ਗੱਲ ਪੇਸ਼ ਕੀਤੀ ਹੈ ਜਿਹੜੀ ਆਇਨਾ ਕਮਾਲਤ ਇਸਲਾਮ ਦੇ ਵਿੱਚ ਲਿਖੀ। ਇਹਨੂੰ ਤੇ ਬਲੈਕਮੇਲਿੰਗ ਕਹਿੰਦੇ ਨੇ ਭਾਈਜਾਨ, ਸਾਡੇ ਮੁਆਸ਼ਰੇ ਵਿੱਚ, ਪੂਰੀ ਦੁਨੀਆ ਦੇ ਵਿੱਚ ਇਹਨੂੰ ਬਲੈਕਮੇਲਿੰਗ ਕਹਿੰਦੇ ਨੇ ਕਿ ਬੰਦਾ ਆਇਆ ਤੁਹਾਡੇ ਕੋਲ ਜ਼ਮੀਨ ਦੇ ਕਾਗਜ਼ਾਂ ਤੇ ਦਸਤਖਤ ਕਰਵਾਉਣ, ਤੁਸੀਂ ਕਹਿੰਦੇ ਹੋ ਬੇਟੀ ਦਾ ਰਿਸ਼ਤਾ ਦੇਂਗਾ ਤੇ ਮੈਂ ਤੈਨੂੰ ਜ਼ਮੀਨ ਦੇ ਕਾਗਜ਼ਾਂ ਤੇ ਦਸਤਖਤ ਕਰਕੇ ਦੇਵਾਂਗਾ। ਉਹਦੀ ਮਜਬੂਰੀ ਦਾ ਨਜਾਇਜ਼ ਫਾਇਦਾ ਲੈਣ ਲੱਗੇ। ਫਿਰ ਉਹ ਔਰਤ ਜਿਹੜੀ ਹੈ ਉਹ ਚਲੀ ਗਈ ਹੈ ਵਿਆਹ ਕੇ ਕਿਸੇ ਹੋਰ ਦੇ ਘਰ, ਤੁਸੀਂ ਇਸ਼ਤਿਹਾਰ ਛਾਪ ਰਹੇ ਹੋ ਕਿ ਬਈ ਮੈਨੂੰ ਇਹਦੇ ਨਾਲ ਮੇਰਾ ਵਿਆਹ ਹੋਣਾ ਹੈ। ਤੁਸੀਂ ਉਹਨੂੰ ਖਾਬਾਂ 'ਚ ਵੇਖ ਕੇ ਜੱਫੀਆਂ ਪਾ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਇਹ ਅੱਲਾਹ ਕਰੇ ਆ ਜਾਏ, ਇਹ ਵੀ ਅੱਲਾਹ ਕਰੇ ਉਹ ਆ ਜਾਏ। ਇਹ ਇਮਾਮ ਮਹਦੀ ਦਾ ਕਿਰਦਾਰ ਹੈ? ਕਿਆ ਤੁਸੀਂ ਐਸੇ ਬੰਦੇ ਨੂੰ ਇਮਾਮ ਮਹਦੀ ਮੰਨਿਆ? ਅੱਲਾਹ ਤੋਂ ਡਰ ਜਾਓ, ਇਮਾਮ ਮਹਦੀ ਦੇ ਨਾਂ ਤੇ ਧੋਖਾ ਨਾ ਖਾਓ। ਇਮਾਮ ਮਹਦੀ ਦੀਆਂ ਜੋ ਨਿਸ਼ਾਨੀਆਂ ਕੁਰਾਨ ਔਰ ਹਦੀਸ ਵਿੱਚ ਬਿਆਨ ਕੀਤੀਆਂ ਨੇ, ਨਬੀ ਅਲੈਹਿਸਲਾਮ ਦੀ ਜ਼ੁਬਾਨ ਨਾਲ ਅਸਾਂ ਸੁਣੀਆਂ ਨੇ, ਸਿਰਫ ਉਹਨਾਂ ਨੂੰ ਫਾਲੋ ਕਰੋ। ਇੱਕ ਬੰਦਾ ਆ ਕੇ ਤੇ ਸਾਰੇ ਇਸਲਾਮ ਦਾ ਚਿਹਰਾ ਮਸਕ ਕਰਕੇ ਤੇ ਆਖੇ ਮੈਂ ਤੁਹਾਨੂੰ ਨਵੀਂ ਤਾਲੀਮ ਦੇਣ ਲੱਗਾ, ਨਵਾਂ ਕਲਾਮ ਦੇਣ ਲੱਗਾ, ਹੁਣ ਮੇਰੀ ਬੀਵੀ ਤੁਹਾਡੀ ਉਮੁਲ ਮੋਮਿਨੀਨ ਹੈ, ਇਹ ਤੁਹਾਡੇ ਅਹਿਲੇ ਬੈਤ ਨੇ, ਇਹ ਤੁਹਾਡੇ ਪੰਜ ਤਨ ਪਾਕ ਨੇ, ਇਹ ਤੁਹਾਡੇ ਸਹਾਬਾ 313 ਨੇ, ਮੈਂ ਤੁਹਾਡਾ ਨਬੀ ਹਾਂ। ਭਾਈ ਇਮਾਮ ਮਹਦੀ ਦੇ ਨਾਮ ਤੇ ਫਰਾਡ ਹੋਇਆ ਤੁਹਾਡੇ ਨਾਲ। ਇਹਨੂੰ ਛੱਡੋ, ਇਸਲਾਮ 'ਚ ਵਾਪਸ ਆ ਜਾਓ। ਸਾਡੀ ਆਈ ਦਾ ਤੁਸੀਂ ਅਵੇਵ ਤਾਂ ਪਤਾ ਨਹੀਂ ਹੁਣ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜਾਂ ਨਹੀਂ ਆ ਰਹੀ ਹੈ। ਉਹਨਾਂ ਟੋਰੀ ਜਾਣਾ ਸੀ, ਪਤਾ ਲੱਗ ਗਿਆ ਸੀ। ਚਲੇ ਗਏ ਨੇ ਉਹ ਆਂਦੇ ਇੰਨੀ ਦੇਰ ਰਸਤੇ ਨੇ ਨਹੀਂ ਉਹ ਆਏ ਸਨ, ਲੇਕਿਨ ਪਿੱਛੋਂ ਫੋਨ ਆ ਗਏ ਸਨ। ਸਮਝਿਆ ਕਰੋ ਗੱਲ, ਪਿੱਛੋਂ ਫੋਨ ਨੇ ਥੱਲੇ ਉਤਰ। ਨਹੀਂ ਹੈ ਤੇ ਬੇਟੇ ਤੇ ਇੱਥੇ ਹੀ ਨੇ, ਦੇਖੋ ਹੁਣ ਡ੍ਰੌਪ ਹੋ ਗਏ ਨੇ। ਬੁਲਾਓ ਉਹਨਾਂ ਨੂੰ ਇਨਵਾਈਟ ਕਰਕੇ ਦੁਬਾਰਾ। ਅੱਛਾ, ਉਹ ਹੱਥ ਦੇ ਉੱਤੇ ਤੁਸੀਂ ਕੋਈ ਗੱਲ ਕਰਨਾ, ਬਲਕਿ ਪਹਿਲੇ ਮੂਸਾ ਭਾਈ अस्सलाम वालेकुम, बहुत बहुत मुबारक हो माशाल्लाह, पाकिस्तान हो के आए हो। वालेकुम सलाम। अच्छा, वालेकुम सलाम रहमतुल्लाह। इन्ने दिनों दी आवाज नहीं जे सुनाई, अच्छा है गड़बड़ से ਨਹੀਂ ਉਸਤਾਦ ਜੀ, ਮੈਂ ਤੇ ਜਿਸ ਦਿਨ 에어ਪੋਰਟ ਤੇ ਮੈਂ ਤਾਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਕਿ ਫਲਾਈਟ ਕੈਂਸਲ ਹੋ ਗਈ ਹੈ ਤੇ ਦੁਆ ਕਰੋ ਤੇ ਅੱਲਾਹ ਪਾਕ ਦੂਸਰੀ ਫਲਾਈਟ ਦਾ ਫਿਰ ਬਿਹਤਰੀਨ ਹੋ ਜੇ। ਤੇ ਅਲਹਮਦੁਲਿਲਾ ਤੁਸੀਂ ਦੁਆ ਕੀਤੀ ਤੇ ਸ਼ੁਕਰ ਮਾਲਕ ਦੀ ਜ਼ਾਤ ਦਾ। ਉਹ ਜਨਾਬ ਉਸੇ ਟਾਈਮ ਫਿਰ ਦੂਸਰੀ ਫਲਾਈਟ ਤੇ ਬੈਠੇ ਤੇ ਪਾਕਿਸਤਾਨ। हाँ याद आ गया, तुसा कीता सी उस दिन तज़किरा, लेकिन मैं भुल गया। मैं क्या भी बाबा दिन होए ने, कितने दिन रह के आए हो? जी मैं सर जी अपना 1 महीना तक तकरीबन 10 दिन रह के आया जी।
ਵਾਹ ਵਾਹ ਵਾਹ, ਕੀ ਬਾਤ ਹੈ, ਮੌਜਾਂ ਕਰ ਗਏ ਨੇ ਮੂਸਾ ਭਾਈ। ਮੌਲਾ ਸਲਾਮਤ ਰੱਖੇ ਜੀ ਤੁਹਾਨੂੰ ਵੀ। ਤੇ ਨਜਬ ਭਾਈ ਬਹੁਤ ਖੁਸ਼ੀ ਹੋਈ ਹੈ। ਔਰ ਮੈਂ ਕੱਲ ਤਕਰੀਬਨ ਪਰਸੋਂ ਮੈਂ ਪਹੁੰਚੇ ਤੇ ਕੱਲ ਸਾਰੀ ਦਿਹਾੜੀ ਜਿਹੜਾ ਨਾ ਥਕਾਵਟ 'ਚ ਰਿਹਾ, ਮਗਰ ਸਾਥੀਆਂ ਨੂੰ ਆਪਣਾ ਦੇਖਿਆ ਵਾ ਬੈਠਿਆ ਕੱਲ, ਤੇ ਫਿਰ ਮੈਂ ਆਇਆ ਵਾ ਉਸਤਾਦ ਰਾਣਾ ਸਲਾਮ ਦਾ ਕੀਤੀ, ਤੇ ਫਿਰ ਮੈਂ ਉਹ ਸੈਣੀ ਸਾਹਿਬ ਦੀ ਬਰੋਡ ਤੇ ਪਰਸੋਂ ਬੈਠੇ ਸਨ, ਤੇ ਬਸ ਖੈਰੋਫੀਅਤ ਲਈ ਤੇ ਫਿਰ ਮੈਂ ਸਾਈਡ 'ਤੇ ਹੋ ਗਿਆ। ਸਾਰੀ ਸਿਹਤ ਵੀ ਠੀਕ ਹੈ ਤੁਹਾਡੀ? ਅੱਛਾ, ਇੱਕ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਜੀ। ਅਲਹਮਦੁਲਿਲਾ ਜੀ ਜ਼ਰੂਰ। ਇਹ ਹੁਣ ਮੈਨੂੰ ਇੱਕ ਮੈਸੇਜ ਆਇਆ ਹੈ, 2 ਸਾਲ ਹੋ ਗਏ ਨੇ ਟਿਕਟਾਕ ਯੂਜ਼ ਕਰਦੇ ਆ, ਬਲਕਿ 2 ਸਾਲ ਤੋਂ ਵੀ ਉੱਤੇ ਹੋ ਗਏ ਨੇ, 2.5 ਸਾਲ ਹੋ ਗਏ ਨੇ, ਅੱਜ ਤੱਕ ਇਹ ਮੈਸੇਜ ਨਹੀਂ ਆਇਆ। ਵਾਇਲੇਸ਼ਨ, ਹੇਟ ਸਪੀਚ, ਵਾਇਲੈਂਸ ਕ੍ਰੀਏਟ ਕਰਨ ਦਾ ਮੈਸੇਜ ਆ ਰਿਹਾ ਹੈ ਕਿ ਇੰਨੀਆਂ ਕਿ ਯਾਨੀ ਕਿ ਮਿਰਜ਼ਾਈਆਂ ਨੇ ਰਿਪੋਰਟਾਂ ਕੀਤੀਆਂ ਨੇ ਮੇਰੀ ਆਈਡੀ ਦੇ ਉੱਤੇ ਕਿ ਇਹ 2.5 ਸਾਲ 'ਚ ਪਹਿਲਾਂ ਇਹੋ ਜਿਹਾ ਮੈਸੇਜ ਆਇਆ ਕਿ ਤੂੰ ਮੁਸਲਸਲ ਵਾਇਲੇਸ਼ਨ ਫੈਲਾ ਰਹੇ हैं, वायलेंस क्रिएट कर रहे हैं, हेट स्पीच कर रहे हैं, तेरी ऐसी आईडी जी है अगर रिपीटेडली इंज होया तो असीं रिमूव कर देंगे। यह मैसेज आया। अच्छा, मैनूं ये दस दिओ कि अज दी जिन्नी गुफ्तगू है सारी रिकॉर्डेड है, ਇਹਦੇ ਵਿੱਚ ਕਿਹੜੀ ਮੈਂ ਵਾਇਲੈਂਸ ਕੀਤੀ ਹੈ, ਕਿਹੜੀ ਮੈਂ ਗਾਲ ਕੱਢੀ ਹੈ, ਕਿਹਦੀ ਮੈਂ ਮਾਂ ਭੈਣ ਇੱਕ ਕੀਤੀ, ਮੈਨੂੰ ਦੱਸੋ ਕਿ ਕਿਹਨੂੰ ਮੈਂ ਕਤਲ ਦੀ ਧਮਕੀ ਦਿੱਤੀ ਹੈ, ਕਿਹਨੂੰ ਮੈਂ ਜਾਨ ਲੈਣ ਦੀ ਧਮਕੀ ਦਿੱਤੀ, ਦੱਸੋ ਕੀ ਮੈਂ ਨਜਾਇਜ਼ ਦਿੱਤੀ ਹੈ। ਮਿਰਜ਼ਾ ਮਸਰੂਰ ਦੇ ਬਾਰੇ ਬੰਗਲਾਦੇਸ਼ ਦੇ ਮਾਮਲੇ ਦੇ ਉੱਤੇ ਤੁਸੀਂ ਕਿਹਾ ਕੋਈ ਚੀਜ਼ ਗਈ ਹੈ? ਮਿਰਜ਼ਾ ਮਸਰੂਰ ਦਾ ਜਿਹੜਾ ਕਿਹਾ ਹੈ ਨਾ ਤੁਸੀਂ ਕਿ ਬੰਗਲਾਦੇਸ਼ ਇੱਥੇ ਉੱਥੇ ਇੰਜ ਹੋ ਜਾਏਗਾ, ਉਹ ਚੀਜ਼ ਉੱਥੇ ਰਿਪੋਰਟਡ ਹੋਈ ਜੀ। ਅੱਛਾ ਅੱਛਾ, ਹਾਂਜੀ, ਹੋਰ ਚੀਜ਼ ਰਿਪੋਰਟ ਹੋਈ। हैरत की गल है कि ਉਹਦੇ 'ਚ मैं एक कानून की गल दसी है कि अगर कानूनी तौर पर इस्लाम विच मुरतद की सज़ा कतल है, अगर ये जाणगे तो इस्लाम ने जिहड़ी इन्हां नूं सज़ा देती है या देनी सी वो गौरमेंट ऑफ पाकिस्तान ने नहीं दी, लेकिन बांग्लादेश देगा जरूर। ये किहड़ी गलत गल मैं की, नजायज़ गल की, कोई गाल कड्ढी? कानून की धमकी देना, एक बंदा है वो तुहानूं मतलब गालां पै कड्ढदा है, ਉਹਨੂੰ ਇਹ ਕਹਿਣਾ कि ਤੈਨੂੰ पुलिस अरेस्ट कर लेगी, धमकी हुंदी है, ਇਹ वायलेशन हुंदी है, ਇਹ ਵਾਇਲੈਂਸ ਕ੍ਰੀਏਟ ਕੀਤਾ ਜਾ ਰਿਹਾ ਹੈ। ਮੁੱਦਾ ਬਣਾ ਕੇ ਰਿਪੋਰਟ ਕੀਤੀ ਹੈ। ਬਹੁਤ ਆਲਾ ਬਰਾਡ ਦੇ ਉੱਤੇ ਰਿਪੋਰਟ ਹੋਈ ਹੈ, ਥੱਲੇ ਯਾਨੀ ਕਿ ਤੇਰੇ ਹੋਰ ਨਹੀਂ ਹੋਈ, ਔਨ ਦੀ ਸਪੋਟ ਰਿਪੋਰਟ ਵੱਜੀ ਕੋਈ ਗੱਲ ਉੱਤੇ ਫਿਰ ਉਹ ਜਿੰਨੀ ਮਰਜ਼ੀ ਇਹ ਕਰ ਲੈਣ, ਰਿਪੋਰਟਾਂ ਕਰ ਲੈਣ, ਜਿੰਨਾ ਮਰਜ਼ੀ ਚੀਕਾਂ ਮਾਰ ਲੈਣ, ਇਸ ਤਰ੍ਹਾਂ ਤੇ ਜੰਗ ਜਿੱਤਣ ਨਹੀਂ ਹੋਣੀ ਮਿਰਜ਼ਾਈਓ। ਇਸ ਤਰ੍ਹਾਂ ਤੇ ਪੁੱਤਰਾ ਮੈਦਾਨ ਜਿੱਤਣ ਨਹੀਂ ਹੋਣਾ। ਜੇ ਜਿੱਤਣਾ ਹੈ ਤੇ ਗੱਲ ਦਾ ਜਵਾਬ ਗੱਲ ਨਾਲ ਦਿਓ। ਜਿਹੜੀ ਗਾਲ ਕੱਢੀ ਉਹ ਮੈਨੂੰ ਦੱਸੋ, ਮੈਂ ਆਪਸ ਮਾਫੀ ਵੀ ਮੰਗਾਂਗਾ, ਵਾਪਸ ਵੀ ਲੈ ਲਾਂਗਾ, ਲੇਕਿਨ ਇਹਦੇ ਨਾਲ ਕਿਆ ਤੁਸੀਂ ਜੰਗ ਜਿੱਤ ਲਓ ਦੇ? ਇਹ ਮੇਰੀ ਆਈਡੀ ਉੱਡ ਜਾਏਗੀ ਤੇ ਦੂਜੀ ਆਈਡੀ ਨਾਲ ਮੈਂ ਜੁਆਇਨ ਕਰ ਲਾਂਗਾ, ਦੂਜੀ ਵੀ ਉੱਡ ਜਾਏਗੀ, ਤੀਜੀ ਬਣਾ ਲਾਂਗੇ ਇਨਸ਼ਾਅੱਲਾ। ਜਬ ਤੱਕ ਅੱਲਾਹ ਤੌਫੀਕ ਦੇਗਾ, ਆਈਡੀਆਂ ਦਾ ਤਾਂ ਮਸਲਾ ਹੀ ਕੋਈ ਨਹੀਂ ਹੈ। ਇਹੋ ਜਿਹੀਆਂ ਤੁਸੀਂ ਹਰਕਤਾਂ ਜੋ ਕਰੋਗੇ, ਕਿਆ ਇਹਦੇ ਨਾਲ ਤੁਸੀਂ ਰੋਕ ਲੋਗੇ? ਹੱਕ ਦੀ ਆਵਾਜ਼ ਨੂੰ ਤੁਸੀਂ ਬੰਦ ਕਰ ਲੋਗੇ? ਤੁਸੀਂ ਨਹੀਂ ਸੁਣਨਾ ਚਾਹੁੰਦੇ, ਤੁਸੀਂ ਪਿੱਛੇ ਹਟ ਜਾਓ। ਜਿਹੜੇ ਸੁਣਨਾ ਚਾਹੁੰਦੇ ਨੇ ਉਹਨਾਂ ਨੂੰ ਸੁਣਨ ਦਿਓ, ਲੇਕਿਨ ਰਿਪੋਰਟਾਂ ਮਾਰਨ ਨਾਲ ਤੁਹਾਨੂੰ ਸਵਾਏ ਬਦਨਾਮੀ ਦੇ ਤੁਹਾਨੂੰ ਕੁਝ ਵੀ ਨਹੀਂ ਹਾਸਲ ਹੋਏਗਾ। ਨਾ ਮੈਨੂੰ ਕੋਈ ਇਹਦਾ ਡਰ ਹੈ ਕਿ ਵੀ ਰਿਪੋਰਟਾਂ ਮਾਰੀਆਂ ਤਾਂ ਮੈਨੂੰ ਪੁਲਿਸ ਗ੍ਰਿਫਤਾਰ ਕਰਨ ਆ ਰਹੀ ਹੈ। ਇਹਦੇ ਨਾਲ ਸਿਰਫ ਔਰ ਸਿਰਫ ਤੁਸੀਂ ਆਪਣਾ ਮੂੰਹ ਕਾਲਾ ਕਰ ਰਹੇ ਹੋ। ਇਹਦੇ ਨਾਲ ਮੈਨੂੰ ਨੁਕਸਾਨ ਨਹੀਂ ਹੋ ਰਿਹਾ, ਤੁਹਾਨੂੰ ਨੁਕਸਾਨ ਹੋ ਰਿਹਾ ਕਿ ਮਿਰਜ਼ਾਈ ਇਹ ਰਿਪੋਰਟਿੰਗ ਕਰਦੇ ਨੇ। ਮੈਂ ਸਕਰੀਨਸ਼ਾਟ ਨਹੀਂ ਲਿਆ, ਲੇਕਿਨ ਮੈਂ ਓਕੇ ਕਰ ਦਿੱਤਾ। ਬਸ ਠੀਕ ਹੈ, ਜਦੋਂ ਮਰਜ਼ੀ ਤੁਸੀਂ ਉਡਾ ਦੇਣਾ ਮੇਰੀ ਆਈਡੀ। ਉਹ ਯਾਰ ਜਿੰਨੇ ਵੀ ਬੈਠੇ ਹੋ, ਤੁਹਾਡੀ ਮਿਹਰਬਾਨੀ, ਜਿੰਨੇ ਵੀ ਬੈਠੇ ਹੋ, ਠੀਕ ਹੈ, ਇੱਕ ਵਾਰੀ ਜਿੰਨੀ ਗਿਫਟਿੰਗ ਹੋ ਸਕਦੀ ਜੇ ਕਰੋ। ਔਨ ਦਿਸ ਕੀ ਕੀਤਾ ਜੀ? ਆਮਰ ਭਾਈ ਜ਼ਰੂਰੀ ਹੈ ਰਿਪੋਰਟਿੰਗ ਨਹੀਂ ਮਾਰੋ ਯਾਰ, ਗਿਫਟਿੰਗ ਮਾਰੋ। ਅਲਹਮਦੁਲਿਲਾ। ਉਹ ਭਾਈ ਉੱਡ ਜਾਏਗੀ ਆਈਡੀ ਤਾਂ ਕੀ ਹੋ ਜਾਏਗਾ? ਉਹ ਦੂਜੀ ਆਈਡੀ 'ਚ ਕੋਈ 800-900 ਯੂਰੋ ਪਿਆ ਹੈ, ਉਹ ਮੈਂ ਦੇਣਾ ਜ਼ਿਆਰ ਸੂਲ ਨੂੰ, ਤੇ ਉਹ ਇਹ ਤਾਂ ਦੇਣ ਨਹੀਂ ਪਿਆਉਂਦਾ ਕਿ ਉਹ ਨਾ ਉੱਡ ਜਾਏ। ਪਹਿਲਾਂ ਤਾਂ ਕਰੋ ਪੈਸੇ ਕਿਤੇ ਕਰ ਲਵੋ, ਬੈਂਕ ਹੈ ਉਹਨੂੰ ਬੈਂਕ 'ਚ ਕਰ ਲਵੋ। ਨਹੀਂ ਕੀਤਾ ਕਿ ਕੋਈ ਗੱਲ ਕੱਢੀ ਹੈ ਮੇਰੇ ਸਾਹਮਣੇ ਜਿਹੜਾ ਰਿਪੋਰਟਿੰਗ ਸ਼ੁਰੂ ਹੋ ਗਈ? ਕੋਈ ਮੈਂ ਤੇ ਕਹੇ ਰਿਕਾਰਡਿੰਗ ਕੱਢੋ, ਕਿਹੜੀ ਗਾਲ ਕੱਢੀ ਮੈਂ? ਹਾਲ ਦੇਖੋ ਮਰਜ਼ੀਅਤ ਦਾ, ਅੱਛੇ ਅੰਦਾਜ਼ ਨਾਲ ਗੱਲ ਹੋ ਰਹੀ ਹੈ, ਇਤਰਾਜ਼ ਰੱਖਿਆ ਜਾ ਰਿਹਾ ਹੈ, ਆਪਣੀ ਖੁਦ ਚੋਂ ਨਿਕਲਣਾ ਨਹੀਂ, ਦੂਸਰੇ ਦੀ ਖੁਦ ਸਾਹਮਣੇ ਆ ਕੇ ਜਵਾਬ ਦੇਣਾ ਨਹੀਂ ਹੈ, ਖਾਲੀ ਰਿਪੋਰਟਿੰਗ ਕਰ ਸਕਦੇ ਨੇ। ਬੇਸ਼ਰਮੋ, ਸ਼ਰਮ ਦਾ ਮਕਾਮ ਹੈ। ਸ਼ੀਸ਼ੇ ਦੇ ਘਰ 'ਚ ਖਲੋ ਕੇ ਪੱਥਰ ਮਾਰਦੇ ਨੇ ਲੋਕਾਂ ਦੇ ਘਰਾਂ 'ਚ। ਸਰ ਜੀ, ਇੱਕ ਆਈਡੀ ਉੱਡਣ ਨਾਲ ਕਿਹੜਾ ਕੋਈ ਫਰਕ ਪੈ ਜਾਣਾ? 101 ਆਈਡੀ ਤੁਹਾਡੀ ਜਾਨ ਤੋਂ ਕੁਰਬਾਨ, ਤੁਹਾਡੇ ਸਿਰ ਤੋਂ ਕੁਰਬਾਨ, ਇਹ ਕਿਹੜੀਆਂ ਕੋਈ ਗੱਲ ਹੈ? ਅੱਲਾ ਖੈਰ ਕਰੇ। ਮਸਲਾ ਹੀ ਕੋਈ ਨਹੀਂ, ਚੱਕਰ ਹੀ ਕੋਈ ਮਸਲਾ ਹੀ ਕੋਈ ਨਹੀਂ ਹੈ। ਅੱਛਾ ਆਮਰ ਭਾਈ, 365 ਦਿਨ ਲੱਗੇਗੀ
365 ਦਿਨ ਸਵਾਲ ਕਰਾਂਗੇ। ਨਾ ਕਰੋ ਯਾਰ ਗਿਫਟਿੰਗ, ਅੱਲਾ ਤੁਹਾਨੂੰ ਜਜ਼ਾਏ ਖੈਰ ਦੇ। ਇਨਸ਼ਾਅੱਲਾ ਕੁਝ ਨਹੀਂ ਹੁੰਦਾ। ਮੈਂ ਤਾਂ ਵੈਸੇ ਸ਼ੇਅਰ ਕੀਤੀ ਹੈ ਕਿ ਬਈ 2.5 ਸਾਲ 'ਚ ਪਹਿਲੀ ਵਾਰੀ ਐਡਾ ਸ਼ਦੀਦ ਮੈਸੇਜ ਆਇਆ ਹੈ, ਰੈੱਡ ਕਲਰ ਉੱਤੇ ਲਾ ਕੇ ਉਹਨਾਂ ਨੇ ਆਖਿਆ ਕਿ ਤੇਰੀ ਆਈਡੀ ਅਸੀਂ ਜਿਹੜੀ ਬੰਦ ਕਰ ਦਿਆਂਗੇ, ਕਿ ਇਹਦੇ ਤੇ ਵਾਇਲੈਂਸ ਕ੍ਰੀਏਟ ਹੋ ਰਿਹਾ ਤੇ ਇੰਜ ਹੋ ਰਿਹਾ। ਮੈਂ ਪੜਿਆ ਮੈਸੇਜ ਜੀ। ਹੈਲੋ, ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਆ ਰਹੀ ਹੈ। मैं कह रहा हूँ 2.5 साल के अंदर पहली दफ़ा शायद तां से हो गया है कि शिया सुन्नी अपने इख्तलाफ मिटा के ते नबी दी ज़ात ते मुत्तहिद ने, शायद तां से जेड़ा इथों जुलूस निकलने लगा। ज्यादा खतरा पैदा हो गया। ਸਵੇਰੇ ਮੈਂ ਨਾਸਰ ਬੱਟ ਦੀ ਬਰਾੜ ਤੇ ਗਿਆ ਸੀ ਤੇ ਉਹ ਇੰਨਾ ਪਿੱਟਣ ਦਿਆ ਸੀ ਨਾ ਉੱਥੇ, ਉਹਨੇ ਯਾਰ ਮਾਰ ਕੀਤੀ। ਕਹਿੰਦਾ ਯਾਰ ਮਾਰ ਕੀਤੀ ਹੈ। ਕੀ ਆ ਕਿ ਯਾਰ ਸਵਾਲ ਪੁੱਛਿਆ, ਮਿਆਰ ਦਰੁਸਤ ਹੈ। मैं ये कर देगा वो कर देगा जी, मेरे को तस्वीरां में यार मैं कुछ भी नहीं पूछा, मैं खाली पूछा मियार दुरुस्त है। बहरीन साहब गल ही है वो ज़हनी मखलूज आदमी पता नहीं ਤੁਸੀਂ ਸਰਕਾਰ हाँ जी ਹੋਰ ਵੀ 100 ਸਾਲ ਇਹਨਾਂ ਦੇ ਨਾਲ ਬੈਠੇ ਰਹਿੰਦੇ ਨਾ, ਇੱਕ ਦਫਾ ਤੁਸੀਂ ਇਹਨਾਂ ਦੇ ਖਿਲਾਫ ਕਰਦੇ ਤੁਹਾਡੀ ਕੀਤੀ ਗਲੇ ਇਹਨਾਂ ਨੇ ਖੂਬ ਫਤਿਹ ਪਾ ਕੇ ਕਰਾਂ। हाँ ਇਹਨਾਂ ਦਾ ਜਦੋਂ ਇਤਰਾਜ਼ ਕਰਨੇ ਸਾਂ, ਜਦੋਂ ਗੱਲਬਾਤ ਹੁੰਦੀ ਸੀ ਉਸ ਟਾਈਮ उस वक्त जो है वो बहुत अच्छे सा, तो उन्होंने वो की गए व्हाट्सएप तो ही ब्लॉक मार दिया। कल कह रहे थे मैं ब्लॉक मार देना तेनों, ਤੇ ਫਿਰ ਕਹਿੰਦਾ ਕਿ ਮੈਂ ਹੁਣ ਕਹਿੰਦਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਦਾਂ ਦਾ ਵਾ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤੇ ਨਾਲ ਦੱਸੀ ਵੀ ਜਾਣਦਾ ਸੀ, ਉਹਨੇ ਆਪਣੇ ਘਰ ਦਾ ਐਡਰੈਸ ਦਿੱਤਾ। ਹਾਂ ਪਹਿਲੇ आप ही अपने लंग अमर भाई, मैं तो गल नहीं ना की माइक ते। अमर भाई माशाल्लाह मेरे छोटे भाई ने उमरा कर लिया, पहला उमरा कर लिया सुन इस टाइम माशाल्लाह। मैं ਤੁਹਾਨੂੰ ਤਸਵੀਰ यार बड़ी खुशी हुई जिस तरह किसी ਦੇ ਪੈਰ ਆ ਕੇ ਲੱਗਦਾ ਉਹ ਮੁਬਾਰਕ ਹੋਵੇ ਜੀ ਨਜਬ ਭਾਈ। ਖੈਰ ਮੁਬਾਰਕ ਜੀ, ਮੁਬਾਰਕ ਹੈ। ਹੁਣ ਕੀਤਾ ਸੀ ਉਮਰਾ ਪਹਿਲਾ। अच्छा बहरीन भाई, सारी ना मैं मतलब बचपन तो ही मतलब पैदाइशी अहमदी ਆ। ਮੈਂ ਆਪਣੀ ਪੂਰੀ ਜ਼ਿੰਦਗੀ 'ਚ ਇੱਕ ਹੀ ਚੀਜ਼ ਦੇਖੀ ਹੈ, ਤੁਸੀਂ ਜਿਹੜੀ ਗੱਲ ਕਰਦੇ ਪਏ ਦੋਸਤੀਆਂ ਦੀ, ਤੁਹਾਡੀ ਜਿਹੜੀ ਫਰੈਂਡਸ਼ਿਪ ਸੀ ਇਹਨਾਂ ਨੇ ਅਹਿਮਦੀਆਂ ਨਾਲ, ਜਿੰਨੇ ਸਾਡੇ ਰਿਸ਼ਤੇ ਨੇ ਨਾ, ਕੋਈ ਸਾਡਾ ਤੁਸੀਂ ਕਹਿੰਦੇ ਨਾ ਕੋਈ ਖੂਨੀ ਰਿਸ਼ਤਾ ਕੋਈ ਨਹੀਂ, ਜਮਾਤੀ ਸਾਰਾ ਦਾ ਸਾਰਾ ਜਮਾਤੀ ਰਿਸ਼ਤੇ ਨੇ। ਭਾਈ ਚਾਹੇ ਸਾਡੇ ਮਾਂ ਬਾਪ ਦਾ ਰਿਸ਼ਤਾ ਹੈ, ਚਾਹੇ ਭੈਣ ਭਰਾਵਾਂ ਦਾ ਰਿਸ਼ਤਾ ਹੈ, ਕੋਈ ਇੱਕ ਰਿਸ਼ਤਾ ਵੀ ਐਸਾ ਖੂਨੀ ਨਹੀਂ ਗਾ। ਤੁਸੀਂ ਅਗਰ ਇਹਨਾਂ ਨਾਲ ਇਖਤਲਾਫ ਕਰੋਗੇ, ਸੱਕੇ ਭੈਣ ਭਰਾ ਸੱਕੇ ਮਾਂ ਬਾਪ ਨੂੰ ਛੱਡ ਦੇਣਗੇ। ਇਸ ਤਰ੍ਹਾਂ ਦੀ ਸਾਡੀ ਜਮਾਤ 'ਚ ਪ੍ਰੋਬਲਮ ਹੈ। हाँ हाँ बिल्कुल ऐसा ही नहीं ठीक हो गया। मैं तो पहले भी क्या मैं की कहीदा उस दिन मैं गल भी नहीं की थी। इत्थे ब्रॉड चल रही है, एक दिन आए ने खराब किया ने काम, एनु नजफ नु गाल कड्डी, दूसरे दिन आए ने फिर खराब किया, रिमूव किया, ते तीसरे दिन को गल ही नहीं हो रही आके मेरी व्हाट्सएप के अंदर वो जी मेरी रखी ने दे उस्ताद नु दे ना लेना ना देना फोटोआं दा, ठीक है। फिर आको गालां करना शुरू हो गया, हुण तो गालां दे के ब्लॉक मार गया। ਜਿਹੜਾ ਬੰਦਾ ਥੱਲੇ 네ਗੇਟਿਵ ਬਰਾਡ ਲਿਖੇ ਨਾ ਉਹਨੂੰ ਮਿਊਟ ਕਰ ਦਿਆ ਕਰੋ, ਕਿਉਂਕਿ ਮੈਂ ਕੰਟੀਨਿਊਸਲੀ ਉਹਨੇ 네ਗੇਟਿਵ ਬਰਾਡ ਲਿਖਿਆ ਹੈ ਤੇ ਮੇ ਵੀ ਮੇਰੀ ਆਈਡੀ ਨੂੰ ਰਿਪੋਰਟ ਕੀਤਾ ਹੋਵੇਗਾ, ਲੇਕਿਨ ਉਹਨੂੰ ਮਿਊਟ ਕਰ ਦੇਣਾ ਚਾਹੀਦਾ ਜਾਂ ਬਲੌਕ ਮਾਰ ਦੇਣਾ ਚਾਹੀਦਾ ਜਿਹੜਾ ਜ਼ਹਿਰ ਅਮਰ ਭਾਈ ਦੇਖੀ ਹੈ ਜੇ ਫੋਟੋ, ਫਿਰ ਕੱਲ ਦੀ ਟੋਰੀ ਤੁਹਾਨੂੰ ਮੈਂ ਦੇਖੀ ਤੇ ਆਏ, ਲੇਕਿਨ ਉਹ ਹਾਂਜੀ ਹਾਂਜੀ, ਲੇਕਿਨ ਮੈਂ ਉਹਨੂੰ ਓਪਨ ਨਹੀਂ ਕਰ ਸਕਿਆ ਉਹਦੇ 'ਚ ਗੂਗਲ ਮੈਪ ਵਿੱਚ ਆ ਕੇ, ਟਾਈਮ ਨਹੀਂ ਮਿਲਿਆ, ਰਾਤੀ ਲੇਟ ਸੀ। ਨਹੀਂ WhatsApp ਤੇ ਤੁਹਾਨੂੰ ਮੈਂ ਫੋਟੋ ਭੇਜੀ ਸੀ। ਹਾਂ ਮੈਂ ਦੇਖੀ ਉਹ ਮੈਂ ਆਵਾਜ਼ ਆ ਉਹ ਫੋਟੋ ਹੈ। ਕਹਿੰਦੇ ਨੇ ਮੇਰਾ ਇੱਕ ਸਵਾਲ ਹੈ। ਲਾਣੇ ਨੇ 365 ਦਿਨ ਖਾਲੀ ਸਵਾਲ ਹੀ ਕਰਨਾ ਸੀ, ਅਸੀਂ ਨਾ ਲਾਣ ਦੇ ਹੱਕ ਦਿਆਂ ਨਾ ਕਿਸੇ ਨੂੰ ਦੇਣ ਦੇ ਹੱਕ ਦਿਆਂ। 365 ਦਿਨ ਬਸ ਸਵਾਲ ਕਰਨਾ ਹੈ। ਜਿਹੜਾ ਮਿਆਰ ਕਾਇਮ ਕੀਤਾ ਤੁਹਾਨੂੰ ਕਬੂਲ ਹੈ, ਜਿਸ ਮਿਆਰ ਦੇ ਤਹਿਤ ਤੁਸੀਂ ਲਾਣ ਲੱਗੇ ਹੋ ਉਸ ਮਿਆਰ ਦੇ ਤਹਿਤ ਤੁਹਾਡੀ ਲੱਗੇ ਤੁਹਾਨੂੰ ਕਬੂਲ है। अब बहरीन भाई मेरा एक सवाल है आमिर भाई से, वो जो निशान 91 है उसमें मिर्ज़ा साहब ने कहा है कि मेरा एक वालिद है, 2 बेटे हैं और एक भाई है, और ब्राहीन अहमदिया में इस बारे में लिखा है, तो वो वालिद कहाँ से आ गया निशान 91 में? किस में लिखा है? हकीकतुल वही का जो निशान 91 नहीं है 91, हाँ उसमें कहते हैं कि मेरे को इल्हाम हुआ, मैं अकेला था, हालांकि मेरे 2 बेटे थे, एक वालिद था, तो वो वालिद ब्राहीन अहमदिया के टाइम पे कहाँ से आ गया है? वो हम कल का ढूंढ रहे हैं, कहीं वो पहले तो नहीं था उनके वालिद के फोत होने से पहले का? इस पर जरा तो डालिए।
देख कर मैं बता सकता हूँ 91 नंबर के उनका निशान है कि उन्होंने किस तरह किन लफ्ज़ों, क्योंकि लफ्ज़ों का मरोड़ा दिया हुआ होता है, बात कुछ होती है, लिखा हुआ कुछ होता है वहाँ पे। तो मैं देखता हूँ इंशाल्लाह थोड़ी देर बाद, मैं फिलहाल ड्राइव कर रहा हूँ ना, खोल नहीं सकता था। इंशाल्लाह पढ़ के मैं आपको जवाब दे दूंगा और उसकी पूरी रोशनी डाल देंगे इंशाल्लाह। निशान सारे के सारे झूठे हैं। हकीकतुल वही के जितने निशान, नज़ूलुल मसीह के जितने निशान इसमें लिखे हो ना, सब में झूठ बोला हुआ। एक भी निशान आप ऐसा नहीं पेश कर सकते जो जेन्युइन हो, जिसमें इसने लफ्जों की कमी बेशी ना की। जाके पीछे आप खोल कर देखेंगे, कोई एक भी नहीं। ये कल वाला मैं बता रहा था 43 नंबर है। अच्छा, जैसे ही मैंने पढ़ा तो मेरा मतलब, मैंने कहा यार पूरी कश्ती नू खोल के देखूंगा, हो सकता है कहीं इस तरह की बात लिखी हो। पहले मैंने इसको इग्नोर किया, मतलब ऐसे समझिए कि जिस तरह दिल में बार बार ख्याल आता है ना। 2 मिनट में तजब्जुब में रहा, खोलूँ ना खोलूँ, खोल तो दफ़ा करो, खोलो नहीं खोलूँ यार, चेक तो करो। 2 मिनट बाद मैंने तकरीबन फैसला किया कि चलो और कोई नहीं, कम लबदा पे फारिग से रुके हुए थे। मैंने कहा चलो खोल ही लो कश्ती। मैंने देखे 113 सफ़े हैं। पहले सफ़े पर ही उसने तकीद की हुई है कि टीका ज़रूर लगवाओ। गवर्नमेंट ने पैसा खर्च, लाखों रुपया खर्च किया है आपकी जान के लिए, आपकी जान को बचाना चाहती है गवर्नमेंट, बड़ी मुखलस है गवर्नमेंट, बड़ी अच्छी है। निशान लिखा हुआ है कि हमने कहा था जो टीका लगवाएंगे उनका जानी नुकसान हो जाएगा। ये 43 नंबर निशान। तो हर निशान में मेरे भाई झूठ बोला हुआ है। 91 नंबर भी जो आप कह रहे हैं को इंशाल्लाह बता दूंगा, उसमें 100% कोई ना कोई झूठ होगा। लेकिन कई दफ़ा उस निशान के उस झूठ को उस पर गिरफ्त करने के लिए लामहला जिस तरफ वो रेफ़र किया गया होता है उसको जाके चेक करना पड़ता है। मतलब अगर उसने कहा है कि मुझे ये इल्हाम हुआ, अगर उसकी कोई डेट लिखी हुई है, अल्फाज लिखे हुए हैं, वो जाके चेक करेंगे, वहाँ कुछ बात ही और निकलेगी। बस जो भी ये हवाला दे ना, ऐसा दज्जाल आदमी है, मैं कसम खा के कहता हूँ, अपने हवालों से गड़बड़ करता है। चलो कुरान और हदीस तो की गड़बड़, अपनी जो साबका तहरीरें हैं ना, बराइन अहमदिया में लिखा हुआ है कुछ, हमामतुल बुशरा में कुछ लिखा हुआ है, जंग मुकद्दस में कुछ लिखा हुआ है, अज़ाल्ला व हाम में कुछ अपनी बातों को बदलता चला जाता है। अज़ाल्ला व हाम में लिखा हुआ है कि मुजद्दद साहब का खाता है, सदीक को लिखा था, उनका एक मुरीद था सदीक, उसको खाता लिखा शेख अहमद सरंदी ने। तो उन्होंने कहा कि ऐ सदीक गल सुन, जो अल्लाह के नबी होते हैं वो तो नबी होते हैं, उनसे अल्लाह ताला कलाम करता है। नबियों के अलावा भी जिन लोगों से अल्लाह ताला कलाम करता है वो नबी नहीं होते बल्कि मुहद्दस होते हैं। अज़ाल्ला हमें सही लिखा है। हकीकत वही में जाके भारत ही बदल दिया है कि मैंने तो वहाँ भी लिखा था कि शेख अहमद सरंदी ने कहा था कि जिन पर कलाम नाज़िल होता है, जिनसे अल्लाह कलाम करता है वो नबी होते हैं। लो जी, शेख अहमद सरंदी की बात को भी बदला, अपनी तहरीर को बदल दी। ऐसा दज्जाल आदमी थे। तो आप इसकी जो भी इबारत पढ़ें जिसमें इसने कोई रेफरेंस दिया हुआ है ना कि फ़लाँ जगह जाके देख लो, मैंने फ़लाँ इतने साल पहले ये लिखा था फ़लानी किताब में, जाके आप ज़रूर चेक करें, टैली करें ज़रूर उसको। हर बात इसकी गलत है, हर बात में हेरा फेरी की हुई है। तो इंशाल्लाह मैं रुकूंगा तो मैं 91 नंबर भी चेक करूँगा। आज ज़ोहरैन शोहरैन भी नहीं पढ़ी, 11:30 हो गए ने। नहीं 11:30 कितने हो गए, 1:35 होने वाला है। ज़ोहरैन अल्हम्दुलिल्लाह ज़ोहरैन का वक्त पढ़ ली, लेकिन हुण दूसरा काम है कि चार्जिंग ते ला के चला जाना ते थानू डिस्टर्ब नहीं करीदा। अच्छा, मनो आवाज़ भी नहीं आ रही, मसला है वे कि आवाज़ भी कट कट के आ रही है, शायद मेरे करके मसला है, लेकिन थानू बराबर आ रही है आवाज़। सानू तो बेहतरीन मन तो सब भी आ रही, बेहतरीन आवाज़। फिर नवाज को की अच्छा सर जी, अपना मेरी एक इल्तिजा है जी, दुआ ली एक अर्जी करनी सी हुक्म सर कि वो वापस आए हैं ते काम दा कोई नहीं रुझान रहा, तो काम जेड़ा पहले ऐसा तो फारक हो गया ते परसों ही मैं अजे आया, मैं तो कल दी दिहाड़ी कड्ढी ते अज दी दिहाड़ी कड्ढन दिया ते दुआ गोली तुसी लाइसेंस कीता जे? नहीं सर जी, मैं लाइसेंस नहीं कीता, मैनू ना मोटरसाइकिल चलानी आंदी ना ड्राइवरी वाला, मैं धोखा काम है तो नहीं लाइसेंस तो करना चाहिए ना। बी लाइसेंस भी होवे तां भी ओ जेड़ा कोरियर वाला काम है मुस्तफ किथे ओमान होंदे ने ना, अगर मैं गलत नहीं नहीं इत्थे मेरे वाले मुल्क मैं सर जी दे गवांढ ही रहना वा।
ਲਾਇਸੈਂਸ ਹੋਣਾ ਚਾਹੀਦਾ। ਸਰ ਜੀ ਉਹ ਤਾਂ ਤੁਹਾਡੀ ਗੱਲ ਠੀਕ ਹੈ, ਮਗਰ ਸਰ ਜੀ ਮੈਂ ਪਾਕਿਸਤਾਨ ਵੀ ਨਹੀਂ ਕਦੀ ਇਸ ਕੰਮ ਨੂੰ ਹੱਥ ਪਾਇਆ ਸੀ, ਤੇ ਬਾਹਰ ਆ ਕੇ ਤੇ ਬਿਲਕੁਲ ਹੀ ਮੈਨੂੰ ਡਰ ਲੱਗਦਾ। ਤੇ ਦੁਆ ਕਰਿਆ ਜੇ, ਮੈਂ 2-3 ਜਗ੍ਹਾ ਤੇ ਕਿਹਾ ਵਾ ਲੜਕਿਆਂ ਨੂੰ ਵੀ ਕੰਮ ਦਾ, ਤੇ ਇਨਸ਼ਾਅੱਲਾ ਅੱਲਾਹ ਪਾਕ ਆਸਾਨੀਆਂ ਪੈਦਾ ਕਰੇ। ਜੀ ਕਿ ਥੋੜੀ ਜਿਹੀ ਆਵਾਜ਼ ਰੁਕ ਜਾਂਦੀ, ਫੇਰ ਆਣਾ ਸ਼ੁਰੂ ਹੁੰਦੀ ਹੈ, ਫੇਰ ਰੁਕ ਜਾਂਦੀ, ਫੇਰ ਆਣਾ ਸ਼ੁਰੂ ਹੁੰਦੀ ਹੈ, ਕੀ ਮਸਲਾ ਹੈ? ਬਰਾਡ ਰਿਪੋਰਟਿੰਗ ਹੋਈ ਹੈ, ਬਹੁਤ ਜ਼ਿਆਦਾ ਰਿਪੋਰਟਿੰਗ ਹੋਈ ਹੈ। ਹਾਲਾਂਕਿ ਮੈਂ ਇਹਨੂੰ ਇੰਨੀ ਕੁ ਲਾਈਕ ਆਟੋ ਕਲਿੱਕਰ ਤੇ ਲਾਇਆ ਸੀ, ਤੇ ਮੇਰੇ ਕੋਲ ਵੀ ਇਹਦੀ 61,000 ਤੋਂ ਜ਼ਿਆਦਾ ਲਾਈਕ ਨਜ਼ਰ ਆ ਰਹੀ। ਨਾ ਗਾਲਾਂ ਦੇਣ ਲੱਗਿਆ, ਨਾ ਕੁਝ ਹੋਰ ਕਰਨ ਲੱਗਿਆ, ਆਰਾਮ ਸਕੂਨ ਨਾਲ ਗੁਫ਼ਤਗੂ ਹੋ ਰਹੀ ਹੈ। ਇਤਰਾ ਐਡਾ ਅੱਛਾ ਨਾਰਮਲ ਪਲੇਟਫਾਰਮ ਤੇ ਗੱਲ ਕਰਨਾ ਠੀਕ ਹੈ, ਮੈਂ ਨਾ ਰਵੀ ਦੇ ਨਾਲ ਗੱਲ ਕਰਨਾ ਮਰਜ਼ਈਆਂ ਸੇ ਮੌਤ ਹੈ। ਇਹ ਖਾਲੀ ਆਪਣੀ ਖੁਦ ਦੇ ਅੰਦਰ ਬਹਿ ਕੇ ਕੁੰਡੀ ਮਾਰ ਕੇ ਕਿਸੇ ਨੂੰ ਬਾਹਰੋਂ ਅੰਦਰ ਨਹੀਂ ਆਉਣ ਦੇਣਾ ਤੇ ਆਪ ਬਾਹਰ ਨਹੀਂ ਨਿਕਲਣਾ, ਉਹ ਮੌਤ ਨਹੀਂ ਰਹੀ। ਉਹ ਜਿਹੜੀ ਰਾਜਾ ਜ਼ੁਲਫਕਾਰ ਨੇ ਮੈਨੂੰ ਕਿਹਾ ਨਾ ਬੰਗਾਲੀ ਮੁੰਡੇ ਬੈਠੇ ਨੇ ਤੇ ਜ਼ਰਾ ਗੱਲ ਕਰਨਾ, ਉਸ ਵੇਲੇ ਇੱਕ ਬੰਦਾ ਕੰਟੀਨਿਊਸਲੀ ਥੱਲੇ ਨੈਗੇਟਿਵ ਬਰਾਡ ਕਾਪੀ ਪੇਸਟ ਕਰਦਾ ਚਲਾ ਗਿਆ ਹੈ, ਲੇਕਿਨ ਮੇਰਾ ਧਿਆਨ ਗੱਲ ਵੱਲ ਸੀ ਤੇ ਮੈਂ ਉਹਨੂੰ ਮਿਊਟ ਨਹੀਂ ਕੀਤਾ। ਐਸੇ ਬੰਦੇ ਨੂੰ ਫੌਰਨ ਮਿਊਟ ਕਰ ਦੇਣਾ ਚਾਹੀਦਾ ਹੈ, ਕਾਪੀ ਪੇਸਟ ਕਰੀ ਜਾ ਰਿਹਾ ਸੀ, ਸ਼ਾਇਦ ਉਹਦੀ ਵਜ੍ਹਾ ਨਾਲ ਜਾਂ ਉਹਨੇ ਕੋਈ ਰਿਪੋਰਟਿੰਗ ਕੀਤੀ ਹੈ। ਹੋਰ ਵੀ ਮਰਜ਼ਾਈ, ਮੇਰਾ ਖਿਆਲ ਉਹ ਇੱਕ ਨੂੰ ਕੀਤਾ ਮਰਜ਼ਾਈ ਹੋਣਾ ਹੈ। ਉਹ ਥੱਲੇ ਫੌਜ ਆਈ ਹੈ ਪੂਰੀ, ਉਹ ਥੱਲੇ ਕੰਧਾਂ 'ਚ ਵੱਜ ਰਹੇ ਨੇ ਮਰਜ਼ਾਈ ਨਹੀਂ। ਸਾਰੇ ਮਰਜ਼ਈ ਜਿਹੜੇ ਨੇ ਉਹਨਾਂ ਨੇ ਸਰ ਪੂਰਾ ਟਿਲ ਲਾ ਕੇ ਰਿਪੋਰਟਿੰਗ ਕੀਤੀ। ਮੇਰੇ ਖਿਆਲ 'ਚ ਅੱਜ ਸਭ ਤੋਂ ਜ਼ਿਆਦਾ ਰਿਪੋਰਟਿੰਗ ਹੋਈ ਹੈ, ਉਹਦੀ ਵਜ੍ਹਾ ਨਾਲ ਤੁਹਾਨੂੰ ਆਵਾਜ਼ ਨਹੀਂ ਸਹੀ ਆ ਰਹੀ। ਉਹ ਨਾ ਕਰਨੀ ਰਿਪੋਰਟਿੰਗ ਉਹਨਾਂ ਕਰਨੀ। ਰੀਨ ਭਾਈ ਇਹ ਚੀਜ਼ ਹੈਗੀ ਹੈ ਕਿ ਆਪਣਾ ਮੋਮਨਾਂ ਦੇ ਖਿਲਾਫ ਜਿਹੜਾ ਨਾ ਕਫਾਰ ਹਮੇਸ਼ਾ ਖੜੇ ਰਹਿੰਦੇ ਨੇ, ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਗਿਰਾਈਏ ਇਹਨਾਂ ਨੂੰ ਕਿਸੇ ਤਰੀਕੇ। ਚੀਜ਼ ਹੈਗੀ ਅੱਛਾ ਉਹਨਾਂ ਨੂੰ ਹੋਰ ਕੱਖ ਨਹੀਂ ਲੱਭਣ ਲੱਗਾ, ਕੱਖ ਨਹੀਂ ਲੱਭਣ ਲੱਗਾ ਤੇ ਉਹਨਾਂ ਨੇ ਹੁਣ ਬਣਾ ਲਿਆ ਬਈ ਸ਼ੀਆ ਸੁਨੀ ਕਨਫਲਿਕਟ। ਉਹ ਡੇਲੀ ਉੱਥੇ ਉਹਨਾਂ ਨੂੰ ਕਿਸੇ ਨਾ ਕਿਸੇ ਜ਼ਾਕਰ ਦੀ ਵੀਡੀਓ ਚਲਾ ਰਹੇ ਨੇ, ਜ਼ਰਦਾਸ਼ੋਰੀ, ਠੀਕ ਹੈ ਨਾ, ਕਿ ਹੋ ਸਕਦਾ ਕਿ ਵਿੱਚ ਵਿਥ ਪਵੇ ਤੇ ਹੁਣ ਮੁਸ਼ਕਿਲ ਹੈ ਕੰਮ ਰਿਵਰਸ ਜ਼ਾਕਰ ਦੀ ਲਾਵੇ ਭਾਵੇਂ ਜ਼ਾਕਰ ਦੀ ਲਾਵੇ ਭਾਵੇਂ ਕਿਤੇ ਵਸੱਲਮ ਦੀ ਜ਼ਾਤ ਹੈ, ਠੀਕ ਹੈ ਬੇਸ਼ੱਕ। ਲੇਕਿਨ ਮੈਂ ਨਹੀਂ ਸੋਚਿਆ ਸੀ ਕਿ ਜਿਹੜੇ ਇੰਨੇ ਅਰਸੇ ਦੇ ਕੀ ਕਹੀਦਾ ਭਰਾ ਬਣੇ ਨੇ ਉਹ ਇੰਜ ਰਿਸ਼ਤਿਆਂ ਤੇ ਮੁਤਰਨਗੇ ਜਿਸ ਤਰ੍ਹਾਂ ਉਹਨਾਂ ਨੇ ਕੰਮ ਕੀਤਾ। ਤੇ ਮੇਰਾ ਤਾਂ WhatsApp ਭਰਿਆ ਪਿਆ ਗਾਲਾਂ ਦੇ ਨਾਲ, ਲੇਕਿਨ ਫਿਰ ਵੀ ਬਾਬੂ ਮੁਹੰਮਦ ਅਫਜ਼ਲ ਦੀ ਕਬਰ ਤੇ ਮੁਤਰਿਆ। ਕੁਰਾਨ ਦੀ ਬਹਿਰੀਨ ਸਾਹਿਬ, ਕੁਰਾਨ ਦੀ ਆਇਤ ਯਾਦ ਕਰ ਲਿਆ ਕਰੋ ਜਦੋਂ ਤੁਹਾਨੂੰ ਤੁਸੀਂ ਭਰਾ ਕਹਿੰਦੇ ਹੋ ਨਾ। ਕੁਰਾਨ ਕਹਿੰਦਾ ਹੈ ਕਿ ਤੁਹਾਡੇ ਤੋਂ ਕਦੀ ਰਾਜ਼ੀ ਨਹੀਂ ਹੋ ਸਕਦੇ ਜਿੰਨਾ ਚੱਕਰ ਤੁਸੀਂ ਇਹਨਾਂ ਦੀ ਮਿਲਤ ਦੇ ਉੱਤੇ ਕਾਇਮ ਨਾ ਹੋ ਜਾਓ। ਕਦੀ ਤੁਹਾਡੇ ਰਾਜ਼ੀ ਨਹੀਂ ਹੋ, ਕੋਈ ਵੀ ਤੁਸੀਂ ਹੋ, ਮੈਂ ਮੇਰੇ ਤੋਂ ਵੀ ਕਦੀ ਰਾਜ਼ੀ ਨਹੀਂ ਹੋਣਗੇ until unless ਮੈਂ ਇਹਨਾਂ ਦੇ ਅਕਾਇਦ ਨਜ਼ਰੀਆਤ ਨੂੰ ਮੁਕੰਮਲ ਤੌਰ ਤੇ ਮੰਨ ਨਾ ਲਵਾਂ। ਬਸ ਉਸ ਤੋਂ ਇਲਾਵਾ ਇਹਨਾਂ ਦਾ ਇਹੀ ਏਜੰਡਾ ਹੋਏਗਾ ਕਿ ਇਹਨੂੰ ਬਿਲਾਲ ਨਹੀਂ ਗੱਲ ਅਫਸੋਸ ਹੈ ਕਿ ਗੱਲ ਵੀ ਕੋਈ ਗਲਤ ਨਹੀਂ ਕੀਤੀ। ਮਿਰਜ਼ਾ ਸਾਹਿਬ ਕਹਿ ਕੇ ਮੁਖਾਤਿਬ ਕਰ ਰਹੇ, ਇੱਥੇ ਵੀ ਸਾਰਿਆਂ ਨੂੰ ਤੰਬੀਹ ਕੀਤੀ ਕਿ ਕੋਈ ਗਾਲ ਨਾ ਕੱਢੇ, ਕੋਈ ਕੱਢਣ ਦੇ ਵੀ ਨਾ ਜ਼ੁਬਾਨ ਨੂੰ ਤਾਲੇ ਮਾਰ ਕੇ ਬੈਠੇ ਨੇ। ਤੁਸੀਂ ਸਵਾਲ ਕੀਤਾ ਹੈ, ਤੁਹਾਡਾ ਸਭ ਤੋਂ ਵੱਡਾ ਜੁਰਮ ਹੈ ਕਿ ਤੁਸੀਂ ਸਵਾਲ ਕੀਤਾ ਹੈ। ਸਭ ਤੋਂ ਵੱਡਾ ਜੁਰਮ ਮਜ਼ਹੀਆਂ ਦਾ, ਤੁਹਾਡਾ ਸਭ ਤੋਂ ਵੱਡਾ ਜੁਰਮ ਇਹ ਹੈ ਕਿ ਤੁਸੀਂ ਸਵਾਲ ਕੀਤਾ ਹੈ। ਇਹ ਤੋਂ ਵੱਡਾ ਜੁਰਮ ਨਜ਼ਰੀਆ ਕਿ ਕਹੇ ਯਾਰ ਆਮ ਸੁਣ ਲਾ ਕੇ ਗੱਲਬਾਤ ਕਰ ਲਓ, ਇਤਰਾਜ਼ ਦਾ ਜਵਾਬ ਰੱਖ ਲਓ, ਜਵਾਬਾਂ ਨੇ ਇਤਰਾਜ਼ ਕਰ ਲਓ, ਠੀਕ ਹੈ ਨਾ। ਇਹ ਸ਼ਾਇਦ ਉੱਤੇ ਬੜਾ ਪਾਂਬੜ ਬਲ ਗਿਆ ਜਿਹਦੀ ਹੱਦ ਹੀ ਕੋਈ ਨਹੀਂ ਹੈ। ਇਹੀ ਤੇ ਗੱਲ ਹੈ, ਤੁਸੀਂ ਕਿਉਂ ਮੁਸਲਮਾਨਾਂ ਨੂੰ ਇਜਾਜ਼ਤ ਦਿੱਤੀ ਕਿ ਇਸ ਬਰਾੜ ਤੇ ਆ ਕੇ ਤੇ ਉਹ ਸਵਾਲ ਜਵਾਬ ਅਹਿਮਦੀਆਂ ਦੇ ਨਾਲ ਕਰ ਸਕਣ। बिलाल अगर फ्री हो तो 1974 को कार्रवाई खोल के पढ़ लो एक आधा समा।
ਬਿਲਕੁਲ ਬਿਲਕੁਲ 1974 ਦੀ ਕਾਰਵਾਈ ਦਾ ਸਾਡਾ ਆਖਰੀ ਦਿਨ ਰਹਿੰਦਾ ਹੀ ਹੈ, ਉਹ ਵੀ ਅੱਜ ਕਿੱਥੇ ਕਰਨਾ ਸੀਗਾ। 160 ਸਫਾਏ ਤਕਰੀਬਨ 24 ਤਰੀਕ ਹੈ ਆਖਰੀ ਦਿਨ ਹੈ। 5 ਅਗਸਤ ਤੋਂ ਕਾਰਵਾਈ ਸ਼ੁਰੂ ਹੋਈ ਸੀ ਤੇ 5 6 7 8 9 10 20 21 22 23 24 11 ਦਿਨ ਕਾਰਵਾਈ ਚੱਲੀ। ਓਹੋ ਬਹੁਤ ਹੀ ਜ਼ਿਆਦਾ ਇਸ ਕਾਰਵਾਈ ਦੇ ਵਿੱਚ ਯਾਨੀ ਐਸੀਆਂ ਗੱਲਾਂ ਨੇ ਕਿ ਮੈਂ ਹੈਰਾਨ ਹਾਂ ਕਿ ਮਿਰਜ਼ਾ ਨਾਸਰ ਸਾਹਿਬ ਜਿਹੜੇ ਨੇ ਉਹੀ ਸਵਾਲ ਯਕੀਨ ਮੰਨੋ ਬਹਿਰੀਨ ਸਾਹਿਬ, ਇਹ ਉਹੀ ਸਵਾਲ ਨੇ ਉਹੀ ਜਵਾਬ ਨੇ ਜਿਹੜੇ ਅੱਜ ਬੰਜ਼ਾਈ ਸਾਨੂੰ ਦਿੰਦੇ ਨੇ। ਬਿਲਕੁਲ ਹੈਰਾਨਗੀ ਨਹੀਂ ਹੁੰਦੀ, ਕੋਈ ਇਹਦੇ ਉੱਤੇ ਮੈਨੂੰ ਅਜੀਬ ਨਹੀਂ ਲੱਗਦਾ ਕਿ ਕਿਉਂ ਯਾਨੀ ਇਹ ਗੱਲਾਂ ਕਰ ਰਹੇ, ਕਿਉਂਕਿ ਇਹੀ ਗੱਲਾਂ ਪਹਿਲੇ ਕੋਈ ਨਵੀਂ ਗੱਲ ਹੀ ਨਹੀਂ ਕੀਤੀ। अच्छा सवाल एक है थोड़े दिन पहले किसी भाई ने भी किया सी ते बट सवाल ऐसी कि मिर्जा साहब दा नबूवत दा दावा है वे ते किथे वे उन्हां दे इक्तबासात दे अंदर ते भट्ट साहब उत्ते कि कहंदे तुस अगर दावा नहीं ते तुसी लोकां काफर क्यों सानू करार कीता। कोई अहमदी है ना, तुसी लोग ज्यादा डिबेट कर चुके हो, दसो कि कोई इहो जिहा दावा मौजूद है मिर्जा साहब दा। ਜੇ ਤਾਂ ਸਾਡੇ ਤੇ ਕਹਿਣ ਤੇ ਮੰਨਣਾ ਵਾ ਤੇ ਫਿਰ ਦੱਸਣ ਵੀ ਤੁਹਾਡੇ ਸਾਡੇ ਕਹਿਣ ਤੇ ਗੱਲ ਮੰਨਣੀ ਸੀ, ਸਾਡੇ ਕਹਿਣ ਤੇ ਨਹੀਂ ਨਾ ਮਿਰਜ਼ਾ ਸਾਹਿਬ ਨੇ ਮੰਨੀ। ਇਹਨਾਂ ਨੂੰ ਮਿਰਜ਼ਾ ਸਾਹਿਬ ਦੇ ਦਾਅਵੇ ਨੂੰ ਮੰਨਣ ਵਾਸਤੇ ਸਾਡੇ ਤੋਂ ਸੀਰੀਜ਼ ਦੇ ਵਿੱਚ ਸਾਡਾ ਤਾਂ ਫੈਸਲਾ ਵੀ ਗਲਤ ਮੰਨਦੇ ਨੇ ਨਾ। ਲੇਕਿਨ ਮਸਲਾ ਇਹ ਹੈ ਬਹਿਰੀਨ ਸਾਹਿਬ ਕਿ ਜਦੋਂ ਤੁਸੀਂ ਮਿਰਜ਼ਾ ਸਾਹਿਬ ਨੂੰ ਮੰਨਿਆ ਤੇ ਕਿਸ ਬੁਨਿਆਦ ਤੇ ਮੰਨਿਆ। ਅਗਰ ਤੁਹਾਨੂੰ ਇਹ ਨਹੀਂ ਪਤਾ ਉਹਨਾਂ ਦਾ ਦਾਵਾ ਕੀ ਹੈ, ਤੁਸੀਂ ਰਸੂਲullah ਨੂੰ ਅਗਰ ਮੰਨਦੇ ਜੀ ਬਹਿਰੀਨ ਭਾਈ ਤੇ ਤੁਸੀਂ ਕੀ ਮੰਨਦੇ ਜਿਹੜਾ ਕਲਿੱਪ ਨਹੀਂ ਸੁਣਿਆ, ਉਸਤਾਦ ਕਹਿ ਰਹੇ ਨੇ ਉਹਨਾਂ ਦਾ ਦਾਵਾ ਨਬੂਵਤ ਕਿਤੇ ਕਹਿੰਦਾ ਉਹਨਾਂ ਦਾ ਕੋਈ ਨਹੀਂ ਲੇਕਿਨ ਅਸੀਂ ਮੰਨਦੇ ਆ ਤੇ ਤੁਸੀਂ ਕਿਹੜੇ ਹਿਸਾਬ ਨਾਲ ਮੰਨਣ ਲੱਗੇ ਤਾਂ ਮੇਰੇ ਤੇ ਆਸ-ਪਾਸ ਕੇ ਜਿਹੜਾ ਉਹ ਵਕੀਲ ਫੜ ਕੇ ਬਹਿ ਗਿਆ ਕਿਉਂ ਕਿਸ ਹਿਸਾਬ ਨਾਲ ਮੰਨਣ ਲੱਗੇ ਨੇ। ਅੱਲਾਹ ਅਕਬਰ ਕੀ ਹੈ ਨਾ ਮੈਂ ਯਾਨੀ ਬੰਦਾ ਕੀ ਆਖੇ ਇਹਨਾਂ ऐसी जाहिल कौम ਜਿਹੜੀ ਪੈਸੇ ਦੇ ਕੇ ਜ਼ਲੀਲ ਕੀ ਹੁੰਦੀ ਹੈ, ऐसी कौम भी है अल्लाह माफ करे जिंदगी से नहीं देखी। ਇਹਨਾਂ ਨੂੰ ਤਾਂ ਕਫਾਰੇ ਮੱਕਾ ਜੀ 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 ਆਮਿਰ ਸਾਹਿਬ ਨੇ ਨਿਸ਼ਾਨ ਨੰਬਰ 41 ਤੁਸੀਂ ਮੈਨੂੰ ਦੱਸ ਦਿੱਤਾ, ਉਹ ਤੇ ਤਾਉਨ ਦੇ ਮੁਤਲਕ ਹੈ, ਦੁਬਾਰਾ ਦੱਸੋ। ਕੀ ਆਖਿਆ ਜੀ? ਇੱਕ ਮਿੰਟ ਦੁਬਾਰਾ ਗੱਲ ਕਰਨਾ। ਮੈਂ ਕਿਹਾ ਨਿਸ਼ਾਨ ਨੰਬਰ 41 ਯਾਨੀ 41 ਦੱਸਿਆ ਸੀ ਨਾ ਤੁਸੀਂ? ਜੀ ਉਹ ਤੇ ਤਾਉਨ ਦੇ ਮੁਤਲਕ ਹੈ। ਹਕੀਕਤੁਲ ਵਹੀ ਖੋਲੀ ਜੇ? ਨਹੀਂ, ਮੈਂ ਨਿਸ਼ਾਨ ਨੰਬਰ 41 ਖੋਲਿਆ। ਕਿਹੜੀ ਕਿਤਾਬ ਚੋਂ? ਮੈਂ ਤੁਹਾਨੂੰ ਦੱਸਣਾ। ਹਕੀਕਤੁਲ ਵਹੀ ਰੂਹਾਨੀ ਖਜ਼ਾਇਨ ਜਿਲਦ ਨੰਬਰ 22 ਸਫਾ ਨੰਬਰ 223। 223 ਅੱਗੇ ਜਾਓ ਨਾ। ਸੌਰੀ 228 ਤੇ ਜਾਓ। ਇੱਕ ਮਿੰਟ 41 ਵਾਲਾ ਹੋਰ ਹੈ। 41 ਵਾਲਾ ਹੈ ਕਿ ਨਿਸ਼ਾਨ ਨੰਬਰ 41 किताब हकीकतुल वही। लिखा है, मैं देखता हूँ कि मेरी निस्बत एक निशान मुकर्रर हुआ है कि 40 दिन तक जमीन पर जुल्मत छाई रहेगी। यह निशान मेरी सदाकत के लिए है। नहीं ये नहीं है। 41 है। 41 सफा की ਇਹਦਾ दोबारा देखो, ਇਹਦਾ सफा ਤੇ ਨਹੀਂ ਲਿਖਿਆ ਹੋਇਆ। किताब हकीकतुल वही है। ਕਾਕ ਮਾਸਟਰ ਸਾਹਿਬ, ਤੁਸੀਂ ਪਤਾ ਨਹੀਂ ਕਿਤਾਬ ਕਿੱਥੋਂ ਖੋਲ ਰਹੇ ਹੋ। ਮੈਂ ਪਿਆ ਕਹਿਣਾ ਕਿ ਤੁਸੀਂ ਵੈਬਸਾਈਟ ਤੇ ਜਾਓ alislam.org, ਉੱਥੇ ਰੂਹਾਨੀ ਖਜ਼ਾਇਨ ਦੀ ਜਿਹੜੀ ਆ ਸੈੱਟ ਪੇ ਆ ਉਹਦੇ ਚ 22 ਨੰਬਰ ਜਿਲਦ ਖੋਲੋ, 228 ਸਫੇ ਸਲ ਸਿੱਧਾ ਇਹੀ ਮਿਲੇਗਾ ਜੋ ਮੈਂ ਕਹਿ ਰਿਹਾ। ਜਿਲਦ 22 ਸਫਰ ਨੰਬਰ 220 ਅੱਗੇ ਜਾਓ ਨਾ, 8 ਸਫੇ ਅੱਗੇ ਚੱਲ ਜਾਓ ਨਾ, ਉੱਥੇ ਖੋਲ ਕੇ ਵੇਖੋ। ਮਲਾ ਨਹੀਂ, ਇਹ ਜਿਹੜਾ ਨਿਸ਼ਾਨ ਦਾ ਲਿਖਿਆ ਹੁੰਦਾ ਹੈ, ਨਿਸ਼ਾਨ ਨੰਬਰ 41,
ਮਿਰਜ਼ਾ ਸਾਹਿਬ ਨੇ ਕੁਝ ਨਿਸ਼ਾਨਾਤ ਉਹਦੇ ਤਤਿਮੇ ਵਿੱਚ ਲਿਖੇ ਨੇ, ਕੁਝ ਨਿਸ਼ਾਨ ਹਕੀਕਤੁਲ ਵਹੀ ਚ ਲਿਖੇ ਨੇ, ਠੀਕ ਹੈ। ਤੇ ਉਹਨਾਂ ਨੂੰ ਗੱਡਮਡ ਆਪ ਮਿਰਜ਼ਾ ਸਾਹਿਬ ਨੇ ਕੀਤਾ, ਅਸੀਂ ਉਹਨਾਂ ਨੂੰ ਹੱਥ ਵੀ ਨਹੀਂ ਲਾਇਆ, ਉਹਨਾਂ ਦੀ ਕਿਤਾਬ ਹੈ। ਤੁਸੀਂ ਜਿਹੜਾ ਮੈਂ ਸਫਾ ਕਹਿ ਰਿਹਾ ਤੁਸੀਂ ਉਸ ਸਫੇ ਤੇ ਜਾ ਕੇ ਦੇਖੋ, ਨਾ ਮਿਲਿਆ ਤਾਂ ਮੈਂ ਜਲਦੀ ਗੱਡੀ 'ਚ ਖੋਲ ਦੇਵਾਂਗਾ ਸਫਾ ਤੁਹਾਨੂੰ। ਸਫਾ ਕਿਹੜਾ ਹੈ? 228 ਓਕੇ, ਮੈਂ ਚੈੱਕ ਕਰਾਂਗਾ ਹੁਣ ਜਾ ਕੇ ਦੁਬਾਰਾ। Okay, ਸਿਰਫ 8 ਸਫੇ ਅੱਗੇ ਜਾਓਗੇ ਤਾਂ ਤੁਹਾਨੂੰ ਮਿਲ ਜਾਏਗਾ 41 ਨੰਬਰ ਨਿਸ਼ਾਨ। ਚਲੋ ਠੀਕ ਹੋ ਗਿਆ। ਓਕੇ। ਠਾਕ ਮਾਸਟਰ ਸਾਹਿਬ ਦੀ ਆਵਾਜ਼ ਥੱਲੇ ਨਹੀਂ ਸੀ ਜਾ ਰਹੀ। ਬਰਾੜ ਨੂੰ ਮਸਲਾ ਹੈ, ਬਰਾੜ ਅਗਰ ਕੋਈ ਜ਼ਰੂਰੀ ਗੱਲ ਕਰਨੀ ਤੇ ਕਰ ਲਓ, ਤੇ ਨਹੀਂ ਤੇ ਬੰਦ ਕਰ ਲਓ। ਇਹਨੂੰ ਦੁਬਾਰਾ ਸਟਾਰਟ ਕਰਾਂਗੇ ਠਹਿਰ ਕੇ, ਐਵੇਂ ਥੋੜਾ ਬਿਜ਼ੀ ਆ ਹੋਣਾ। ਤੇ ਬਰਾੜ ਦਾ ਵੀ ਮੇਰੇ ਹਾਲੇ ਮਸਲਾ ਹੀ ਚੱਲਦਾ ਪਿਆ, ਕਦੇ ਤੁਹਾਨੂੰ ਨਹੀਂ ਆਵਾਜ਼ ਜਾਂਦੀ, ਕਦੇ ਸਾਹਮਣੇ ਵੀ ਆਉਂਦੀ। ਰਿਪੋਰਟਿੰਗ ਹੋਈ ਹੈ ਬਹੁਤ ਜ਼ਿਆਦਾ, ਕਿਉਂਕਿ ਮਿਰਜ਼ਾਈਅਤ ਨੰਗੀ ਹੋਈ ਹੈ ਬਹੁਤ ਜ਼ਿਆਦਾ, ਉਹਦੀ ਵਜ੍ਹਾ ਨਾਲ ਫਿਰ ਗੁੱਸੇ 'ਚ ਤੈਸ਼ 'ਚ ਆ ਕੇ ਮਿਰਜ਼ਾਈਆਂ ਨੇ। ਉਹ ਉੱਥੇ ਇੱਕ ਬਰਾੜ ਹੈ, ਉੱਥੇ ਉਹ ਸਿਆਲ ਸਾਹਿਬ ਵਾਲੀ ਆਡੀਓ ਪਲੇ ਕਰਕੇ ਨਾ ਉਹਨਾਂ ਨੂੰ ਮੂਸਾ ਸਾਹਿਬ ਨੂੰ ਸੁਣਾਉਣ ਲੱਗੇ ਨੇ। ਉਹ ਮੂਸਾ ਸਾਹਿਬ ਨੂੰ ਕੋਈ ਬੰਦਾ ਸ਼ੇਅਰ ਕਰ ਸਕਦਾ ਬਰਾੜ, ਉਹ ਜਿਨ੍ਹਾਂ ਇਸਲਾਮ ਕਬੂਲ ਕੀਤਾ ਹੈ, ਰੱਦੇ ਮਿਰਜ਼ਾਈਅਤ ਕਰਦੇ ਨੇ, ਮੇਰੇ ਖਿਆਲ ਅਮਰੀਕਾ ਹੁੰਦੇ ਨੇ। ਉਹਨਾਂ ਦੀ ਆਈਡੀ ਦੇ ਉੱਤੇ ਵੀ ਮੂਸਾ ਲਿਖਿਆ ਹੈ, ਤੇ ਉਹਨਾਂ ਨੂੰ ਅਗਰ ਸ਼ੇਅਰ ਕਰਕੇ ਬੁਲਾ ਸਕਦੇ ਹੋ ਤਾਂ ਬੁਲਾ ਲਓ, ਵਰਨਾ ਬੰਦ ਕਰ ਦਿਓ। ਬਿਲਾਲ ਭਾਈ ਦੀ ਵੀ ਕਹਿੰਦੇ ਨੇ ਆਵਾਜ਼ ਰੁਕ ਰੁਕ ਕੇ ਆ ਰਹੀ ਸੀ। ਬਰਾੜ ਦੇ ਵਿੱਚ ਆਹੀ ਮਸਲਾ ਚੱਲ ਰਿਹਾ। रिपोर्टिंग हो रही है बार बार। ਐਸ ਬਰਾੜ ਤੋਂ ਮੈਨੂੰ ਜ਼ਿਆਦਾ ਤਕਲੀਫ ਹੋ ਬਹਿਰੀਨ ਸਾਹਿਬ ਦੀ ਬਰਾੜ ਵੀ ਹੋ ਚੁੱਕੀ ਹੈ, ਤੇ ਉਹ ਫਿਰ ਉਹਨਾਂ ਦੇ ਸੀਨੇ ਦੇ ਉੱਤੇ ਫਿਰ ਸਮਝ ਲਓ ਕਿ ਉਹ ਕੀ ਕਹਿੰਦੇ ਮੁੱਗ ਦਲੀ ਜਾਣ